ਕੈਗ ਨੇ ਕਲੀਅਰ ਕੀਤਾ ਹੈ ਕਿ ਪੰਜਾਬ ਦਾ ਜਿਹੜਾ ਹਾਇਰ ਐਜੂਕੇਸ਼ਨ ਸਿਸਟਮ ਹੈਗਾ ਉਹਦੇ ਵਿੱਚ ਮੈਂ ਵਰਡ ਯੂਜ਼ ਕਰੂੰਗਾ ਲੌਲੈਸਨੈਸ। ਅਸੀਂ ਬਾਕੀਆਂ ਨਾਲੋਂ ਬਹੁਤ ਮਾੜੇ ਆ ਕਿ ਬਾਕੀ ਸਾਡੇ ਨਾਲ? ਦੇਖੋ ਹਜੇ ਤਾਂ ਅਸੀਂ ਬਹੁਤ ਮਾੜੇ ਹਾਂ। ਹਰਿਆਣੇ ਦੇ ਵਿੱਚ ਸਾਡੀ ਨਾਲ ਦਾ ਸਟੇਟ ਹੈ ਉਹ ਬਹੁਤ ਅੱਗੇ ਹੈ ਸਾਡੇ। ਕੈਗ ਵਿੱਚ ਕੁਝ ਮੈਂਸ਼ਨ ਕੀਤਾ ਗਿਆ ਕਿ ਵੀ ਜਿਹੜੇ ਕਾਲਜਸ ਹੈ ਇਹਨਾਂ ਦੀ ਜਿਵੇਂ ਸੈਨੇਟ ਹੈ ਜਾਂ ਪ੍ਰਿੰਸੀਪਲ ਦੀ ਗੱਡੀਆਂ ਦੇ ਘਰਾਂ ਤੇ ਇਹਨਾਂ ਕਿੰਨਾ ਰਿਹਾਇਸ਼ ਮਤਲਬ ਜੇ ਟੀਚਰ ਨੂੰ ਸੈਲਰੀ ਨਹੀਂ ਮਿਲੀ ਪੈਸਾ ਜਾ ਕਿੱਥੇ ਰਿਹਾ? 96000 ਤਨਖਾਹ ਲੈ ਰਿਹਾ ਟੀਚਰ, ਤੁਸੀਂ ਚੱਕ ਕੇ ਉਹਦੀ 50000 ਰੁਪਈਆ ਤਨਖਾਹ ਕਰ ਦਿੱਤੀ ਹੈ। ਅਸੀਂ ਤਨਖਾਹ ਵੱਧਦੀ ਤਾਂ ਦੇਖੀ ਹੈ, ਇਨਕਰੀਮੈਂਟਸ ਮਿਲਦੀਆਂ ਨੇ, ਐਨੂਅਲ ਇਨਕਰੀਮੈਂਟਸ ਮਿਲਦੀਆਂ ਨੇ। ਉਹਨਾਂ ਨੂੰ ਘਾਟਾ ਪੈ ਰਿਹਾ ਸੀ ਲਾਇਕ? ਕੋਈ ਘਾਟਾ ਨਹੀਂ ਜੀ। ਜੇ ਘਾਟਾ ਪੈ ਰਿਹਾ ਸੀ ਮੈਂ ਉਸੇ ਲਾਲਪੁਰ ਕਾਲਜ ਦੀ ਸਾਹਮਣੇ ਗੱਲ ਕੀਤੀ ਹੈ, ਉਹਨਾਂ ਦਾ ਸਾਹਮਣੇ ਵੀ ਕਾਲਜ ਹੈਗਾ, ਉਹ ਤਾਂ 5 ਕਾਲਜ ਖੋਲੇ ਹੋਏ ਨੇ ਉਸ ਮੈਨੇਜਮੈਂਟ ਨੇ। ਅਰੇ ਏਡਡ ਨੇ? ਉਹ ਏਡਡ ਵੀ ਨੇ, ਅਨਏਡਡ ਵੀ ਨੇ। ਜਿਹੜਾ ਮੇਨ ਕਾਲਜ ਹੈ ਏਡਡ ਹੈ ਤੇ ਬਾਕੀ ਕਾਲਜਸ ਜਿਹੜੇ ਨੇ ਅਨਏਡਡ ਨੇ। ਨਹੀਂ ਤਾਂ ਮੇਨ ਕਾਲਜ ਏਡ ਕਿੱਦਾਂ ਲੈ ਸਕਦਾ ਜੇ ਉਹ ਐਕਸਪੈਂਸ਼ਨ ਕਰ ਸਕਦਾ ਹੈਗਾ? ਹਰ ਜਗ੍ਹਾ ਦੇ ਵਿੱਚ ਇੱਕ ਨੈਕਸਸ ਹੈ, ਇਹ ਮਾਫੀਆ ਹੈ ਮੈਡਮ। ਔਰ ਇਸ ਮਾਫੀਆ ਦੇ ਵਿੱਚ ਯੂਨੀਵਰਸਿਟੀਜ਼, ਇਸ ਮਾਫੀਆ ਦੇ ਵਿੱਚ ਕਾਲਜਸ, ਇਸ ਮਾਫੀਆ ਦੇ ਵਿੱਚ ਈਵਨ DPI ਕਾਲਜਸ ਪੰਜਾਬ। ਵੀ ਆਲਰੇਡੀ ਹੈਡ ਰੇਤਾ ਮਾਫੀਆ, ਸ਼ਰਾਬ ਮਾਫੀਆ, ਨਸ਼ਾ ਮਾਫੀਆ, ਤੇ ਹੁਣ ਤੁਸੀਂ ਕਾਲਜ ਮਾਫੀਆ ਵੀ, ਸਿੱਖਿਆ ਮਾਫੀਆ ਵੀ ਆ ਗਿਆ। ਸਿੱਖਿਆ ਮਾਫੀਆ ਤਾਂ ਹੈ ਹੀ ਹੈ ਜੀ। ਦੋ ਕਾਲਜਸ ਨੇ ਤੁਹਾਡੇ, ਇੱਕ ਬਠਿੰਡਾ ਦੇ ਵਿੱਚ, ਇੱਕ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ। ਦੋਨਾਂ ਦੇ ਪ੍ਰਿੰਸੀਪਲਸ ਅਸੀਂ ਕਿਹਾ ਜੀ ਚੈੱਕ ਕਰਵਾਓ ਕਿ ਇਹ ਜਿਹੜੀਆਂ ਐਲੀਜੀਬਿਲਿਟੀ ਕੰਡੀਸ਼ਨਸ ਨੇ ਫੁੱਲਫਿਲ ਨਹੀਂ ਕਰਦੇ। 3 ਮਹੀਨੇ ਤੋਂ ਉੱਪਰ ਹੋ ਗਿਆ, ਸਾਨੂੰ ਸਾਰੇ ਡਾਕੂਮੈਂਟਸ ਦਿੱਤੇ, ਇੱਕ ਚੀਜ਼ ਉਹਨਾਂ ਦੇ ਕੋਲ ਜਾ ਕੇ ਰੱਖ ਦਿੱਤੀ ਹੈ, ਬਟ ਹਜੇ ਤੱਕ ਉਹਦਾ ਕੋਈ ਨੈਟ ਰਿਜ਼ਲਟ ਨਹੀਂ ਨਿਕਲਿਆ। ਗਾਈਡਲਾਈਨ ਦਾ ਮਿਸਯੂਜ਼ ਹੋਇਆ ਹੋਏਗਾ, ਮਤਲਬ ਤੁਸੀਂ ਕਹਿੰਦੇ ਵੀ ਕਿਹੜਾ ਬਹੁਤ ਜ਼ਰੂਰੀ ਹੈ। ਕਈ ਵਾਰੀ ਹੁੰਦਾ ਕਿ ਚਲੋ ਜੀ ਏਜ ਥੋੜੀ ਬਹੁਤੀ ਇੱਧਰ ਹੋ ਗਈ, ਇਹਨਾਂ ਦੀ ਕੁਆਲੀਫਿਕੇਸ਼ਨ ਠੀਕ ਨਹੀਂ ਹੈ, ਇਹਨਾਂ ਦਾ ਐਕਸਪੀਰੀਅੰਸ ਠੀਕ ਨਹੀਂ ਹੈ। ਇਹਦੇ ਵਿੱਚ ਮੈਡਮ ਇਹ ਹੈ ਕਿ ਪ੍ਰੋਸੀਜਰ ਹੀ ਨਹੀਂ ਫੋਲੋ ਕੀਤਾ ਗਿਆ। ਮਤਲਬ ਤੁਸੀਂ ਐਡਾ ਵੱਡੀ ਗਲਤੀ ਕਰ ਲਈ ਕਿ ਸਟੇਟ ਐਜੂਕੇਸ਼ਨ ਕਾਉਂਸਲ ਬਣਾਣੀ ਸੀਗੀ। ਅੱਛਾ, ਫਿਰ ਤੁਸੀਂ ਕਹਿੰਦੇ ਹੋ ਕਿ ਜੀ ਬਈ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ। ਤੁਸੀਂ ਕਹਿੰਦੇ ਹੋ ਕਿ ਪਾਲਿਸੀਜ਼ ਨਹੀਂ ਬਣਦੀਆਂ। ਸਭ ਤੋਂ ਵੱਡੀ ਪਾਲਿਸੀ ਤਾਂ ਤੁਸੀਂ ਬਣਾਣੀ ਸੀ। ਸੋ ਜੇ ਤੁਸੀਂ ਇਹੀ ਨਹੀਂ ਬਣਾ ਪਾਏ ਤਾਂ ਤੁਸੀਂ ਫਿਰ ਕੀਤਾ ਕੀ ਐਜੂਕੇਸ਼ਨ ਡਿਪਾਰਟਮੈਂਟ? 5 ਸਾਲ ਵਿੱਚ ਕੈਗ ਨੂੰ ਪਤਾ ਨਹੀਂ ਚੱਲਿਆ ਕਿ ਬੈਲੈਂਸ ਸ਼ੀਟ ਹੀ ਨਹੀਂ ਆ ਰਹੀ। ਕੈਗ ਨੇ ਤਾਂ ਇਹ ਹੁਣ ਰਿਪੋਰਟ ਤਾਂ ਹੁਣ ਸਬਮਿਟ ਹੋਈ ਹੈ ਜੀ, 2022 ਦੇ ਵਿੱਚ ਸਬਮਿਟ ਹੋਈ ਹੈ ਤੇ ਹੁਣ ਇਹ ਪਬਲਿਕ ਡੋਮੇਨ 'ਚ ਅਸੀਂ ਲਿਆ ਰਹੇ ਹਾਂ। ਮੈਨੂੰ ਤਾਂ ਸਮਝ ਇਹ ਨਹੀਂ ਆਉਂਦੀ ਕਿ 75% ਸਰਕਾਰ ਨੇ ਦੇਣਾ 100 ਚੋਂ 25% ਸਿਰਫ ਤੁਸੀਂ ਕੋਲੋਂ ਦੇਣਾ, ਤੁਸੀਂ ਉਹ ਵੀ ਦੇ ਕੇ ਰਾਜੀ ਨਹੀਂ। ਇਹਦਾ ਮਤਲਬ ਹੈ ਕਿ ਮੈਨੇਜਮੈਂਟਾਂ ਕੋਲ ਪੈਸੇ ਦੀ ਕਮੀ ਨਹੀਂ, ਉਹਨਾਂ ਦੀਆਂ ਨੀਤਾਂ ਮਾੜੀਆਂ। ਜੇ ਉਹ ਇਹ ਪੈਸਾ ਰੋਕਣਗੇ ਉਹਨਾਂ ਨੂੰ ਫਾਇਦਾ ਕੀ ਹੋਏਗਾ? ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਕਰੋੜਾਂ ਰੁਪਿਆਂ ਦਾ TADA ਸੈਨੇਟਰਸ ਲੈ ਗਏ, ਕਰੋੜਾਂ ਰੁਪਈਆਂ ਦਾ TADA। ਲੇਕਿਨ ਜੇ TADA ਕਰੋੜਾਂ ਦਾ ਲੈ ਗਏ ਤਾਂ ਉਹਨਾਂ ਦੀ ਫੰਕਸ਼ਨਿੰਗ ਕੀ ਹੈ, ਉਹਨਾਂ ਨੇ ਕੰਮ ਕੀ ਕੀਤਾ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ? ਇਸੇ ਕਰਕੇ ਅਨਾਰਕੀ ਹੈ। ਇਸੇ ਕਰਕੇ ਤੁਸੀਂ ਹੈਰਾਨ ਹੋਵੋਗੇ 15 ਸਾਲ ਤੋਂ ਉੱਪਰ ਹੋ ਗਏ ਪੀਰੀਓਡਿਕ ਇਨਸਪੈਕਸ਼ਨਸ ਨਹੀਂ ਜੀ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਦੇ। 2016 ਤੋਂ ਬਾਅਦ ਜਿਹੜੀ ਕਹਿੰਦੀ ਸੈਨੇਟ ਦੀ ਮੀਟਿੰਗ ਇੱਕ ਵੀ ਨਹੀਂ ਹੋਈ ਹੈ। ਇਹ ਕੈਗ ਕਹਿ ਰਹੀ ਹੈ ਤੇ ਤੁਸੀਂ ਇਹਨਾਂ ਦਾ ਜੌਬ ਪ੍ਰੋਫਾਈਲ ਹੈ, ਉਹਨਾਂ ਦਾ ਕੰਮ ਹੈ ਕਰਨਾ। ਯੈਸ, ਕੈਗ ਦੀ ਮੀਟਿੰਗ ਜਿਹੜੀ ਹੈ ਇਹ ਕਨਸਟੀਟਿਊਸ਼ਨ ਦੇ ਵਿੱਚ ਹੈ। ਪਰ ਪੰਜਾਬ ਵਿੱਚ ਯੂਨੀਵਰਸਿਟੀ ਔਰ ਜਿਹੜੀਆਂ ਕਾਲਜ ਆ ਉਹਦਾ ਘੱਟ ਨਹੀਂ ਕੰਪੇਅਰ ਟੂ ਅਦਰ ਸਟੇਟ, ਸਾਡੇ ਕੋਲ ਵਾਧੂ ਨੇ। It was observed that in 14 colleges out of 16 aided unaided selected colleges, salary paid to 241 teachers who were appointed as assistant professor on contractual basis ranged between 5000 and 21000। ਇੱਕ ਕਾਲਜ ਪ੍ਰੋਫੈਸਰ ਨੂੰ ਜਿਹਦੀ ਬੇਸਿਕ ਤਨਖਾਹ 21600 ਹੈ ਤੇ 7th ਪੇ ਸਕੇਲ ਦੇ ਵਿੱਚ ਬੇਸਿਕ ਸੈਲਰੀ 57700 ਹੋ ਗਈ ਹੈ। ਠੀਕ ਹੈ, ਇਹ ਸਰ ਬੇਸਿਕ ਹੈ, ਉੱਧਰ DA ਵੀ ਆਣਾ, ਹਾਊਸ ਰੈਂਟ ਵੀ ਆਣਾ, ਤੇ 1 ਲੱਖ ਸੈਲਰੀ ਜਿਹੜੇ ਟੀਚਰ ਦੀ ਹੈ ਤਾਂ ਉਹਨੂੰ ਤਨਖਾਹ ਦਿੱਤੀ ਜਾ ਰਹੀ 5000 ਤੋਂ ਲੈ ਕੇ 20000 ਦੇਣੀ ਨਾ, ਉਹਦੇ ਲਈ ਬਚਤ ਤੇ ਕਰਨੀ ਪਏਗੀ। ਹਾਂ ਬਿਲਕੁਲ ਠੀਕ ਹੈ, ਤੁਸੀਂ ਠੀਕ ਕਹਿ ਰਹੇ ਹੋ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਟੋਟਲ ਜਿਹੜੀਆਂ ਨੇ ਇਨ PU ਪਟਿਆਲਾ 264 ਕਾਲਜਸ ਵਰ ਐਫੀਲੀਏਟਡ ਫॉर ਵਿਚ 440 ਇਨਸਪੈਕਸ਼ਨਸ ਵਰ ਰਿਕੁਆਇਰਡ। 440 ਇਨਸਪੈਕਸ਼ਨਸ ਹੋਣੀਆਂ ਸੀਗੀਆਂ 50 ਸਾਲਾਂ ਦੇ ਵਿੱਚ। ਹੋਈਆਂ ਕਿੰਨੀਆਂ ਨੇ? Again, it only 62 inspections of 36 colleges were conducted, which resulted in shortfall of 378 inspections। 378 ਇਨਸਪੈਕਸ਼ਨਾਂ ਜਦੋਂ ਕੀਤੀਆਂ ਹੀ ਨਹੀਂ ਗਈਆਂ ਤਾਂ ਕੀ ਤੁਸੀਂ ਰੈਗੂਲੇਟ ਕਰੋਗੇ? ਕਿਹੜੀਆਂ ਰੈਗੂਲੇਟਰੀ ਬਾਡੀਜ਼ ਨੇ? ਤੁਸੀਂ ਆਰਾਂਗੇ ਪੰਜਾਬ ਯੂਨੀਵਰਸਿਟੀ 15 ਸਾਲ ਹੋ ਗਏ ਮੈਡਮ ਪੀਰੀਓਡਿਕ ਇਨਸਪੈਕਸ਼ਨਸ ਨਹੀਂ ਹੋਈਆਂ, ਜਦਕਿ ਪੰਜਾਬ ਯੂਨੀਵਰਸਿਟੀ ਦਾ ਕਨਸਟੀਟਿਊਸ਼ਨ ਕਹਿੰਦਾ ਕਿ ਆਫਟਰ ਐਵਰੀ 4 years you will have to conduct periodic inspections in the colleges। ਇਹਦਾ ਹੱਲ ਮੁਮਕਿਨ ਵੀ ਹੈ? ਇਹਦੇ 'ਚ ਇਹੀ ਹੈ ਜੀ, ਹੁਣ ਜਾਂ ਤਾਂ ਇਹਨਾਂ ਵੱਲ ਦੇਖ ਰਹੇ ਹਾਂ ਜਾਂ ਅਸੀਂ ਫਿਰ ਹੁਣ ਕੋਰਟ ਮੂਵ ਕਰਾਂਗੇ। ਉਹ ਅਸੀਂ ਤਾਂ ਰਿਕਾਰਡ ਆਲਰੇਡੀ ਸਰਕਾਰ ਨੂੰ ਦਿੱਤਾ, ਬਟ ਹੁਣ ਇਸ ਤੋਂ ਵੱਡਾ ਤਾਂ ਰਿਕਾਰਡ ਮੇਰੇ ਹਿਸਾਬ ਨਾਲ ਹੈ ਨਹੀਂ। ਬਿਲਕੁਲ ਨਹੀਂ, ਕੈਗ ਤੋਂ ਵੱਡਾ। ਠੀਕ ਹੈ ਨਾ, ਗਵਰਨਮੈਂਟ ਆਫ ਇੰਡੀਆ ਦਾ ਕਨਸਟੀਟਿਊਸ਼ਨਲ ਬਾਡੀ। ਬਟ ਉਹ ਨਾ ਭੁੱਖ ਨਾਲ ਸ਼ਰਮ ਵੀ ਨਹੀਂ ਆ ਰਹੀ ਹੋਣੀ। ਨਹੀਂ ਆ ਰਹੀ ਜੀ, ਨਹੀਂ ਆ ਰਹੀ। ਹੁਣ ਕੀ ਕਰੀਏ? ਤੁਸੀਂ ਲਾਲਚ ਤੇ ਇੰਨੇ ਮੁਰੀਦ ਹੋ ਗਏ ਹੋ ਕਿ ਤੁਹਾਨੂੰ ਆਪਣਾ ਕੰਮ ਦਾ ਰਿਹਾ ਹੀ ਨਹੀਂ ਪੈਸ਼ਨ। ਐਗਜ਼ੈਕਟਲੀ। ਅੱਜ ਸਾਨੂੰ ਆਪਣੇ ਨੌਜਵਾਨਾਂ ਦੀ ਬੜੀ ਚਿੰਤਾ ਹੈ। ਅਸੀਂ ਚਿੰਤਾ ਵਿੱਚ ਹਾਂ ਕਿ ਉਹ ਨਸ਼ਾ ਕਿਉਂ ਕਰਦੇ ਆ, ਚਿੰਤਾ ਵਿੱਚ ਹਾਂ ਕਿ ਉਹ ਸ਼ਰਾਬ ਕਿਉਂ ਨਹੀਂ ਪੀਂਦੇ, ਅਸੀਂ ਚਿੰਤਾ ਵਿੱਚ ਹਾਂ ਕਿ ਉਹ ਵਿਦੇਸ਼ਾਂ ਵਿੱਚ ਜਾ ਕੇ ਉਹੋ ਜਿਹੇ ਕੰਮ ਕਿਉਂ ਕਰ ਰਹੇ ਨੇ ਜਿਹੜਾ
ਇੱਕ ਅਨਪੜ੍ਹ ਕਰਦਾ ਹੈਗਾ ਜਿਹਦੇ ਕੋਲ ਕੋਈ ਹੋਰ ਜ਼ਰੀਆ ਨਾ ਹੋਏ, ਉਹਦਾ ਇੱਕ ਕਾਰਨ ਅਸੀਂ ਮੰਨਦੇ ਹਾਂ ਕਿ ਇੱਥੇ ਨਸ਼ਾ ਬਹੁਤ ਵਿਕ ਰਿਹਾ ਹੈ, ਪਰ ਦੂਜਾ ਕਾਰਨ ਜਿਹੜਾ ਨਸ਼ਾ ਚੁੱਕਦਾ ਹੈ ਬੱਚਾ, ਉਹਦੇ ਅੰਦਰ ਕੁਝ ਕਮੀ ਹੈ, ਉਹਦੀ ਪਰਵਰਿਸ਼ ਵਿੱਚ ਕੁਝ ਕਮੀ ਹੈ, ਔਰ ਉਸ ਕਮੀ ਦਾ ਇੱਕ ਵੱਡਾ ਹਿੱਸਾ ਸਾਡਾ ਸਿੱਖਿਆ ਦਾ ਸਿਸਟਮ ਹੈਗਾ, ਜਿੱਥੇ ਅਸੀਂ ਬਹੁਤ ਕਮਜ਼ੋਰ ਹੋ ਗਏ ਹਾਂ। ਉਸ 'ਤੇ ਨਜ਼ਰ ਪਾਉਣ ਲਈ ਮੇਰੇ ਨਾਲ ਅੱਜ ਪ੍ਰੋਫੈਸਰ ਤਰੁਣ ਕਾਈ ਜੁੜੇ ਨੇ। ਸਰ, ਸਾਡੇ ਜੁੜਨ ਲਈ ਬਹੁਤ ਬਹੁਤ ਧੰਨਵਾਦ। ਰੋਜ਼ਾਨਾ ਸਪੋਕਸਮੈਨ ਦੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਸਰ, ਜਿਵੇਂ ਮੈਂ ਕਿਹਾ ਕਿ ਇੱਕ ਜਿਹੜਾ ਬੱਚਾ ਨਸ਼ਾ ਚੁੱਕਦਾ ਹੈ ਜਾਂ ਇੱਕ ਜਿਹੜਾ ਬੱਚਾ ਡੋਂਕੀ ਲੈ ਕੇ ਕੈਨੇਡਾ ਜਾ ਕੇ ਸੜਕਾਂ ਸਾਫ਼ ਕਰਦਾ ਹੈਗਾ, ਮੈਂ ਮਜ਼ਦੂਰੀ ਤੇ ਉਹ ਨਹੀਂ ਚੁੱਕ ਰਹੀ, ਪਰ ਜਿਹੜਾ ਇੱਕ ਪੜ੍ਹ ਜਾਏ, ਇੰਜੀਨੀਅਰਿੰਗ ਵੀ ਕਰ ਜਾਏ, ਪਰ ਉਹ ਫਿਰ ਵੀ ਉਸ ਇੰਜੀਨੀਅਰਿੰਗ ਡਿਗਰੀ ਤੇ ਕੁਝ ਨਹੀਂ ਲੈਂਦਾ, ਬਟ ਫਿਰ ਜਾ ਕੇ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਜਾਂਦਾ ਹੈ। ਉਸ ਦਾ ਵੱਡਾ ਕਾਰਨ ਹੈ ਤੁਹਾਡੀ ਕੈਗ ਦੀ ਰਿਪੋਰਟ ਹੈਗੀ, ਸਾਫ਼ ਕਰਦੀ ਕਿ ਨਹੀਂ ਕਰਦੀ? ਮੈਡਮ, ਬਿਲਕੁਲ ਠੀਕ ਕਿਹਾ ਤੁਸੀਂ। ਰੀਸੈਂਟਲੀ ਜਿਹੜਾ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਉਹਦੀ ਇੱਕ ਰਿਪੋਰਟ ਆਈ ਹੈ, ਪਰਫਾਰਮੈਂਸ ਆਡਿਟ ਔਨ ਆਊਟਕਮਸ ਆਫ ਹਾਇਰ ਐਜੂਕੇਸ਼ਨ ਇਨ ਪੰਜਾਬ। ਜਿਹੜੀ ਤੁਸੀਂ ਨਸ਼ੇ ਦੀ ਗੱਲ ਕਹੀ ਹੈ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਟੂਡੈਂਟਸ ਜਿਹੜੇ ਆ ਉਹਨਾਂ 'ਚੋਂ ਕੈਲੀਬਰ ਹੈ ਕਿ ਉਹ ਬਾਹਰ ਜਾ ਕੇ ਜੋ ਕੁਝ ਕਰ ਰਹੇ ਆ ਉਹ ਵਾਜਿਬ ਹੈ, ਤਾਂ ਉਹ ਕੈਗ ਨੇ ਕਲੀਅਰ ਕੀਤਾ ਹੈ ਕਿ ਪੰਜਾਬ ਦਾ ਜਿਹੜਾ ਹਾਇਰ ਐਜੂਕੇਸ਼ਨ ਸਿਸਟਮ ਹੈਗਾ ਉਹਦੇ ਵਿੱਚ ਮੈਂ ਵਰਡ ਯੂਜ਼ ਕਰੂੰਗਾ ਲਾਅਲੈਸਨੈਸ ਹੈ। ਲਾਅਲੈਸਨੈਸ ਇਸ ਕਰਕੇ ਹੈ, ਮੈਂ 2-3 ਡਾਟਾ ਇਹਦੇ ਤੇ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰੂੰਗਾ। ਸਭ ਤੋਂ ਪਹਿਲਾਂ ਕੈਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਨਾਨ ਫੰਕਸ਼ਨਲ ਸਟੇਟ ਹਾਇਰ ਐਜੂਕੇਸ਼ਨ ਕਾਉਂਸਲ, ਰੂਸਾ ਦੀਆਂ ਜਿਹੜੀਆਂ ਗਾਈਡਲਾਈਨਸ ਨੇ, ਰਾਸ਼ਟਰ ਉੱਚਤਰ ਸਿੱਖਿਆ ਅਭਿਆਨ 2013 ਦੀਆਂ ਇਹਦੀਆਂ ਗਾਈਡਲਾਈਨਸ ਨੇ, ਉਹ ਇਹ ਕਹਿੰਦੀਆਂ ਨੇ ਕਿ ਜੀ ਇੱਕ ਸਟੇਟ ਲੈਵਲ ਜਿਹੜੀ ਹਾਇਰ ਐਜੂਕੇਸ਼ਨ ਕਾਉਂਸਲ ਆ ਉਹ ਬਣੇਗੀ। 2013 'ਚ ਬਣ ਗਈ। ਤੈਅ ਹੋਇਆ ਸੀ ਕਿ 2 ਸਾਲ ਦੇ ਅੰਦਰ ਅੰਦਰ ਉਹ ਇੱਕ ਸਟੈਚੂਟਰੀ ਅਥਾਰਟੀ ਬਣੇਗੀ ਔਰ ਵਿਧਾਨ ਸਭਾ ਵੱਲੋਂ। ਕੈਗ ਦੀ ਰਿਪੋਰਟ ਦੱਸਦੀ ਹੈ ਕਿ 2018 ਤੱਕ ਇਹਨੂੰ ਸਟੈਚੂਟਰੀ ਅਥਾਰਟੀ ਨਹੀਂ ਬਣਾਇਆ ਗਿਆ, ਔਰ ਇਹਦੇ ਜਿਹੜੇ 15 ਨਾਨ ਆਫੀਸ਼ੀਅਲ ਮੈਂਬਰਸ ਬਣਾਣੇ ਸੀ ਉਹ ਵੀ 2018 'ਚ ਬਣਾਏ ਗਏ ਆ। ਔਰ ਇਸ ਤੋਂ ਵੀ ਵੱਧ ਕਿ ਇਹਦੀ ਜਿਹੜੀ ਮੀਟਿੰਗਸ ਹੈ ਟਿਲ ਡੇਟ 2021 ਤੱਕ ਦੀ ਉਹਨੇ ਗੱਲ ਕੀਤੀ ਹੈ, ਇੱਕ ਵੀ ਮੀਟਿੰਗ ਨਹੀਂ ਹੋਈ। ਸੋ ਕੋਈ ਜਾਂਚ ਨਹੀਂ ਕੀਤੀ ਗਈ, ਬਸ ਇੱਕ ਜਿਵੇਂ ਤੁਸੀਂ ਕਹਿੰਦੇ ਹੋ ਲਾਅਲੈਸਨੈਸ ਕਿ ਜਿੰਨੇ ਜੋ ਕਰਨਾ ਕਰੇ। ਇਹ ਕਿਹਦੀ ਡਿਊਟੀ ਸੀ ਜੀ? ਇਟ ਵਾਸ ਦ ਡਿਊਟੀ ਆਫ ਦ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਆਫ ਪੰਜਾਬ। ਡੀਐਚਈ ਦੀ ਹੈ, ਡਾਇਰੈਕਟਰ ਪਬਲਿਕ ਇੰਸਟਰਕਸ਼ਨਸ ਜਿਹੜੇ ਆ ਡੀਪੀਆਈ ਕਾਲਜਸ ਪੰਜਾਬ ਜਿਹਨੂੰ ਅੱਜ ਕੱਲ੍ਹ ਅਸੀਂ ਡੀਐਚਈ ਕਹਿੰਦੇ ਆ, ਉਹਨਾਂ ਦੀ ਡਿਊਟੀ ਸੀਗੀ। ਔਰ ਉਹ ਐਡਮਿਟ ਕਰਦੇ ਨੇ, ਮੈਂ ਇੱਥੇ ਕਹੂੰਗਾ ਦ ਡਿਪਾਰਟਮੈਂਟ ਐਡਮਿਟਡ ਦ ਫੈਕਟਸ ਆਫ ਡਿਲੇ ਇਨ ਕੰਸਟੀਟਿਊਸ਼ਨ ਐਂਡ ਨਾਨ ਫੰਕਸ਼ਨਿੰਗ ਆਫ SHEC and assured the process was underway and SHEC would be made functional। ਮਤਲਬ ਤੁਸੀਂ ਐਡਾ ਵੱਡੀ ਗਲਤੀ ਕਰ ਲਈ ਕਿ ਸਟੇਟ ਐਜੂਕੇਸ਼ਨ ਕਾਉਂਸਲ ਬਣਾਉਣੀ ਸੀਗੀ। ਅੱਛਾ, ਫਿਰ ਤੁਸੀਂ ਕਹਿੰਦੇ ਹੋ ਕਿ ਜੀ ਬਈ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ, ਤੁਸੀਂ ਕਹਿੰਦੇ ਹੋ ਕਿ ਪਾਲਿਸੀਜ਼ ਨਹੀਂ ਬਣਦੀਆਂ। ਸਭ ਤੋਂ ਵੱਡੀ ਪਾਲਿਸੀ ਤਾਂ ਤੁਸੀਂ ਬਣਾਉਣੀ ਸੀਗੀ। ਸੋ ਜੇ ਤੁਸੀਂ ਇਹੀ ਨਹੀਂ ਬਣਾ ਪਾਏ ਤਾਂ ਤੁਸੀਂ ਫਿਰ ਕੀਤਾ ਕੀ ਐਜੂਕੇਸ਼ਨ ਡਿਪਾਰਟਮੈਂਟ ਨੇ? ਇਸ ਤੋਂ ਵੀ ਵੱਧ ਮੈਂ ਇੱਕ ਹੋਰ ਡਾਟਾ ਤੁਹਾਡੇ ਨਾਲ ਸਾਂਝਾ ਕਰੂੰਗਾ। ਰੈਗੂਲੇਟਰੀ ਬਾਡੀਜ਼, ਦੇਖੋ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੇ ਐਫੀਲੀਏਟਡ ਕਾਲਜਸ ਨੇ ਉਹ ਇੱਕ ਰੈਗੂਲੇਟਰੀ ਬਾਡੀਜ਼ ਦੇ ਨਾਲ ਜੁੜੇ ਹੋਏ ਨੇ, ਚਾਹੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਚਾਹੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਚਾਹੇ ਉਹ ਰਾਜੀਵ ਗਾਂਧੀ ਜਿਹੜੀ ਨੈਸ਼ਨਲ ਲਾਅ ਯੂਨੀਵਰਸਿਟੀ ਹੈ। ਹੁਣ ਇਹਦੇ ਵਿੱਚ ਉਹਨੇ ਪੰਜਾਬ ਦੀਆਂ ਯੂਨੀਵਰਸਿਟੀਜ਼ ਦੀ ਕੈਗ ਨੇ ਗੱਲ ਕੀਤੀ ਹੈ। ਇਹਨਾਂ ਦੀ ਜਿਹੜੀਆਂ ਗਵਰਨਿੰਗ ਬਾਡੀਜ਼ ਨੇ, ਸੈਨੇਟ ਹੈ, ਸਿੰਡੀਕੇਟ ਹੈ, ਇਹਨਾਂ ਦੇ ਥਰੂ ਇਹ ਸਾਰੀਆਂ ਪਾਲਿਸੀ ਮੇਕਿੰਗ ਦਾ ਕੰਮ ਹੋਣਾ। ਤੁਸੀਂ ਹੈਰਾਨ ਹੋਵੋਗੇ, ਕੈਗ ਕਹਿ ਰਿਹਾ ਹੈ in PU Patiala against the norms of at least one meeting of Senate in a year, no meeting was convened after June 2016। 2016 ਤੋਂ ਬਾਅਦ ਜਿਹੜੀ ਕਹਿੰਦੀ ਸੀ ਸੈਨੇਟ ਦੀ ਮੀਟਿੰਗ ਇੱਕ ਵੀ ਨਹੀਂ ਹੋਈ ਹੈ, ਇਹ ਕੈਗ ਕਹਿ ਰਹੀ ਹੈ। ਤੇ ਤੁਸੀਂ ਇਹਨਾਂ ਦਾ ਜੌਬ ਪ੍ਰੋਫਾਈਲ ਹੈ, ਉਹਨਾਂ ਦਾ ਕੰਮ ਹੈ ਕਰਨਾ। ਯੈਸ, ਕੈਗ ਦੀ ਮੀਟਿੰਗ ਜਿਹੜੀ ਹੈ ਇਹ ਕਨਸਟੀਟਿਊਸ਼ਨ ਦੇ ਵਿੱਚ ਹੈ। ਇਹ ਇਹਨਾਂ ਦਾ ਜਿਹੜਾ ਕੈਲੰਡਰ ਹੈ, ਕੈਲੰਡਰ ਇਜ਼ ਦ ਕਨਸਟੀਟਿਊਸ਼ਨ ਆਫ ਦ ਯੂਨੀਵਰਸਿਟੀ, ਉਹਦੇ ਵਿੱਚ ਹੈ ਕਿ ਤੁਸੀਂ ਇਹਨਾਂ ਦੀਆਂ ਜਿਹੜੀਆਂ ਮੀਟਿੰਗਸ ਆ ਰੈਗੂਲਰ ਇੰਟਰਵਲ ਤੇ ਹੋਣੀਆਂ ਚਾਹੀਦੀਆਂ ਨੇ। ਕਾਰਨ ਦੱਸਿਆ ਕਿਉਂ ਇਹਨਾਂ ਨੇ ਕਿਉਂ ਨਹੀਂ ਕੀਤਾ ਹੈ? ਨਹੀਂ, ਇਹਨਾਂ ਦਾ ਕੋਈ ਕਾਰਨ ਨਹੀਂ। ਜਦੋਂ ਕੈਗ ਨੇ ਪੁੱਛਿਆ ਉਹ ਕਹਿੰਦੇ ਜੀ ਨਹੀਂ, ਇਹ ਕਹਿਤਾ ਵੀ ਅਸੀਂ ਇਹਨੂੰ ਹੁਣ ਅੱਗੇ ਤੋਂ ਕੰਟੀਨਿਊ ਕਰਾਂਗੇ, ਅਸੀਂ ਕਰਵਾਵਾਂਗੇ ਮੀਟਿੰਗਸ ਇਹਦੀਆਂ। ਸੋ ਮਤਲਬ ਜੇ ਤੁਸੀਂ ਗਵਰਨਿੰਗ ਬੋਡੀ ਮੀਟਿੰਗ ਵਿੱਚ ਫਾਇਦਾ ਕੀ ਆਣਾ ਸੀ ਕਿ ਸਿਰਫ ਚਾਹ ਪੀ ਕੇ ਚਲੇ ਜਾਣਾ ਸੀ? ਨਹੀਂ, ਚਾਹ ਪੀ ਕੇ ਵੀ ਚਲੋ ਚਲੇ ਜਾਂਦੇ, ਲੇਕਿਨ ਪ੍ਰੋਸੀਡਿੰਗਸ ਤਾਂ ਆਣੀਆਂ ਸੀ ਬਾਹਰ, ਲੋਕਾਂ ਨੂੰ ਪਤਾ ਲੱਗਦਾ ਕਿ ਸੈਨੇਟ ਕੀ ਕਰ ਰਹੀ ਹੈ। ਠੀਕ ਹੈ ਨਾ, ਜਿਹੜੇ ਹੁਣ ਪਾਲਿਸੀ ਮੇਕਿੰਗ ਦੇ ਕੰਮ ਨੇ। ਫॉर ਐਗਜ਼ਾਮਪਲ ਰੀਸੈਂਟਲੀ ਸਾਡੇ ਕੋਲ ਇੱਕ ਕੇਸ ਆਇਆ ਕਿ ਜਿਹੜੇ ਇਨਐਲੀਜੀਬਲ ਪ੍ਰਿੰਸੀਪਲਸ ਔਰ ਇਨਐਲੀਜੀਬਲ ਐਸੋਸੀਏਟ ਪ੍ਰੋਫੈਸਰਸ ਨੇ, ਅਸੀਂ ਡਾਕਟਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ VC ਉਹਨਾਂ ਨੂੰ ਮਿਲੇ ਜਾ ਕੇ। ਅਸੀਂ ਕਿਹਾ ਜੀ 2 ਕਾਲਜਸ ਨੇ ਤੁਹਾਡੇ, ਇੱਕ ਬਠਿੰਡਾ ਦੇ ਵਿੱਚ, ਇੱਕ ਅਕਾਲ ਡਿਗਰੀ ਕਾਲਜ ਮਸਤਵਾਣਾ ਸਾਹਿਬ, ਦੋਨਾਂ ਦੇ ਪ੍ਰਿੰਸੀਪਲਸ ਅਸੀਂ ਕਿਹਾ ਜੀ ਚੈੱਕ ਕਰਵਾਓ ਕਿ ਇਹ ਜਿਹੜੀਆਂ ਐਲੀਜੀਬਿਲਿਟੀ ਕੰਡੀਸ਼ਨਸ ਨੇ ਫੁੱਲਫਿਲ ਨਹੀਂ ਕਰਦੇ। ਠੀਕ ਹੈ, ਕਾਈਂਡਲੀ ਇਹਨਾਂ ਨੂੰ ਦੇਖਿਆ ਜਾਵੇ। 3 ਮਹੀਨੇ ਤੋਂ ਉੱਪਰ ਹੋ ਗਿਆ, ਸਾਨੂੰ ਸਾਰੇ ਡਾਕੂਮੈਂਟਸ ਦਿੱਤੇ, ਇੱਕ ਚੀਜ਼ ਉਹਨਾਂ ਦੇ ਕੋਲ ਜਾ ਕੇ ਰੱਖ ਦਿੱਤੀ ਹੈ,
ਬਟ ਹਜੇ ਤੱਕ ਉਹਦਾ ਕੋਈ ਨੈਟ ਰਿਜ਼ਲਟ ਨਹੀਂ ਨਿਕਲਿਆ। ਅਖਬਾਰਾਂ ਨੇ, ਪ੍ਰਿੰਟ ਮੀਡੀਆ ਨੇ ਉਹਨੂੰ ਕਵਰ ਕਰ ਲਿਆ, ਲੇਕਿਨ ਕੋਈ ਹੈ ਉਹਨਾਂ ਦੇ ਉੱਪਰ ਅਸਰ ਕਿ ਪੰਜਾਬੀ ਯੂਨੀਵਰਸਿਟੀ ਦੇ ਡੀਸੀ ਔਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਹਦੇ ਤੇ ਕੋਈ ਇੱਕ ਵਾਰੀ ਕਹਿ ਦੇਣ ਕਿ ਹਾਂਜੀ ਇਹ ਦੋਨੋਂ ਪ੍ਰਿੰਸੀਪਲ ਜਿਹੜੇ ਆ ਇਹ ਤੁਸੀਂ ਠੀਕ ਲਾਏ ਹੋਏ ਨੇ। ਸੋ ਜੇ ਤੁਸੀਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਪ੍ਰਿੰਸੀਪਲ ਠੀਕ ਨਹੀਂ ਨੇ, ਮਤਲਬ ਜਿਹੜੀ ਰੈਗੂਲੇਸ਼ਨ ਉਹਦੇ ਮੁਤਾਬਿਕ ਨਹੀਂ ਹੋਏਗਾ ਤਾਂ ਫਿਰ ਉਹਦਾ ਅਸਰ ਤਾਂ ਪਏਗਾ ਹੀ ਪਏਗਾ। ਐਗਜ਼ੈਕਟਲੀ ਮੈਡਮ, ਔਰ ਇਹ ਇੱਕ ਨਹੀਂ ਹੈ, ਇਹ ਪੰਜਾਬ ਯੂਨੀਵਰਸਿਟੀ 'ਚ ਇਹੀ ਹਾਲ ਹੈ। ਪੰਜਾਬ ਯੂਨੀਵਰਸਿਟੀ ਨੇ ਪੰਜਾਬ ਗਵਰਨਮੈਂਟ ਨੇ ਮੇਰੀ ਕੰਪਲੇਂਟ ਦੇ ਉੱਪਰ ਐਟ ਦੈਟ ਟਾਈਮ ਮੀਤ ਹੇਅਰ ਵਾਸ ਦਾ ਐਜੂਕੇਸ਼ਨ ਮਿਨਿਸਟਰ ਆਫ ਪੰਜਾਬ, ਉਹਨਾਂ ਨੇ ਇੱਕ ਕਮੇਟੀ ਬਣਾਈ। ਤੁਸੀਂ ਹੈਰਾਨ ਹੋਵੋਗੇ ਕਿ ਉਸ ਕਮੇਟੀ ਨੂੰ ਕਿਹਾ ਗਿਆ ਵੀ 15 ਦਿਨ 'ਚ ਆਪਣੀ ਰਿਪੋਰਟ ਦਿਓ। ਅੱਜ 9.5 ਮਹੀਨੇ ਹੋ ਗਏ, ਰਿਪੋਰਟ ਬਾਹਰ ਨਹੀਂ ਆ ਰਹੀ। ਔਰ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਬਿਊਰੋਕ੍ਰੇਸੀ ਤੋਂ ਸਾਨੂੰ ਪਤਾ ਲੱਗਿਆ ਕਿ ਮੀਤ ਹੇਅਰ ਉਹਨੇ ਜਦੋਂ ਉਹਨਾਂ ਦਾ ਮਹਿਕਮਾ ਬਦਲਿਆ ਤਾਂ ਉਹ ਜਾਣ ਤੋਂ ਪਹਿਲਾਂ ਉਸ ਦਫ਼ਤਰ 'ਚ ਜਾਂਦੇ ਆ, ਉਹ ਇੱਕ ਆਰਡਰ ਪਾਸ ਕਰਕੇ ਜਾਂਦੇ ਆ ਵੀ ਇਹ ਸਾਰੇ ਪ੍ਰਿੰਸੀਪਲਸ ਜਿਨ੍ਹਾਂ ਦੇ ਨਾਮ ਹੈ ਇਹਨਾਂ ਨੂੰ ਫॉर द ਟਾਈਮ ਬੀਇੰਗ ਅਹੁਦੇ ਤੋਂ ਉਤਾਰ ਦਿੱਤਾ ਜਾਵੇ। ਇਹ ਕਿੰਨੀ ਪੁਖਤਾ ਸਾਡੇ ਕੋਲ ਗੱਲ ਹੈ। ਮੈਂ ਹਜੇ ਤੱਕ ਅਸੀਂ ਇਹਦੇ ਤੇ ਹੁਣ ਇੱਕ ਆਰਟੀਆਈ ਪਾਈ ਹੈ ਸੈਕਟਰੀਏਟ ਨੂੰ, ਪ੍ਰਿੰਸੀਪਲ ਸੈਕਟਰੀ ਹਾਇਰ ਐਜੂਕੇਸ਼ਨ ਨੂੰ, ਵੀ ਸਾਨੂੰ ਕਾਈਂਡਲੀ ਕੰਪਲੀਟ ਜਿਹੜੀ ਕੋਰਸਪੋਂਡੈਂਸ ਹੈ ਸਾਨੂੰ ਉਹਦੇ ਆਰਡਰਸ ਦੀ ਕਾਪੀ ਭੇਜੀ ਜਾਵੇ। ਮਤਲਬ ਜੇ ਉਹ ਆਰਡਰ ਦੀ ਕਾਪੀ ਕਿੰਨੇ ਪ੍ਰਿੰਸੀਪਲ ਬੰਦੇ ਜਿਹੜੇ ਤੁਸੀਂ ਜਿਸ ਆਰਡਰ ਚਾਹੁੰਦੇ ਨੇ? ਇਹ ਇਸ ਤਰ੍ਹਾਂ ਜੀ, ਅਸੀਂ ਹਜੇ ਤੱਕ ਤਾਂ ਜਿਹੜਾ ਗਵਰਨਮੈਂਟ ਨੇ ਫਸਟ ਫੇਜ਼ ਦੇ ਵਿੱਚ 8 ਪ੍ਰਿੰਸੀਪਲਸ ਲਏ ਨੇ, ਲੇਕਿਨ ਜੋ ਸਾਡੇ ਕੋਲ ਰਿਕਾਰਡ ਹੈ ਉਹ ਅਸੀਂ ਕਹਿੰਦੇ ਆ ਕਿ UGC ਗਾਈਡਲਾਈਨਸ 2010 ਜਿਹਨੂੰ ਕਿ 30/7/2013 ਨੂੰ ਪੰਜਾਬ ਸਰਕਾਰ ਨੇ ਅਡਾਪਟ ਕੀਤਾ, ਨੋਟੀਫਿਕੇਸ਼ਨ ਦੀ ਕਾਪੀ ਆਂਦੀ ਹੈ। ਉਸ ਤੋਂ ਬਾਅਦ ਜਿੰਨੇ ਵੀ ਪ੍ਰਿੰਸੀਪਲਸ ਔਰ ਐਸੋਸੀਏਟ ਪ੍ਰੋਫੈਸਰਸ ਬਣੇ ਆ ਉਹ ਕੀ ਉਹਨਾਂ ਗਾਈਡਲਾਈਨਸ ਦੇ ਮੁਤਾਬਕ ਹੈ, ਕੀ ਉਹ ਯੂਨੀਵਰਸਿਟੀਜ਼ ਦੇ ਸਿਲੈਕਸ਼ਨ ਪੈਨਲਸ ਦੇ ਥਰੂ ਆਏ? ਕਿਹੋ ਜਿਹੀ ਗਾਈਡਲਾਈਨ ਦਾ ਮਿਸਯੂਜ਼ ਹੋਇਆ ਹੋਏਗਾ? ਮਤਲਬ ਤੁਸੀਂ ਕਹਿੰਦੇ ਵੀ ਕਿਹੜਾ ਬਹੁਤ ਜ਼ਰੂਰੀ ਹੈ। ਕਈ ਵਾਰੀ ਹੁੰਦਾ ਕਿ ਚਲੋ ਜੀ ਏਜ ਥੋੜੀ ਬਹੁਤੀ ਇੱਧਰ ਹੋ ਗਈ, ਇਹਨਾਂ ਦੀ ਕੁਆਲੀਫਿਕੇਸ਼ਨ ਠੀਕ ਨਹੀਂ ਹੈ, ਇਹਨਾਂ ਦਾ ਐਕਸਪੀਰੀਅੰਸ ਠੀਕ ਨਹੀਂ ਹੈ। ਇਹਦੇ ਵਿੱਚ ਮੈਡਮ ਇਹ ਹੈ ਕਿ ਪ੍ਰੋਸੀਜਰ ਹੀ ਨਹੀਂ ਫੋਲੋ ਕੀਤਾ ਗਿਆ। ਪ੍ਰੋਸੀਜਰ ਇਹ ਕਹਿੰਦਾ ਕਿ ਇੱਕ ਪ੍ਰਿੰਸੀਪਲ ਬਣਨ ਦੇ ਲਈ ਯੂ ਮਸਟ ਬੀ ਐਨ ਐਸੋਸੀਏਟ ਪ੍ਰੋਫੈਸਰ, ਔਰ ਐਸੋਸੀਏਟ ਪ੍ਰੋਫੈਸਰ ਜਿਹੜਾ ਹੈ ਉਹ ਯੂਨੀਵਰਸਿਟੀ ਦੇ ਸਿਲੈਕਸ਼ਨ ਪੈਨਲ ਦੇ ਥਰੂ ਆਉਣਾ ਚਾਹੀਦਾ। ਉਹਦੇ ਵਿੱਚ 2 ਸਬਜੈਕਟ ਐਕਸਪਰਟ ਹੋਣਗੇ, VC ਨੋਮੀਨੀ ਹੋਏਗਾ। ਸੋ ਕੋਈ ਵੀ ਸਬਜੈਕਟ ਐਕਸਪਰਟ ਆਇਆ ਹੀ ਨਹੀਂ, ਕੁਝ ਵੀ ਨਹੀਂ ਬੁਲਾਇਆ ਗਿਆ, ਔਰ ਜਿਹਨੂੰ ਮਰਜ਼ੀ ਲਗਾ ਦਿੱਤਾ। ਜਦੋਂ ਇਹਦੇ ਨਾਲ ਮਤਲਬ ਇਹ ਆਉਂਦਾ ਕਿ ਵੀ ਹਾਂ ਇਹਦੇ ਵਿੱਚ ਕੋਈ ਪੱਖਪਾਤ ਕੀਤਾ ਗਿਆ ਹੋਵੇਗਾ। ਐਗਜ਼ੈਕਟਲੀ ਕੀਤਾ ਗਿਆ ਹੋਵੇ ਜੀ, ਡੈਫੀਨੇਟਲੀ। ਅਸੀਂ ਤਾਂ ਕਹਿੰਦੇ ਇਹਦੀ ਇਨਵੈਸਟੀਗੇਸ਼ਨ ਹੋਵੇ, ਤੁਸੀਂ ਬਣਾ ਕਿਸ ਤਰ੍ਹਾਂ ਗਿਆ। ਔਰ ਇਸੇ ਬੇਸਿਸ ਤੇ ਜਿਹੜੀ ਹੁਣ ਰੀਸੈਂਟਲੀ ਜਸਟਿਸ ਮਹਾਬੀਰ ਸਿੰਘ ਦੀ 1158 ਵਾਲੇ ਕੇਸ 'ਚ ਜਜਮੈਂਟ ਹੈ, ਠੀਕ ਹੈ, ਉਹਦੇ 'ਚ ਉਹਨਾਂ ਨੇ ਕੀ ਕਿਹਾ? ਪ੍ਰੋਸੀਜਰ ਨਹੀਂ ਫੋਲੋ ਕੀਤਾ। ਪ੍ਰੋਸੀਜਰ ਕੀ ਨਹੀਂ ਫੋਲੋ ਕੀਤਾ? ਕਿ ਜੋ UGC ਗਾਈਡਲਾਈਨਸ 2010 ਕਹਿੰਦੀਆਂ ਉਹਦੇ ਅਕੋਰਡਿੰਗਲੀ ਹੀ ਤੁਹਾਨੂੰ ਚੱਲਣਾ ਪਏਗਾ। ਔਰ ਰੀਸੈਂਟਲੀ ਲੁਧਿਆਣੇ ਦਾ ਇੱਕ ਵੱਡਾ ਕਾਲਜ ਹੈ, ਤੁਸੀਂ ਹੈਰਾਨ ਹੋਵੋਗੇ ਹਲੇ ਕਿ ਇਹ ਇਨਕੁਆਇਰੀ ਚੱਲ ਰਹੀ ਹੈ, ਮੈਨੇਜਮੈਂਟਾਂ ਨੂੰ ਕੋਈ ਡਰ ਤੱਕ ਨਹੀਂ ਹੈ, ਕਾਲਜ ਪ੍ਰਿੰਸੀਪਲਸ ਨੂੰ ਕੋਈ ਡਰ ਨਹੀਂ ਹੈ। ਮੈਂ ਰੀਸੈਂਟਲੀ 10 ਦਿਨ ਪਹਿਲਾਂ ਵਾਈਸ ਚਾਂਸਲਰ ਡਾਕਟਰ ਰੇਨੂ ਵਿਚ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ VC ਬਣੇ ਆ, ਮੈਂ ਉਹਨਾਂ ਨੂੰ ਇੱਕ ਲੈਟਰ ਲਿਖਦਾ। ਮੈਂ ਕਿਹਾ ਜੀ ਇੱਕ ਕਾਲਜ ਦਾ ਪ੍ਰੋਸਪੈਕਟਸ ਮੈਂ ਤੁਹਾਨੂੰ ਭੇਜ ਰਿਹਾ, ਕਾਈਂਡਲੀ ਮੈਂ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ। ਇੱਕ ਕਾਲਜ ਦਾ ਪ੍ਰੋਸਪੈਕਟਸ ਆਂਦਾ ਹੈ, ਪ੍ਰੋਸਪੈਕਟਸ ਦੇ ਵਿੱਚ ਇੱਕ ਟੀਚਰ ਨੂੰ ਇੱਕ ਡਿਪਾਰਟਮੈਂਟ ਦੇ ਨਾਲ ਦੂਜੇ ਡਿਪਾਰਟਮੈਂਟ 'ਚ ਵੀ ਸ਼ੋਅ ਕਰ ਦਿੱਤਾ ਜਾਂਦਾ। ਮਤਲਬ ਉਹ ਕਾਮਰਸ ਪੜ੍ਹਾਉਂਦਾ ਹੈ, ਨਾਲ ਉਹਨੂੰ ਇੰਚਾਰਜ ਬਣਾਤਾ ਕੰਪਿਊਟਰ ਸਾਇੰਸ ਡਿਪਾਰਟਮੈਂਟ ਦਾ। ਇਜ਼ ਇਟ ਪੋਸੀਬਲ? ਕੰਪਿਊਟਰ ਸਾਇੰਸ ਡਿਪਾਰਟਮੈਂਟ ਤੁਹਾਡੇ ਕੋਲ ਜਦੋਂ ਉਹਦੀ ਕੁਆਲੀਫਿਕੇਸ਼ਨ ਹੀ ਹੈ ਨਹੀਂ, ਪੈਸਿਆਂ ਦੀ ਘਾਟ ਨਹੀਂ ਜੀ, ਪੈਸੇ ਸਾਰੇ ਹੈਗੇ ਨੇ। ਤੁਸੀਂ BCA ਖੋਲੀ ਹੋਈ ਹੈ ਕਾਲਜ ਦੇ ਵਿੱਚ, 2 ਤੁਹਾਡੇ ਕੋਲ ਯੂਨਿਟਸ ਨੇ, 50,000 ਤੋਂ ਉੱਤੇ ਤੁਸੀਂ ਫੀਸ ਲੈ ਰਹੇ ਹੋ, ਔਰ ਹੈਰਾਨੀ ਹੋਏਗੀ ਨਾਟ ਈਵਨ ਅ ਸਿੰਗਲ ਪਰਮਾਨੈਂਟ ਟੀਚਰ ਇਜ਼ देयर इन द कॉलेज। सो लालच ज़्यादा है। Yes, you are right. So this is एक बड़ा ਵੱਡਾ ਮੁੱਦਾ ਹੈ ਕਿ ਸਾਡੇ ਦੇਸ਼ ਵਿੱਚ ਅਸੀਂ ਸਿੱਖਿਆ ਨੂੰ ਇੱਕ ਵਪਾਰ ਬਣਾ ਦਿੱਤਾ ਹੈ। ਬਿਲਕੁਲ ਠੀਕ ਹੈ ਜੀ। ਸੋ ਉਹਦੇ ਵਿੱਚੋਂ ਵਪਾਰ ਇਹ ਕਹਿੰਦਾ ਹੈਗਾ ਕਿ ਵੀ ਅਸੀਂ ਕਿੱਥੋਂ ਬਚਤ ਕਰ ਲਈਏ ਜੀ, ਕਿ ਇਸ ਨੂੰ ਅਸੀਂ ਕਹਿੰਦੇ ਆ ਤੂੰ ਇਸ ਕਮਰਾ ਸਫਾਈ ਕਰ ਰਿਹਾ, ਇਹ ਵੀ ਕਰ ਲੈ। ਲਿਟਰਲੀ ਤੁਸੀਂ ਉਦਾਂ ਹੀ ਕਹਿ ਰਹੇ ਹੋ ਨਾ ਕਿ ਵੀ ਉਹ ਫਿਰ ਉਹ ਸਫਾਈ ਠੀਕ ਤਰ੍ਹਾਂ ਨਹੀਂ ਹੋਈ। ਇੱਥੇ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਲ ਰਹੇ ਆ। ਮੈਂ ਮੈਡਮ ਇੱਕ ਨਾ ਇੱਥੇ ਕੈਗ ਦੀ ਰਿਪੋਰਟ 'ਚ ਬੜਾ ਇੰਪੋਰਟੈਂਟ ਇੱਕ ਉਹਨਾਂ ਨੇ ਗੱਲ ਕਹੀ ਹੈ, ਉਹ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰੂੰਗਾ। improper maintenance of annual accounts। ਤੁਸੀਂ ਕਾਲਜਸ ਦੀ ਗੱਲ ਕੀਤੀ ਹੈ, ਇੱਥੇ ਤੁਹਾਨੂੰ ਯੂਨੀਵਰਸਿਟੀਜ਼ ਬਾਰੇ ਕਹਿ ਦਿੱਤਾ। ਉਹ ਕਹਿ ਰਿਹਾ ਹੈ the selected 2 universities ਜਿਹੜੀਆਂ ਮੈਂ ਗੱਲ ਕਰ ਰਿਹਾ were maintaining accounts on cash basis and preparing only income and expenditure accounts in contravention of MHRD instructions। cash te? Yes, and the second one is in the absence of balance sheet and proper income and expenditure account, the accounts of the universities neither exhibited true nor fair view of its financial position। ਇਹ ਯੂਨੀਵਰਸਿਟੀਆਂ ਦਾ ਹਾਲ ਹੈ ਜੀ। ਪਰ ਫਿਰ ਇਹ ਤੁਸੀਂ ਜਿਹੜੀ ਰਿਪੋਰਟ ਹੈ ਇਹ ਤਕਰੀਬਨ 10 ਸਾਲ ਦੀ ਹੈ, 2010 ਤੋਂ? ਇਹ 2015 ਤੋਂ ਲੈ ਕੇ 2020 ਤੱਕ ਦੀ ਰਿਪੋਰਟ ਹੈ ਜੀ। 5 ਸਾਲ ਵਿੱਚ ਕੈਗ ਨੂੰ ਪਤਾ ਨਹੀਂ ਚੱਲਿਆ ਕਿ ਬੈਲੈਂਸ ਸ਼ੀਟ ਹੀ ਨਹੀਂ ਆ ਰਹੀ। ਕੈਗ ਨੇ ਤਾਂ ਇਹ ਹੁਣ ਰਿਪੋਰਟ ਤਾਂ ਹੁਣ ਸਬਮਿਟ ਹੋਈ ਹੈ ਜੀ, 2022 ਦੇ ਵਿੱਚ ਸਬਮਿਟ ਹੋਈ ਹੈ ਤੇ ਹੁਣ ਇਹ ਪਬਲਿਕ ਡੋਮੇਨ 'ਚ ਅਸੀਂ ਲਿਆ ਰਹੇ ਹਾਂ। ਮਤਲਬ ਬੈਲੈਂਸ ਸ਼ੀਟ ਹੀ ਨਹੀਂ ਹੋਈ, ਮਤਲਬ ਪੈਸਾ ਜਿਹੜਾ ਸਾਰਾ ਕਹਿੰਦੇ ਕਿ ਹਰ ਚੀਜ਼ ਤਾਂ ਹੁਣ ਤੇ ਸਰਕਾਰੀ ਯੂਨੀਵਰਸਿਟੀ ਵਿੱਚ ਤੁਸੀਂ ਇਹ ਕਹਿ ਰਹੇ। ਪਰ ਪੰਜਾਬ ਵਿੱਚ ਯੂਨੀਵਰਸਿਟੀ ਔਰ ਜਿਹੜੀਆਂ ਕਾਲਜ ਆ ਉਹਦਾ ਘਾਟ ਤੇ ਨਹੀਂ ਕੰਪੇਅਰ ਟੂ ਅਦਰ ਸਟੇਟ, ਸਾਡੇ ਕੋਲ ਵਾਧੂ ਨੇ। ਨਹੀਂ, ਕਾਲਜਸ ਤਾਂ ਬਹੁਤ ਹੈਗੇ ਨੇ ਜੀ,
ਬਟ ਇਹ ਹੈ ਵੀ ਪ੍ਰੋਪਰ ਰੈਗੂਲੇਸ਼ਨਸ ਹੈ ਨਹੀਂ, ਰੈਗੂਲੇਸ਼ਨ ਨਹੀਂ, ਇੰਪਲੀਮੈਂਟੇਸ਼ਨ ਹੈ ਨਹੀਂ। ਪੰਜਾਬ ਯੂਨੀਵਰਸਿਟੀ ਵਿੱਚ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈ, ਹਰ ਵਾਰੀ ਉਹਨਾਂ ਦੇ ਪੈਸੇ ਲਈ, ਤਨਖਾਹਾਂ ਲਈ ਪੈਸੇ ਨਹੀਂ ਹੁੰਦੇ। ਸੋ ਬਿਲਕੁਲ ਠੀਕ ਹੈ, ਪਰ ਜੇ ਇੰਨੇ ਕਾਲਜ ਇੰਨੀ ਐਫੀਲੀਏਸ਼ਨ ਤੇ ਪੈਸੇ ਤੇ ਹੋਣੇ ਚਾਹੀਦੇ। ਨਹੀਂ ਪੈਸੇ ਤਾਂ ਹੈਗੇ ਮੈਮ, ਜਿਹੜਾ ਪੈਸੇ ਦਾ ਇਸ਼ੂ ਹੈ ਨਾ ਜੀ, ਇਟਸ ਅ ਸੈਪਰੇਟ ਇਸ਼ੂ। ਇੱਥੇ ਅਸੀਂ ਜਿਹੜੀ ਰੈਗੂਲੇਸ਼ਨਸ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਤੁਸੀਂ ਤੁਹਾਡੇ ਕੋਲ ਮਤਲਬ ਬੈਲੈਂਸ ਸ਼ੀਟ ਨਹੀਂ ਬਣਾ ਰਹੇ, ਉਹ ਪੈਸਾ ਆ ਰਿਹਾ ਪਰ ਉਹਦਾ ਖਰਚਾ ਕਿੱਦਾਂ ਹੋ ਰਿਹਾ? ਇਹ ਤਾਂ ਕੈਗ ਕਹਿ ਰਹੀ ਹੈ ਜੀ, ਇਹ ਤਾਂ ਹੁਣ ਕੈਗ ਨੇ ਹੀ ਕਹਿ ਦਿੱਤਾ। ਪਹਿਲਾਂ ਤਾਂ ਅਸੀਂ ਸਵਾਲ ਚੱਕਦੇ ਸੀਗੇ, ਪਿੱਛੇ ਜੀ ਮੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਨਾ ਕਿਤੇ ਗੱਲ ਕਰ ਰਿਹਾ ਸੀਗਾ, ਅਸੀਂ ਇੱਕ ਰਿਪੋਰਟ ਪੇਸ਼ ਕੀਤੀ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਕਰੋੜਾਂ ਰੁਪਿਆਂ ਦਾ TADA ਸੈਨੇਟਰਸ ਲੈ ਗਏ, ਕਰੋੜਾਂ ਰੁਪਈਆਂ ਦਾ TADA, ਪਰ ਉਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ। ਇਹ ਪੰਜਾਬੀ ਯੂਨੀਵਰਸਿਟੀ, ਮੈਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਜੀ, ਕਿ ਉੱਥੇ ਕਰੋੜਾਂ ਰੁਪਿਆਂ ਦਾ TADA ਲੈ ਗਏ, ਲੇਕਿਨ ਜੇ TADA ਕਰੋੜਾਂ ਦਾ ਲੈ ਗਏ ਤਾਂ ਉਹਨਾਂ ਦੀ ਫੰਕਸ਼ਨਿੰਗ ਕੀ ਹੈ, ਉਹਨਾਂ ਨੇ ਕੰਮ ਕੀ ਕੀਤਾ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ? ਇਸੇ ਕਰਕੇ ਅਨਾਰਕੀ ਹੈ। ਇਸੇ ਕਰਕੇ ਤੁਸੀਂ ਹੈਰਾਨ ਹੋਵੋਗੇ 15 ਸਾਲ ਤੋਂ ਉੱਪਰ ਹੋ ਗਏ ਪੀਰੀਓਡਿਕ ਇਨਸਪੈਕਸ਼ਨਸ ਨਹੀਂ ਜੀ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਦੇ ਵਿੱਚ। ਮੈਂ ਚਾਂਸਲਰ ਸ਼੍ਰੀ ਜਗਦੀਪ ਧਨਖੜ ਜੀ ਨੂੰ 3 ਲੈਟਰਸ ਲਿਖ ਚੁੱਕਾ। ਮੇਰੀ ਲੈਟਰ ਤੇ ਉਹਨਾਂ ਨੇ ਇੱਕ ਲੈਟਰ ਪਾਈ ਵਾਈਸ ਚਾਂਸਲਰ ਨੂੰ ਕਿ ਜੀ ਤਰੁਣ ਕਈ ਨੂੰ ਜਵਾਬ ਦਿਓ ਇਹਦਾ। ਤੁਸੀਂ ਹੈਰਾਨ ਹੋਵੋਗੇ, ਮੈਨੂੰ ਜਵਾਬ ਆਂਦਾ ਕਿ ਜੀ ਵੈਰੀ ਸੂਨ ਵੀ ਆਰ ਕੰਡਕਟਿੰਗ ਪੀਰੀਓਡਿਕ ਇਨਸਪੈਕਸ਼ਨਸ ਇਨ ਦਾ ਕਾਲਜਸ। ਟਿਲ ਡੇਟ 3-4 ਮਹੀਨੇ ਇਸ ਗੱਲ ਨੂੰ ਹੋ ਗਏ ਮੈਡਮ, ਇੱਕ ਵੀ ਪੀਰੀਓਡਿਕ ਇਨਸਪੈਕਸ਼ਨਸ ਨਹੀਂ ਕਰਵਾਈ ਜਾ ਰਹੀ। ਨਵੇਂ VC ਆ ਚੁੱਕੇ ਨੇ, ਨਵੇਂ VC ਨੂੰ ਦੱਸਿਆ ਜਾ ਰਿਹਾ ਕਿ ਕਾਲਜਸ ਦੇ ਵਿੱਚ ਪ੍ਰੋਸਪੈਕਟਸ ਛਪ ਰਿਹਾ। ਕੀ ਲਿਖਿਆ ਜਾਂਦਾ ਇਟ ਇਜ਼ ਨਾਟ ਅ ਲੀਗਲ ਡਾਕੂਮੈਂਟ। ਇੱਕ ਕਾਲਜ ਲਿਖ ਰਿਹਾ ਇਟ ਇਜ਼ ਨਾਟ ਅ ਲੀਗਲ ਡਾਕੂਮੈਂਟ, ਇਟ ਇਜ਼ ਜਸਟ ਐਨ ਇਨਫੋਰਮੇਸ਼ਨ ਬ੍ਰੋਸ਼ਰ। ਤੁਸੀਂ ਕਿਹਨੂੰ ਮੂਰਖ ਬਣਾ ਰਹੇ ਹੋ? ਸੁਸਾਇਟੀ ਨੂੰ ਬਣਾ ਰਹੇ ਹੋ? ਤੁਸੀਂ ਬੱਚਿਆਂ ਨੂੰ ਠੱਗਣ ਦਾ ਕੰਮ ਕਰ ਰਹੇ ਹੋ? ਇਹਦਾ ਮਤਲਬ ਵੀ ਅਸੀਂ ਕੋਰਟ ਦੇ ਵਿੱਚ ਸਾਡਾ ਇਹ ਡਾਕੂਮੈਂਟ ਐਡਮਿਸਿਬਲ ਨਾ ਹੋਵੇ, ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਉਹ ਤੁਹਾਡੀ ਵੈਬਸਾਈਟ ਤੇ ਆ ਗਿਆ ਇਹ ਐਡਮਿਸਿਬਲ ਹੈ ਕੋਰਟ ਦੇ ਵਿੱਚ, ਇਹਨੂੰ ਚੈਲੰਜ ਕੀਤਾ ਜਾਏਗਾ ਔਰ ਬੜੀ ਜਲਦੀ ਅਸੀਂ ਕੋਰਟ 'ਚ ਜਾ ਰਹੇ ਹਾਂ। ਦੈਟਸ ਵਾਈ ਬੱਚਿਆਂ ਨੂੰ ਐਜੂਕੇਸ਼ਨ ਠੀਕ ਨਹੀਂ ਮਿਲੀ ਨਾ, ਉਹਨੂੰ ਆਪ ਨਹੀਂ ਪਤਾ ਕਿ ਅਸੀਂ ਕੀ ਗਲਤੀਆਂ ਕਰ ਰਹੇ ਹਾਂ। ਐਗਜ਼ੈਕਟਲੀ, ਯੈਸ ਯੂ ਆਰ ਰਾਈਟ। ਜੇ ਕਾਲਜ ਦੇ ਪ੍ਰਿੰਸੀਪਲਸ ਇਹ ਕੰਮ ਕਰ ਰਹੇ ਨੇ, ਠੀਕ ਹੈ ਨਾ, ਤੇ ਕੀ ਕਰੋਗੇ ਤੁਸੀਂ? ਇਹ ਬੜਾ ਜ਼ਰੂਰੀ ਹੈ ਬਿਕੋਜ਼ ਜੇ ਅਸੀਂ ਮੈਂ ਆਪਣਾ ਕਰੀਅਰ ਦੇਖਾਂ ਐਂਡ ਆਮ ਸ਼ੋਰ ਤੁਹਾਡੇ ਕਰੀਅਰ ਵਿੱਚ ਉਦੋਂ ਆਏਗਾ, ਸਾਨੂੰ ਜਦ ਉਹ ਜਿਹੜੀ ਮੋਟੀਵੇਸ਼ਨ ਦਿੱਤੀ ਕੰਮ ਲਈ ਜੀ, ਮੇਰੇ ਪ੍ਰੋਫੈਸਰ ਸੀਗੇ ਕਾਲਜ ਤੱਕ, ਸਾਨੂੰ ਵੀ ਨਹੀਂ ਇੰਨਾ ਕੁਝ ਐਵੇਂ ਅਸੀਂ ਹੱਸਦੇ ਖੇਡਦੇ ਨਿਕਲ ਗਏ, ਬਟ ਜਦ ਯੂਨੀਵਰਸਿਟੀ ਪਹੁੰਚੇ ਪ੍ਰੋਫੈਸਰ ਨੇ ਇੰਨਾ ਇਨਸਪਾਇਰ ਕੀਤਾ ਕਿ ਅੱਜ ਤੱਕ ਉਹਨਾਂ ਦੀਆਂ ਪੜ੍ਹਾਈਆਂ ਕਲਾਸਿਸ ਦਿਮਾਗ ਵਿੱਚ ਘੁੰਮਦੀਆਂ ਨੇ। ਸਾਈਕੋਲੋਜੀ ਕੀਤੀ ਤੇ ਅਜੇ ਵੀ ਘੁੰਮਦੀਆਂ ਹੈ ਕਿ ਕਿਸ ਤਰ੍ਹਾਂ ਮੇਰੇ ਕੈਰੈਕਟਰ ਨੂੰ ਸ਼ੇਪ ਕਰਨ ਵਿੱਚ ਉਹਨਾਂ ਦਾ ਬੜਾ ਵੱਡਾ ਹੱਥ ਹੈ। ਸੋ ਆਮ ਸ਼ੋਰ ਇਹ ਤਾਂ ਫਿਰ ਸਾਡੇ ਪ੍ਰੋਫੈਸਰਸ ਦੀ ਵੀ ਗਲਤੀ ਹੈਗੀ ਹੈ। ਮੈਡਮ ਪ੍ਰੋਫੈਸਰਸ ਦੀ ਗਲਤੀ ਦੇ ਨਾਲ ਮੈਂ ਇੱਕ ਗੱਲ ਪਹਿਲਾਂ ਜੋੜੂੰਗਾ ਕਿ ਪ੍ਰੋਫੈਸਰਸ ਨੇ ਐਸ ਪਰ ਜੋ ਨੋਰਮਸ ਹੈ 4 ਲੈਕਚਰਸ ਅਸਿਸਟੈਂਟ ਪ੍ਰੋਫੈਸਰ ਨੇ ਕਾਲਜ ਦੇ ਵਿੱਚ ਲੈਣੇ ਹੁੰਦੇ ਆ, ਠੀਕ ਹੈ ਜੀ। ਉਹਨੇ ਆਪਣਾ ਬੈਸਟ ਦੇਣਾ ਹੁੰਦਾ ਸਟੂਡੈਂਟਸ ਨੂੰ, ਲੇਕਿਨ ਫਰਮ ਦਾ ਲਾਸਟ 2 ਡੈਕੇਡਸ 20 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ। ਆ ਕੈਗ ਦੀ ਰਿਪੋਰਟ ਹੁਣ ਜੋ ਕਹਿ ਰਹੀ ਹੈ, ਤੁਸੀਂ ਦੇਖਿਓ ਵੀ ਉਹ ਟੀਚਰ ਕੀ ਦਊਗਾ ਸਟੂਡੈਂਟਸ ਨੂੰ। ਉਹ ਕਹਿ ਰਿਹਾ it was observed that in 14 colleges out of 16 aided unaided selected colleges, salary paid to 241 teachers who were appointed as assistant professor on contractual basis ranged between 5000 and 21000। ਇੱਕ ਕਾਲਜ ਪ੍ਰੋਫੈਸਰ ਨੂੰ ਜਿਹਦੀ ਬੇਸਿਕ ਤਨਖਾਹ 21600 ਹੈ ਤੇ 7th ਪੇ ਸਕੇਲ ਦੇ ਵਿੱਚ ਬੇਸਿਕ ਸੈਲਰੀ 57700 ਹੋ ਗਈ ਹੈ, ਠੀਕ ਹੈ। ਇਹ ਸਰ ਬੇਸਿਕ ਹੈ, ਉੱਧਰ DA ਵੀ ਆਣਾ, ਹਾਊਸ ਰੈਂਟ ਵੀ ਆਣਾ, ਤੇ 1 ਲੱਖ ਸੈਲਰੀ ਜਿਹੜੇ ਟੀਚਰ ਦੀ ਹੈ ਤਾਂ ਉਹਨੂੰ ਤਨਖਾਹ ਦਿੱਤੀ ਜਾ ਰਹੀ 5000 ਤੋਂ ਲੈ ਕੇ 20000 ਦੇਣੀ ਨਾ, ਉਹਦੇ ਲਈ ਬੱਚਤ ਤੇ ਕਰਨੀ ਪਏਗੀ। ਹਾਂ ਬਿਲਕੁਲ ਠੀਕ, ਇਹ ਤੁਸੀਂ ਠੀਕ ਕਹਿ ਰਹੇ ਹੋ। ਸੋ ਜੇ 5000 ਰੁਪਈਆ ਤੋਂ 10000 ਜਾਂ 15000 ਟੀਚਰ ਨੂੰ ਦਿੱਤੀ ਜਾ ਰਹੀ ਹੈ, ਲੋਕ ਜਿਹੜੇ ਇਸ ਤੇ ਵੀ ਮੈਂ ਉਹਨਾਂ ਨੇ ਕਲੈਰੀਫਾਈ ਕਰਦਾ ਕਿ ਪ੍ਰੋਫੈਸਰ ਨੂੰ 4 ਲੈਕਚਰਸ ਲਈ ਇੰਨੀ ਤਨਖਾਹ ਕਿਉਂ ਜਾਂਦੀ ਹੈ? ਉਹਨਾਂ ਦਾ ਕੰਮ ਹੁੰਦਾ ਉਸ ਲੈਕਚਰ ਵਿੱਚ ਇੰਨੀ ਜਾਣਕਾਰੀ ਪਾਓ ਕਿ ਜਦੋਂ ਬੱਚਾ ਘੰਟਾ ਤੁਹਾਡੇ ਵਾਸਤੇ ਆਏ, ਉਹ ਘੰਟੇ ਵਿੱਚ ਤੁਸੀਂ 30-40 ਬੁੱਕਸ ਦੀ ਨੌਲੇਜ, 30-40 ਮਤਲਬ ਦੁਨੀਆ ਵਿੱਚ ਕੀ ਹੋ ਰਿਹਾ ਹੈ। ਸੋ ਉਹਨੂੰ ਉਹ ਪੈਸਾ ਦਿੰਦਾ ਕਿ ਉਹ ਇੰਨਾ ਆ ਕੇ ਇਨਸਪਾਇਰ ਕਰ ਜਾਏ। ਉਹਦੀ ਕਲਾਸ ਵਿੱਚ 200 ਬੱਚੇ ਬੈਠੇ ਹੋਣ ਤਾਂ ਉਹਨਾਂ ਨੂੰ ਹੱਲਾ ਮਤਲਬ ਅੰਦਰੋਂ ਉਤਸ਼ਾਹ ਹੋ ਜਾਏ ਪੜ੍ਹਾਈ ਵਾਸਤੇ। ਸੋ ਜਦੋਂ ਤੁਸੀਂ ਕਿਸੇ ਨੂੰ ਰੋਜ਼ੀ ਰੋਟੀ ਕੱਪੜਾ ਮਕਾਨ ਵਿੱਚ ਹੀ ਪਾ ਦੋਗੇ ਤਾਂ ਫਿਰ ਉਹ ਪੜ੍ਹਾਏਗਾ ਕੀ? ਐਂਡ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਇਹਦੇ ਬਾਵਜੂਦ ਅੱਜ ਜੇ ਮੈਂ ਕਾਲਜਸ ਦਾ ਤੁਹਾਨੂੰ ਇੱਕ ਡਾਟਾ ਦਵਾਂ ਕਿ ਮੈਜੋਰਿਟੀ ਕਾਲਜਸ ਦੇ ਵਿੱਚ 60 to 70% ਜਿਹੜੇ ਟੀਚਰਸ ਨੇ ਉਹਨਾਂ ਨੇ PhD ਕੀਤੀ ਹੋਈ ਹੈ। ਉਹਨਾਂ ਦੇ ਰਿਸਰਚ ਪੇਪਰ ਇੰਟਰਨੈਸ਼ਨਲ ਜਰਨਲਸ ਦੇ ਵਿੱਚ ਛਪੇ ਹੋਏ ਆ। ਸਾਡੇ ਇੱਕ ਦੋਸਤ ਨੇ ਜਲੰਧਰ ਦੇ ਕਾਲਜ ਦੇ ਵਿੱਚ ਡੀਲਿਟ ਕੀਤੀ ਹੋਈ ਹੈ, PhD ਤੋਂ ਬਾਅਦ ਡੀਲਿਟ ਕਰਕੇ ਆਏ ਹੋਏ ਨੇ। ਇੰਟਰਨੈਸ਼ਨਲ ਜਰਨਲਸ ਦੇ ਵਿੱਚ ਉਹਨਾਂ ਦੇ ਇੰਨੇ ਪੇਪਰ ਛਪੇ ਆ, ਲੇਕਿਨ ਉਹ ਬੰਦਾ ਕੀ ਹੈ, ਹਰ ਚੌਥੇ ਦਿਨ ਪ੍ਰਿੰਸੀਪਲ ਨੂੰ ਚਿੱਠੀ ਦੇ ਰਿਹਾ ਜੀ ਮੇਰਾ ਫਲਾਣਾ ਗ੍ਰੇਡ ਪੇ ਦਿੱਤਾ ਜਾਵੇ। ਲੇਡੀ ਲੈਕਚਰਰਸ, ਮੈਂ ਯੂਨੀਵਰਸਿਟੀ ਜਦੋਂ VCs ਨੂੰ ਮਿਲ ਰਹੇ ਸੀ, ਅਸੀਂ ਕਿਹਾ ਜੀ ਇਹ ਮਤਲਬ ਸ਼ਰਮ ਵਾਲੀ ਗੱਲ ਹੈ ਕਿ 21ਵੀਂ ਸਦੀ ਦੇ ਵਿੱਚ ਮਟਰਨਿਟੀ ਲੀਵ ਜਿਹੜੀ ਸੈਂਟਰ ਗਵਰਨਮੈਂਟ ਨੇ 6 ਮਹੀਨੇ ਦੀ ਕਹੀ ਹੋਈ ਹੈ ਲੇਡੀ ਲੈਕਚਰਰਸ ਨੂੰ ਦੇਣੀ ਹੈ, 2-2 ਮਹੀਨੇ ਦੀ ਲੇਡੀ ਲੈਕਚਰਰਸ ਨੂੰ ਮਟਰਨਿਟੀ ਲੀਵ ਦਿੱਤੀ ਜਾ ਰਹੀ ਹੈ। ਹੁਣ ਤਾਂ ਚਾਈਲਡ ਕੇਅਰ ਲੀਵ ਆ ਗਈ ਹੈ ਕਿ ਬੱਚੇ ਦੀ ਪਰਵਰਿਸ਼ ਲਈ 1st ਤੋਂ ਲੈ ਕੇ 12th ਕਲਾਸ ਤੱਕ ਜੇ ਉਹਦੇ ਐਗਜ਼ਾਮ ਡੇਜ਼ ਦੇ ਵਿੱਚ ਜਾਂ ਖੁਦਾ ਨਾ ਖਾਸਤਾ, ਹਾਂ ਯੈਸ ਐਨੀ ਪੇਰੈਂਟ, ਖੁਦਾ ਨਾ ਖਾਸਤਾ ਕਦੀ ਬਿਮਾਰ ਹੋ ਜਾਏ ਛੁੱਟੀ ਲੈ ਸਕਦਾ। ਨਾਟ ਇਵਨ ਅ ਸਿੰਗਲ ਲੀਵ, ਇੱਕ ਛੁੱਟੀ ਨਹੀਂ ਦਿੱਤੀ ਜਾ ਰਹੀ ਹੈ। ਇਹ ਕਿਉਂ ਨਹੀਂ ਯੂਨੀਵਰਸਿਟੀਜ਼ ਜਿਹੜੀਆਂ, ਹੁਣ ਤਾਂ ਇੱਕ ਵਿਮਨ VC ਨੇ ਸਾਡੇ
ਠੀਕ ਹੈ। ਮੇਰੀ ਤਾਂ ਉਹਨਾਂ ਨੂੰ ਦਰਖਾਸਤ ਸੀਗੀ, ਮੈਂ ਕਿਹਾ ਮੈਡਮ ਤੁਸੀਂ ਬੜੀ ਦੇਰ ਬਾਅਦ ਪਹਿਲੀ ਵਾਰੀ ਇੱਕ ਔਮਨ ਵੀਸੀ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ 'ਚ ਆਇਆ, ਇੰਨੀਆਂ ਐਕਸਪੈਕਟੇਸ਼ਨਸ ਨੇ, ਖਾਸ ਕਰਕੇ ਡਾਕਟਰ ਰਾਜਕੁਮਾਰ ਦੇ ਜਾਣ ਤੋਂ ਬਾਅਦ, ਜਿੰਨਾ ਉਹਨਾਂ ਨੇ ਕਰਪਸ਼ਨ ਦਾ ਅੱਡਾ ਬਣਾਇਆ ਹੋਇਆ ਸੀ ਇੱਥੇ, ਸਾਰੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ 'ਚ ਆਇਆ ਹੈ। ਤੇ ਉਹਨਾਂ ਤੋਂ ਬਾਅਦ ਦੈਟ ਇਜ਼ ਇਹ ਜਿਹੜਾ ਡਾਕਟਰ ਰੇਨੂ ਵਿਜ ਹੈ, ਠੀਕ ਹੈ ਨਾ, ਸਾਨੂੰ ਬਹੁਤ ਐਕਸਪੈਕਟੇਸ਼ਨਸ ਨੇ ਕਿ ਘੱਟੋ ਘੱਟ ਇਹਨਾਂ ਆਪਣੀਆਂ ਜਿਹੜੀਆਂ ਔਰਤਾਂ ਨੇ ਜਿਹੜੀਆਂ ਕਾਲਜਸ ਦੇ ਵਿੱਚ ਕੰਮ ਕਰ ਰਹੀਆਂ। ਐਕਸਪੈਕਟੇਸ਼ਨ ਤਾਂ ਪੀਟੀ ਊਸ਼ਾ ਤੋਂ ਵੀ ਸੀ, ਬਟ ਜਦ ਆਈ ਥਿੰਕ ਜਦੋਂ ਅਹੁਦੇ ਤੇ ਪਹੁੰਚਦੇ ਤਾਂ ਕੁਝ ਹੋ ਜਾਂਦਾ ਹੈਗਾ। ਬਿਲਕੁਲ ਠੀਕ ਹੈ। ਸੋ ਉਹ ਚਲੋ, ਬਟ ਕਾਇਦਾ ਕਾਨੂੰਨ ਤਾਂ ਅਲੱਗ ਗੱਲ ਹੈ ਨਾ। ਜੀ। ਮੈਂ ਐਜ਼ ਅ ਔਰਤ ਉਹਨਾਂ ਤੋਂ ਕੋਈ ਐਕਸਪੈਕਟੇਸ਼ਨ ਨਹੀਂ ਰੱਖਦੀ, ਬਟ ਰੂਲ ਔਰ ਲਾਅ ਤੇ ਫੋਲੋ ਹੋਣਾ ਚਾਹੀਦਾ ਹੈ। ਬਿਲਕੁਲ ਹੋਣਾ ਚਾਹੀਦਾ ਜੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਵਾਈਸ ਚਾਂਸਲਰ ਜਿਹੜੇ ਨੇ, ਹਾਂ ਉਹਦੇ 'ਚ ਮੈਂ ਇੱਕ ਗੱਲ ਕਹੂੰਗਾ, ਕੈਗ ਵਿੱਚ ਕੁਝ ਮੈਂਸ਼ਨ ਕੀਤਾ ਗਿਆ ਕਿ ਵੀ ਜਿਹੜੇ ਕਾਲਜਸ ਹੈ ਇਹਨਾਂ ਦੇ ਜਿਵੇਂ ਸੈਨੇਟ ਹੈ ਜਾਂ ਪ੍ਰਿੰਸੀਪਲਸ ਦੀ ਗੱਡੀਆਂ ਦੇ ਘਰਾਂ ਤੇ ਇਹਨਾਂ ਕਿੰਨਾ ਰਿਹਾਇਸ਼, ਮਤਲਬ ਜੇ ਟੀਚਰਸ ਨੂੰ ਸੈਲਰੀ ਨਹੀਂ ਮਿਲੀ, ਪੈਸਾ ਜਾ ਕਿੱਥੇ ਰਿਹਾ ਹੈਗਾ? ਨਹੀਂ ਇਹਦੇ ਵਿੱਚ ਤਾਂ ਉਹਨਾਂ ਨੇ ਕੋਈ ਇਸ ਬਾਰੇ ਕੈਗ ਨੇ ਹਜੇ ਰਿਪੋਰਟ ਦੇ ਵਿੱਚ ਇਹ ਗੱਲ ਨਹੀਂ ਕਹੀ, ਲੇਕਿਨ ਕੈਗ ਨੇ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਲਿਆਂਦੀ ਹੈ। ਉਹਨੇ ਕਿਹਾ ਵੀ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਰੂਸਾ ਦੇ ਅੰਡਰ ਨਾ ਉਹਨਾਂ ਨੇ ਜਿਹੜੇ ਆਟੋਨੋਮਸ ਕਾਲਜਸ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਦੇ ਲਈ 55 ਕਰੋੜ ਰੁਪਈਆ ਪਰ ਕਾਲਜ ਰੱਖਿਆ ਸੀਗਾ ਰੂਸਾ ਨੇ। ਔਰ ਤੁਸੀਂ ਹੈਰਾਨ ਹੋਵੋਗੇ, ਕੈਗ ਦੀ ਆਬਜ਼ਰਵੇਸ਼ਨ ਇਹ ਹੈ ਕਿ ਅਸੀਂ ਜਦੋਂ ਪੰਜਾਬ ਦੇ ਵਿੱਚ ਦੇਖਿਆ, ਪਹਿਲੀ ਗੱਲ ਤਾਂ ਸਿਰਫ 5 ਆਟੋਨੋਮਸ ਕਾਲਜਸ ਨੇ, ਸਿਰਫ 5, ਅਨੰਦਪੁਰ ਸਾਹਿਬ, ਪਟਿਆਲਾ, ਫਤਿਹਗੜ੍ਹ ਸਾਹਿਬ, ਚੌਥਾ ਜਲੰਧਰ ਹੈ ਤੇ ਇੱਕ ਹੋਰ ਹੈ। 5 ਕਾਲਜਸ ਨੇ ਆਟੋਨੋਮਸ ਕਾਲਜ, ਔਰ ਇਹ ਪੰਜਾਂ ਨੂੰ ਹੀ ਮਿਲ ਸਕਦਾ ਸੀਗਾ, ਲੇਕਿਨ ਇਹ ਵੀ ਕ੍ਰਾਈਟੇਰੀਆ ਫੁੱਲਫਿਲ ਨਹੀਂ ਸੀ ਕਰਦੇ, ਇਹਨਾਂ ਨੇ ਅਪਲਾਈ ਨਹੀਂ ਕੀਤਾ 55 ਕਰੋੜ ਦੇ ਲਈ। ਮਤਲਬ ਤੁਸੀਂ ਆਪ ਸੋਚ ਕੇ ਦੇਖੋ, ਜੇ 55 ਕਰੋੜ ਸੈਂਟਰ ਗਵਰਨਮੈਂਟ ਰੂਸਾ ਦੇ ਅੰਡਰ ਤੁਹਾਨੂੰ ਦੇ ਰਿਹਾ, ਤੁਹਾਨੂੰ ਹਾਰ ਬਦਲ ਜਾਣੀ ਸੀਗੀ ਕਾਲਜਸ ਦੀ, ਉਹਨਾਂ ਕਾਲਜਸ ਦੀ। ਇੰਨੀ ਲੋੜ ਹੀ ਨਹੀਂ। ਯੈਸ, ਹੇਅਰ ਯੂ ਆਰ ਰਾਈਟ ਕਿ ਇੰਨੀ ਲੋੜ ਹੀ ਨਹੀਂ ਉਹਨਾਂ ਨੂੰ 55 ਕਰੋੜ ਰੁਪਈਆ। ਅੱਛਾ, ਉਹਦੇ ਲਈ ਕੈਗ ਨੇ ਕਿਹਾ ਵੀ ਇਹਦੇ ਲਈ ਤੁਹਾਨੂੰ ਮੋਟੀਵੇਟ ਕਿਹਨੇ ਕਰਨਾ ਸੀ? ਇਟ ਵਾਸ ਦ ਡਿਊਟੀ ਆਫ ਡੀਐਚਈ, ਡਾਇਰੈਕਟਰ ਦੀ ਡਿਊਟੀ ਸੀਗੀ। ਤੁਸੀਂ ਪੰਜਾਬ ਦੇ ਵਿੱਚ ਆਟੋਨੋਮਸ ਕਾਲਜਸ ਕਿਉਂ ਨਹੀਂ ਲਿਆਂਦੇ? ਡੀਪੀਆਈ ਕਾਲਜਸ ਪੰਜਾਬ, ਅਸੀਂ ਚੀਫ ਮਿਨਿਸਟਰ ਨੂੰ 8 ਤੋਂ ਵੱਧ ਚਿੱਠੀਆਂ ਪਾ ਚੁੱਕੇ ਹਾਂ ਕਿ ਅੱਜ ਉੱਥੇ ਜਿਹੜੇ ਡੀਡੀਪੀਆਈ ਲੈਵਲ ਦੇ ਬੰਦੇ, ਡਿਪਟੀ ਡਾਇਰੈਕਟਰ ਲੈਵਲ ਦੇ ਬੰਦੇ ਆ, ਉਹਨਾਂ ਦੀਆਂ ਅਪਾਇੰਟਮੈਂਟਸ ਗਲਤ ਹੋਈਆਂ ਚੀਫ ਮਿਨਿਸਟਰ ਕੋਲ ਲੈਟਰਸ ਗਈਆਂ ਨੇ ਜੀ, ਲੇਕਿਨ ਤੁਸੀਂ ਹੈਰਾਨ ਹੋਵੋਗੇ ਹਜੇ ਤੱਕ ਉਹਦੇ ਤੇ ਕੁਝ ਨਹੀਂ ਹੋ ਰਿਹਾ। ਤੁਸੀਂ ਹੈਰਾਨ ਹੋਗੇ, ਇੱਕ ਮੈਂ ਹੋਰ ਤੁਹਾਨੂੰ ਦੱਸ ਦਵਾਂ, ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਵਾਂ, ਇਹ ਪਹਿਲਾ ਪੰਜਾਬ ਦਾ ਡੀਪੀਆਈ ਡਿਪਾਰਟਮੈਂਟ ਹਿੰਦੁਸਤਾਨ ਦਾ ਜਿਹਦੇ ਵਿੱਚ ਇੱਕ ਪ੍ਰਿੰਸੀਪਲ ਪਹਿਲਾਂ ਬਣਾ ਦਿੱਤਾ ਜਾਂਦਾ, ਉਹਦੀ ਅਪਰੂਵਲ ਪਹਿਲਾਂ ਆ ਜਾਂਦੀ ਹੈ, 1 ਸਾਲ ਬਾਅਦ ਉਹਨੂੰ ਐਸੋਸੀਏਟ ਪ੍ਰੋਫੈਸਰ ਦੀ ਅਪਰੂਵਲ ਆਉਂਦੀ ਹੈ। ਉਹਨਾਂ ਨੂੰ ਪਤਾ ਸੀ ਨਾ ਕਿ ਆ ਸਕਦੀ ਇਹਦੀ ਕਾਬਲੀਅਤ ਹੈਗੀ ਹੈ, Yes, ਸੋ ਦੂਰਅੰਦੇਸ਼ੀ ਸੋਚ ਕੇ ਪ੍ਰਿੰਸੀਪਲ ਪਹਿਲਾਂ ਤੇ ਐਸੋਸੀਏਟ ਪ੍ਰੋਫੈਸਰ ਬਾਅਦ ਚੋਂ। ਸੋ ਮਤਲਬ ਕਾਫੀ ਕੁਝ ਦਿਖ ਰਿਹਾ ਹੈ ਸਿਸਟਮ ਵਿੱਚ, ਜੋ ਰੈਗੂਲੇਟਰੀ ਬਾਡੀਜ਼ ਐਂਡ ਸੈਨੇਟ ਨੇ ਚੈੱਕ ਨਹੀਂ ਕੀਤਾ। ਸੋ ਕਿੱਥੇ ਕੀ ਕਾਰਨ ਹੈ ਉਹ ਤਾਂ ਅਸੀਂ ਗੈਸ ਕਿ ਲਾ ਸਕਦੇ ਹਾਂ, ਪਰ ਕਾਫੀ ਚੀਜ਼ਾਂ ਹੈ ਜੋ ਸਮਝਾਉਂਦੀਆਂ ਨੇ ਕਿ ਬੱਚੇ ਮੋਟੀਵੇਟਡ ਕਿਉਂ ਨਹੀਂ ਹੋ ਰਹੇ ਜੀ। ਬੱਚੇ ਇਸ ਕਰਕੇ ਨਹੀਂ ਮੈਮ, ਕਿਉਂਕਿ ਤੁਸੀਂ ਨੈਕ ਦੀ ਇਹਦੇ 'ਚ ਇਹਨਾਂ ਦੀ ਕੈਗ ਦੀ ਆਬਜ਼ਰਵੇਸ਼ਨ ਹੈ ਕਿ ਤੁਸੀਂ ਸਿਰਫ ਡਿਗਰੀਜ਼ ਹੀ ਵੰਡੀਆਂ ਇੱਥੇ ਨੇ, ਠੀਕ ਹੈ। ਉਹ ਕਹਿ ਰਿਹਾ ਹੈ ਕਿ ਜਿਹੜੀ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕਾਉਂਸਲ ਹੈਗੀ ਨੈਕ, ਉਹ ਕਹਿੰਦਾ ਵੀ ਪਹਿਲਾਂ ਤਾਂ ਕਿੰਨੇ ਕਾਲਜਸ ਦੇ ਵਿੱਚ ਕਰਵਾਈਆਂ, ਉਹ ਕਹਿੰਦਾ ਨਾਟ ਮੋਰ ਦੈਨ 65 to 70% ਕਾਲਜਸ, 30% ਤਾਂ ਹੋਈਆਂ ਹੀ ਨਹੀਂ ਹੈ। ਅਨਏਡਡ ਕਾਲਜਸ ਜਿਹੜੇ ਸੈਲਫ ਫਾਈਨਾਂਸਡ ਕਾਲਜਸ ਨੇ ਉਹਨਾਂ 'ਚ ਤਾਂ ਕਹਿੰਦਾ ਹੋਈਆਂ ਹੀ ਨਹੀਂ ਹੈ 2020 ਤੱਕ। ਦੂਸਰਾ ਉਹ ਕਹਿੰਦਾ ਵੀ ਜਿਹੜੀ ਇਹ ਤਾਂ ਸੌਰੀ ਇੱਥੇ ਮੈਂ ਇੰਟਰਪਟ ਕਰ ਰਿਹਾ, ਜੇ ਤੁਸੀਂ ਐਕ੍ਰੀਡੇਸ਼ਨ ਨਹੀਂ ਕਰਾਈ ਮਤਲਬ ਬੱਚੇ ਦੀ ਡਿਗਰੀ ਦਾ ਕੋਈ ਵੈਲਿਊ ਨਹੀਂ ਹੈ? ਨਹੀਂ, ਵੈਲਿਊ ਤਾਂ ਹੈਗੀ ਹੈ, ਲੇਕਿਨ ਉਹਨਾਂ ਨੇ ਗ੍ਰਾਂਟਸ ਦੇ ਨਾਲ ਇਹਨੂੰ ਜੋੜਿਆ ਹੋਇਆ ਸੀਗਾ ਵੀ ਯੂਜੀਸੀ ਤੁਹਾਨੂੰ ਗ੍ਰਾਂਟਸ ਤਾਂ ਦੇਏਗੀ ਜੇ ਤੁਸੀਂ ਇਹਨੂੰ ਯੂਜੀਸੀ, ਮਤਲਬ ਬੱਚੇ ਦੀ ਡਿਗਰੀ ਤੇ ਨਹੀਂ ਫੈਕਟ, ਨਹੀਂ ਬੱਚੇ ਦੀ ਡਿਗਰੀ ਤੇ ਨਹੀਂ ਹੈ। ਲੇਕਿਨ ਹੁਣ ਜਦੋਂ ਉਹਦੇ ਵਿੱਚ ਉਹਨਾਂ ਨੇ ਅੱਗੇ ਕਿਹਾ ਵੀ ਇਹ ਕਿਉਂ ਨਹੀਂ ਕਰਵਾਈਆਂ, ਤੇ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਕੀ ਕਹਿ ਰਿਹਾ, ਉਹ ਇਹ ਕਹਿ ਰਿਹਾ ਕਿ ਜੀ ਵੀ ਇਹਨਾਂ ਈਵਨ ਗਵਰਨਮੈਂਟ ਕਾਲਜਸ ਦੇ ਵਿੱਚ ਨਹੀਂ ਹੋਈਆਂ। ਤਾਂ ਉਹਨਾਂ ਨੇ ਕਿਹਾ ਜੀ ਕਿਉਂ ਨਹੀਂ ਹੋਈਆਂ? ਕਹਿੰਦੇ ਜੀ ਕਿਉਂਕਿ ਇੱਥੇ ਫੈਕਲਟੀ ਹੈ ਨਹੀਂ। ਹੁਣ ਫੈਕਲਟੀ ਕਿਉਂ ਨਹੀਂ ਹੈ? ਇਹ ਕਿਹਦੀ ਡਿਊਟੀ ਸੀਗੀ? ਇਟ ਵਾਸ ਦ ਡਿਊਟੀ ਆਫ ਹਾਇਰ ਐਜੂਕੇਸ਼ਨ ਡਿਪਾਰਟਮੈਂਟ। ਤੁਸੀਂ 2005 ਦੇ ਵਿੱਚ ਏਡਡ ਕਾਲਜਸ 'ਚ ਬੈਨ ਲਗਾ ਦਿੱਤਾ, 10 ਸਾਲ ਮੈਡਮ ਬੈਨ ਰੱਖਿਆ। ਕਿਉਂ ਰੱਖਿਆ ਬਈ? ਕਿ ਹਿੰਦੁਸਤਾਨ ਦੀ ਕਿਸੇ ਹੋਰ ਸਟੇਟ ਦੇ ਵਿੱਚ ਵੀ ਇੰਨਾ ਲੰਬਾ ਵਕਫਾ ਜਿਹੜਾ ਉਹ ਬੈਨ ਲਗਾਇਆ ਗਿਆ? ਏਡਡ ਕਾਲਜ ਬੈਨ ਕਿਸ ਤਰ੍ਹਾਂ ਲਗਾਇਆ ਗਿਆ? ਬੈਨ ਵੀ ਤੁਸੀਂ ਪੋਸਟ ਫਿਲ ਨਹੀਂ ਕਰ ਸਕਦੇ, ਬੰਦੇ ਰਿਟਾਇਰ ਹੋ ਰਹੇ ਸੀਗੇ ਤੇ ਠੀਕ ਹੈ ਗੱਲ ਖਤਮ, ਐਡ ਹੌਕ ਤੇ ਤੁਸੀਂ ਰੱਖੀ ਚਲੋ, ਐਡ ਹੌਕਿਜ਼ਮ ਨੂੰ ਪ੍ਰਮੋਟ ਕਰੋ ਤੇ ਤੁਸੀਂ ਪਰਮਾਨੈਂਟ ਬੰਦੇ ਨਾ ਰੱਖੋ। ਉਹਦੇ ਲਈ ਵੀ ਯੈਸ, ਉਹਦੇ ਲਈ ਵੀ ਕੋਰਟ 'ਚ ਜਾਣਾ ਪਿਆ। ਕੋਈ ਪਾਲਿਸੀ ਨਹੀਂ ਹੈਗੀ ਜੀ ਇਹਨਾਂ ਦੀ, ਉਹਦੇ ਲਈ ਵੀ ਕੋਰਟ 'ਚ ਜਾਣਾ ਪਿਆ। ਇਹਦੇ ਵਿੱਚ ਇੱਕ ਪਾਰਟ ਇਹ ਵੀ ਪੜ ਰਹੀ ਸੀ ਕਿ ਵੀ ਜਿਹੜੇ ਵੀ ਕਾਲਜਸ ਜਿੱਦਾਂ ਵੀ ਆ ਰਹੇ ਕਿ ਵੀ ਸਾਰਾ ਜ਼ਿਆਦਾ ਸ਼ਹਿਰਾਂ ਵਿੱਚ ਹੈਗੇ ਨੇ ਜਿੱਥੇ ਲੋੜ ਹੈ, ਲੋੜ ਅਨੁਸਾਰ ਨਹੀਂ ਕਾਲਜਸ ਬਣ ਰਹੇ।
ਨਹੀਂ ਕਾਲਜਸ ਤਾਂ ਹੈਗੇ ਨੇ ਜੀ, ਪੋਪੂਲੇਸ਼ਨ ਅਨੁਸਾਰ, ਮਤਲਬ ਕਿ ਵੀ ਉਹਦੀ ਪਲੈਨਿੰਗ ਨਹੀਂ ਕਿ ਵੀ ਇੰਨੇ ਏਰੀਆ ਵਿੱਚ ਇੰਨਾ ਇਸ ਤਰ੍ਹਾਂ ਦੇ ਕਾਲਜ ਹੋਣੇ ਚਾਹੀਦੇ ਹੈਗੇ ਆ। ਜਿਸ ਤਰ੍ਹਾਂ ਹੁਣ ਯੂਨੀਵਰਸਿਟੀਜ਼ ਨੇ ਕੁਝ ਕੰਸਟੀਚੁਐਂਟ ਕਾਲਜਸ ਖੋਲੇ ਨੇ, ਠੀਕ ਹੈ, ਸਟੇਟ ਗਵਰਨਮੈਂਟ ਨੇ ਵੀ ਹੁਣ ਪਿੱਛੇ ਜੀ 16 ਗਵਰਨਮੈਂਟ ਕਾਲਜਸ ਨਵੇਂ ਖੋਲੇ ਨੇ, ਉਹ ਰੂਰਲ ਏਰੀਆਜ਼ ਦੇ ਵਿੱਚ ਵੀ ਲੈ ਕੇ ਗਏ ਨੇ। ਕਾਲਜਸ ਤਾਂ ਬਣ ਰਹੇ ਆ, ਲੇਕਿਨ ਬਾਰ-ਬਾਰ ਗੱਲ ਇੱਥੇ ਆਉਂਦੀ ਪਈ ਹੈ ਕਿ ਉਹਨਾਂ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਹੈ ਕਿ ਨਹੀਂ ਹੈ, ਕੀ ਸਟੇਟ ਗਵਰਨਮੈਂਟ ਕੁਆਲਿਟੀ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੀ ਹੈ। ਔਰ ਮੈਂ ਹੋਰ ਦੱਸ ਦਵਾਂ, ਇਹ ਤਾਂ 15 ਤੋਂ 20 ਤੱਕ ਦੀ ਜਿਹੜੀ ਹੈਗੀ ਹੈ ਰਿਪੋਰਟ ਹੈਗੀ ਹੈ, ਇਹ ਪੁਰਾਣੀਆਂ ਸਰਕਾਰਾਂ ਦੀ ਗੱਲ ਹੈ, ਉਸ ਟਾਈਮ ਦੀ ਰਿਪੋਰਟ ਹੈ। ਲੇਕਿਨ ਜਿਹੜੀ ਹੁਣ 25 ਚ ਆਊਗੀ ਨਾ, ਉਹਦੇ ਵਿੱਚ ਅਸੀਂ ਕੈਗ ਨੂੰ ਲਿਖ ਕੇ ਭੇਜ ਚੁੱਕਾ, ਮੈਂ ਕੈਗ ਨੂੰ 2 ਲੈਟਰਸ ਭੇਜ ਚੁੱਕਾ ਕਿ ਆਲਰੇਡੀ ਪੰਜਾਬ ਦੇ ਵਿੱਚ ਹੁਣ ਦੇ 21-22 ਦੇ ਵਿੱਚ ਆਹ ਫਰਾਡ ਹੋ ਰਹੇ ਨੇ। ਮਤਲਬ ਲੁਧਿਆਣੇ ਦੇ ਇੱਕ ਗਵਰਨਮੈਂਟ ਕਾਲਜ ਦੇ ਵਿੱਚ ਰੂਸਾ ਦੀ ਗ੍ਰਾਂਟ ਆਉਂਦੀ ਹੈ, ਤੁਸੀਂ ਹੈਰਾਨ ਹੋਵੋਗੇ, ਟੋਟਲ ਗ੍ਰਾਂਟ ਜਿਹੜੀ ਹੈ ਉਹ 4 ਕਰੋੜ ਰੁਪਈਆ ਆਉਣਾ ਸੀ ਐਗਜ਼ਿਸਟਿੰਗ ਕਾਲਜਸ ਨੂੰ ਅਪਗ੍ਰੇਡ ਕਰਨ ਦੇ ਲਈ। ਠੀਕ ਹੈ, ਮੈਂ ਆਰਟੀਆਈ ਪਾਈ, ਆਰਟੀਆਈ 'ਚ ਮੈਂ ਪੁੱਛਿਆ ਕਿ ਜੀ ਮੈਨੂੰ ਦੱਸੋ ਕਿੰਨੀ ਗ੍ਰਾਂਟ ਆਈ ਹੈ, ਯੂਜ਼ ਕਿੰਨੀ ਹੋਈ ਹੈ, ਔਰ ਉਹਦੇ ਲਈ ਜਿਹੜੀਆਂ ਕੰਡੀਸ਼ਨਸ ਲੱਗੀਆਂ ਸੀ ਉਹ ਕੀ ਸੀਗੀਆਂ। ਗ੍ਰਾਂਟ ਆਈ ਟੋਟਲ 3 ਕਰੋੜ 16 ਲੱਖ ਰੁਪਇਆ, ਜਿਹੜੀ ਖਰਚ ਕੀਤੀ ਗਈ 2 ਕਰੋੜ 84-85 ਲੱਖ ਰੁਪਇਆ, ਬਾਕੀ ਉਹਨਾਂ ਨੇ ਵਾਪਸ ਭੇਜ ਦਿੱਤੀ, ਇਹ ਲਿਖਿਆ। ਲੇਕਿਨ ਜਦੋਂ ਮੈਂ ਉਹ ਦੇਖਿਆ ਕਿ ਉਹਦੇ ਲਈ ਕੀ ਉਹਦੀਆਂ ਕੰਡੀਸ਼ਨ ਸੀਗੀਆਂ, ਉਹਦੇ ਸੀਗਾ ਕਿ ਤੁਸੀਂ ਇਹਨੂੰ 35-35-30 ਦੀ ਰੇਸ਼ੋ 'ਚ ਖਰਚ ਕਰਨਾ, 35 ਇਜ਼ ਫॉर ਨਿਊ ਕੰਸਟਰਕਸ਼ਨ, 35 ਇਜ਼ ਫॉर ਰੈਨੋਵੇਸ਼ਨ ਐਂਡ 30 ਇਜ਼ ਫॉर ਪਰਚੇਜ਼ ਆਫ ਨਿਊ ਇਕਵਿਪਮੈਂਟਸ। ਮੈਡਮ ਤੁਸੀਂ ਹੈਰਾਨ ਹੋਵੋਗੇ, ਜਿਹੜੇ ਉਹਨਾਂ ਨੇ ਮੈਨੂੰ ਬਿੱਲ ਭੇਜੇ ਉਹਦੇ ਵਿੱਚ ਕੰਸਟਰਕਸ਼ਨ ਦੇ ਉੱਪਰ ਜਿਹੜਾ ਕਿ 35% ਕਰਨਾ ਸੀ 68% ਕੀਤਾ ਗਿਆ। ਕਿਉਂ? ਸਵਾਲ ਇਹ ਖੜਾ ਹੁੰਦਾ ਕੰਸਟਰਕਸ਼ਨ ਤੇ ਕਿਉਂ 68% ਕੀਤਾ ਗਿਆ। ਪਰਚੇਜ਼ ਆਫ ਇਕਵਿਪਮੈਂਟਸ ਜਿਹੜਾ ਹੈਗਾ ਉਹਦੇ ਤੇ ਘੱਟ ਪੈਸੇ ਆ, ਰੈਨੋਵੇਸ਼ਨ ਤੇ ਘੱਟ ਪੈਸੇ ਆ, ਨਿਊ ਜਿਹੜੀ ਕੰਸਟਰਕਸ਼ਨ ਹੈ ਉਹਦੇ ਤੇ 68%। ਔਰ ਮੈਂ ਕੈਗ ਨੂੰ ਭੇਜਿਆ ਸਾਰਾ ਕੇਸ, ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ, ਜਿਹਦੇ 'ਚ 1% 1 ਰੁਪਈਆ ਵੀ ਇੱਧਰ ਤੋਂ ਇੱਧਰ ਨਹੀਂ ਹੋ ਸਕਦਾ। ਔਰ ਬੜਾ ਕਲੀਅਰ ਕੱਟ ਉਹਨਾਂ ਨੇ ਲਿਖਿਆ ਉਹਦੇ ਵਿੱਚ ਕਿ ਤੁਸੀਂ ਇੱਕ ਕੰਪੋਨੈਂਟ ਦਾ ਪੈਸਾ ਦੂਜੇ ਕੰਪੋਨੈਂਟ 'ਚ ਨਹੀਂ ਖਰਚ ਕਰ ਸਕਦੇ, ਤੁਸੀਂ ਇੱਕ ਸਬ ਕੰਪੋਨੈਂਟ ਦਾ ਪੈਸਾ ਵੀ ਦੂਜੇ ਸਬ ਕੰਪੋਨੈਂਟ 'ਚ ਨਹੀਂ ਪਾ ਸਕਦੇ। ਉਹਦੇ ਬਾਵਜੂਦ 35% ਦਾ 68%। ਉਸ ਤੋਂ ਬਾਅਦ ਇਨ ਦਾ ਮੰਥ ਆਫ ਨਵੰਬਰ ਇੱਕ ਇਨਕੁਆਇਰੀ ਟੀਮ ਬਣਦੀ ਹੈ, 2 ਪ੍ਰਿੰਸੀਪਲਸ ਜਾਂਦੇ ਨੇ ਗਵਰਨਮੈਂਟ ਕਾਲਜਸ ਦੇ, ਉਹ ਜਾਂਦੇ ਨੇ ਉੱਥੇ, ਜੋ ਗੱਲ ਮੈਂ ਕਹਿਣਾ, ਜੋ ਗੱਲ ਮੈਂ ਅਖਬਾਰਾਂ 'ਚ ਦਿੱਤੀ ਉਹੀ ਗੱਲ ਉਹਨਾਂ ਨੇ ਕਹਿ ਦਿੱਤੀ। ਉਹਨਾਂ ਨੇ ਕਿਹਾ ਜੀ ਵੀ ਵਾਕਈ 35 ਤੋਂ ਵੱਧ % ਖਰਚ ਹੋਇਆ ਤੇ ਤੁਸੀਂ ਇਹਨੂੰ ਇਮੀਡੀਏਟਲੀ ਬੰਦ ਕਰ ਦਿਓ। ਇੱਕ ਚਿੱਠੀ ਨਿਕਲਦੀ ਹੈ DDPI ਵੱਲੋਂ, ਇੱਥੇ ਜਿਹੜਾ ਰੂਸਾ ਦਾ ਆਫਿਸ ਹੈਗਾ, ਉਹ ਕੀ ਚਿੱਠੀ ਕੱਢਦਾ ਇਹਨਾਂ ਨੂੰ, ਜਿਹੜੇ 2 ਪ੍ਰਿੰਸੀਪਲਸ ਗਏ ਸੀ, ਉਹ ਕਹਿੰਦੇ ਜੀ ਤੁਸੀਂ ਉੱਥੇ ਗਏ ਸੀਗੇ, ਸਾਨੂੰ ਇਹ ਲੱਗਦਾ ਹੈ ਕਿ ਜਿਹੜੇ ਪ੍ਰਿੰਸੀਪਲ ਹੈ ਗਵਰਨਮੈਂਟ ਕਾਲਜ ਦੇ, ਉਹਨਾਂ ਨੇ ਤੁਹਾਨੂੰ ਰਿਪੋਰਟ ਸਹੀ ਤਰ੍ਹਾਂ ਦਿਖਾਈ ਨਹੀਂ, ਤੁਸੀਂ ਦੁਬਾਰਾ ਜਾ ਕੇ ਚੈੱਕ ਕਰੋ। ਮੈਂ ਹੈਰਾਨ ਹੋਇਆ ਕਿ ਉਸ ਜਿਹੜੇ DDPI ਸੀਗੇ ਉਹਨੂੰ ਕਿੱਦਾਂ ਪਤਾ ਲੱਗ ਗਿਆ ਕਿ ਪ੍ਰਿੰਸੀਪਲ ਨੇ ਜੋ ਕਾਗਜ਼ ਦਿਖਾਣੇ ਸੀ ਦਿਖਾਏ ਨਹੀਂ, ਤੇ ਜੇ ਨਹੀਂ ਦਿਖਾਏ ਕਿ ਉਹਨਾਂ ਨੇ ਕੋਈ ਕਾਰਵਾਈ ਕੀਤੀ ਪ੍ਰਿੰਸੀਪਲ ਤੇ? ਪ੍ਰਿੰਸੀਪਲ ਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ, ਲੇਕਿਨ ਉਹਦਾ ਮਤਲਬ ਕੀ ਸੀ ਕਿ ਰੀਵਿਜ਼ਿਟ ਕਰੋ ਔਰ ਜਿਹੜੀ ਤੁਸੀਂ ਆਹ ਰਿਪੋਰਟ ਦਿੱਤੀ ਹੈ ਇਹਨੂੰ ਬਦਲ ਦਿੱਤਾ ਜਾਵੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਜਗ੍ਹਾ ਦੇ ਵਿੱਚ ਇੱਕ ਨੈਕਸਸ ਹੈ, ਇਹ ਮਾਫੀਆ ਹੈ ਮੈਡਮ। ਔਰ ਇਸ ਮਾਫੀਆ ਦੇ ਵਿੱਚ ਯੂਨੀਵਰਸਿਟੀਜ਼, ਇਸ ਮਾਫੀਆ ਦੇ ਵਿੱਚ ਕਾਲਜਸ, ਇਸ ਮਾਫੀਆ ਦੇ ਵਿੱਚ ਈਵਨ DPI ਕਾਲਜਸ ਪੰਜਾਬ। ਵੀ ਆਲਰੇਡੀ ਹੈਡ ਰੇਤਾ ਮਾਫੀਆ, ਸ਼ਰਾਬ ਮਾਫੀਆ, ਨਸ਼ਾ ਮਾਫੀਆ, ਤੇ ਹੁਣ ਤੁਸੀਂ ਕਾਲਜ ਮਾਫੀਆ ਵੀ, ਸਿੱਖਿਆ ਮਾਫੀਆ ਵੀ ਆ ਗਿਆ। ਸਿੱਖਿਆ ਮਾਫੀਆ ਤਾਂ ਹੈ ਹੀ ਹੈ ਜੀ, ਔਰ ਸਰਕਾਰ ਨੂੰ ਇਹਦੇ ਤੇ ਕੰਮ ਕਰਨਾ ਪਏਗਾ, ਖਾਸ ਕਰਕੇ ਇਸ ਸਰਕਾਰ ਨੂੰ, ਜਿਹੜੇ 2 ਡਿਪਾਰਟਮੈਂਟਸ ਤੇ ਮੇਨ ਕੰਮ ਕਰਨ ਆਈ ਹੈ, ਇਹਨਾਂ ਦੇ ਏਜੰਡੇ ਦੇ ਵਿੱਚ ਹੈ, ਪ੍ਰਾਇੋਰਟੀ ਤੇ ਹੈ ਐਜੂਕੇਸ਼ਨ ਐਂਡ ਦਾ ਸੈਕੰਡ ਵਨ ਇਜ਼ ਹੈਲਥ। ਸੋ ਐਜੂਕੇਸ਼ਨ ਦੇ ਵਿੱਚ ਆਹ ਰਿਪੋਰਟਸ ਅਸੀਂ ਬਾਰ-ਬਾਰ ਸਾਹਮਣੇ ਰੱਖ ਰਹੇ ਹਾਂ। ਸੋ ਚੀਫ ਮਿਨਿਸਟਰ ਸਾਹਿਬ ਸ਼ੁੱਡ ਕਮ ਫਾਰਵਰਡ, ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ। ਪਹਿਲਾਂ ਇੱਕ ਹੋਰ ਰਿਪੋਰਟ ਬਾਰੇ ਵੀ ਗੱਲ ਕੀਤਾ ਸੀ ਕਿ ਜਿਹੜੇ ਕਾਲਜ ਨੂੰ ਏਡ ਮਿਲ ਰਹੀ ਹੈ ਉਹ ਵੀ ਉਹਦਾ ਠੀਕ ਵਰਤੋਂ ਨਹੀਂ ਕਰ ਰਹੇ। ਮੈਡਮ ਇਸ ਤਰ੍ਹਾਂ ਸੀ ਕਿ 1978 ਦੇ ਵਿੱਚ, ਉਸ ਤੋਂ ਪਹਿਲਾਂ ਸਾਰੇ ਪੰਜਾਬ ਦੇ ਕਾਲਜਸ ਅਨਏਡਿਡ ਹੀ ਸੀਗੇ, ਲੇਕਿਨ 1978 ਦੇ ਵਿੱਚ ਇੱਕ ਐਗਜ਼ੈਕਟਿਵ ਆਰਡਰ ਦੇ ਨਾਲ ਇੱਕ ਗ੍ਰਾਂਟ ਇਨ ਏਡ ਸਕੀਮ ਲਿਆਂਦੀ ਗਈ, ਉਹਦਾ ਨਾਮ ਸੀਗਾ ਡੈਫੀਸ਼ੀਟ ਗ੍ਰਾਂਟ, 95% ਡੈਫੀਸ਼ੀਟ ਗ੍ਰਾਂਟ, ਇੱਕ 95% ਮੈਕਸਿਮਮ ਘਾਟਾ ਸੀ ਦੇਣਾ। 44 ਸਾਲ ਹੋ ਗਏ ਹੈ ਅੱਜ ਤੱਕ, 45ਵਾਂ ਸਾਲ ਸ਼ੁਰੂ ਹੋ ਗਿਆ, ਇਹ ਘਾਟਾ 95% ਹੀ ਚੱਲ ਰਿਹਾ, ਨਾ 92 ਹੁੰਦਾ ਨਾ 91 ਹੁੰਦਾ। ਬੜੀ ਕਮਾਲ ਦੀ ਗੱਲ ਹੈ। ਮੈਂ ਪਿੱਛੇ ਜੀ ਮਿਨਿਸਟਰ ਸਾਹਿਬ ਨੂੰ ਮਿਲਿਆ, ਮੈਂ ਕਿਹਾ ਜੀ ਇਹ ਤਾਂ ਹੱਦ ਹੈ, ਇਹ ਨਾ 90 ਹੈ ਨਾ 96 ਹੁੰਦਾ, ਘਾਟਾ 95 ਹੀ ਰਹਿੰਦਾ। ਸੋ ਹੋਇਆ ਕੀ ਹੈ ਇਸ ਦੌਰਾਨ ਕਿ ਇੱਕ ਪਾਸੇ ਤਾਂ ਜਿਹੜੀਆਂ ਮੈਨੇਜਮੈਂਟਸ ਨੇ ਉਹਨਾਂ ਨੇ ਕਰੋੜਾਂ ਰੁਪਈਆ ਗਵਰਨਮੈਂਟਸ ਤੋਂ ਲਿਆ, ਜਿਹੜੀਆਂ ਪੁਰਾਣੀਆਂ ਜਿੰਨੀਆਂ ਵੀ 40 ਸਾਲਾਂ 'ਚ ਗਵਰਨਮੈਂਟਸ ਆਈਆਂ, ਦੂਜੇ ਪਾਸੇ ਉਹਨਾਂ ਨੇ ਉੱਥੋਂ ਪੈਸਾ ਕੱਢ ਕੇ ਆਪਣੇ ਸੈਲਫ ਫਾਈਨਾਂਸਡ ਕਾਲਜਸ ਖੋਲ੍ਹ ਲਏ। ਪਿੱਛੇ ਜੀ ਜਦੋਂ ਆਪ ਗਵਰਨਮੈਂਟ ਆਈ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਆਉਂਦੇ ਸੰਗਰੂਰ ਦੇ ਵਿੱਚ ਇੱਕ ਕਾਲਜ ਦੀ ਮੈਨੇਜਮੈਂਟ ਭੰਗ ਕਰ ਦਿੱਤੀ, ਕਿਉਂਕਿ ਸਰਵਿਸ ਸਿਕਿਉਰਿਟੀ ਐਕਟ ਦੇ ਵਿੱਚ ਇੱਕ ਕਲੌਜ਼ ਹੈ 7C, ਜਿਹਦੇ ਵਿੱਚ ਇਹ ਲਿਖਿਆ ਹੈ ਕਿ ਜੇ ਮਿਸਮੈਨੇਜਮੈਂਟ ਹੈ ਇੰਸਟੀਟਿਊਸ਼ਨ ਦੇ ਵਿੱਚ ਤਾਂ ਦਾ ਪ੍ਰਿੰਸੀਪਲ ਸੈਕਟਰੀ ਹਾਇਰ ਐਜੂਕੇਸ਼ਨ ਕੈਨ ਸਸਪੈਂਡ ਦਾ ਮੈਨੇਜਮੈਂਟ ਆਫ ਦੈਟ ਕਾਲਜ। ਇਹਨਾਂ ਨੇ ਕਰ ਦਿੱਤੀ, ਮੈਕਸਿਮਮ 2 ਸਾਲ ਲਈ ਕਰ ਦਿੱਤੀ।
ਤਾਂ ਪਿੱਛੇ ਜੀ ਜਦੋਂ ਅਸੀਂ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਕਿ ਇਹਦਾ ਹੱਲ ਇੱਕ ਇਹ ਹੈ ਕਿ ਇੱਕ ਨਹੀਂ ਬਲਕਿ 10-15 ਕਾਲਜਾਂ ਦੀ ਮੈਨੇਜਮੈਂਟ ਤੁਹਾਨੂੰ ਸਸਪੈਂਡ ਕਰਨੀਆਂ ਪੈਣਗੀਆਂ ਔਰ ਉੱਥੇ ਐਡਮਿਨਿਸਟ੍ਰੇਟਰ ਲਾਣੇ ਪੈਣਗੇ, ਡਿਪਟੀ ਕਮਿਸ਼ਨਰ ਜਾਂ ਐਸਡੀਐਮ ਨੂੰ ਉੱਥੇ ਐਡਮਿਨਿਸਟ੍ਰੇਟਰ ਲਾਓ ਐਂਡ ਦੈਨ ਯੂ ਵਿਲ ਸੀ ਦ ਚੇਂਜ। ਨੁਹਾਰ ਬਦਲ ਜਾਏਗੀ ਉਹਨੇ ਕਾਲਜਸ ਦੇ ਵਿੱਚ। ਇੱਕ ਕਾਲਜ ਨੂੰ ਕਿੰਨਾ ਪੈਸਾ ਜਾਂਦਾ ਹੋਏਗਾ ਅਪਰੋਕਸੀਮੇਟ 95 ਇਹ ਮੈਡਮ ਸਟਾਫ ਤੇ ਡਿਪੈਂਡ ਕਰਦਾ ਤੁਹਾਡੇ ਕੋਲ ਕਿੰਨਾ ਸਟਾਫ ਹੈ। ਫੋਰ ਐਗਜ਼ਾਮਪਲ ਵੱਡੇ ਕਾਲਜਸ ਨੇ ਉਹਨਾਂ ਕੋਲ ਸਟਰੈਂਥ 100 ਦੀ ਵੀ ਹੈ, 70 ਦੀ ਵੀ ਹੈ, 75 ਦੀ ਵੀ ਹੈ, ਕਿਉਂਕਿ ਪਹਿਲਾਂ ਤਾਂ ਗਵਰਨਮੈਂਟ ਦਿੰਦੀ ਸੀਗੀ। ਇਹ ਜਿਹੜੇ ਕਾਲਜਸ ਹੁੰਦੇ ਕਿ ਸਟੂਡੈਂਟ ਤੋਂ ਪੈਸਾ ਨਹੀਂ ਲੈਂਦੇ ਬਿਕੋਜ਼ ਇਹ 95% ਦੀ ਖਰਚਾ ਸਰਕਾਰ ਦੇ ਰਹੀ ਹੈ। ਐਗਜ਼ੈਕਟਲੀ ਲੈਂਦੇ ਹੈ ਜੀ, ਕਿਉਂ ਨਹੀਂ ਲੈਂਦੇ। ਪਿੱਛੇ ਜੀ ਸਰਕਾਰ ਨੇ ਕਿਹਾ ਕਿ ਅਸੀਂ ਆਨਲਾਈਨ ਪੋਰਟਲ ਸ਼ੁਰੂ ਕਰਨਾ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਪਤਾ ਕਿੱਦਾਂ ਲੱਗੇਗਾ, ਸਰਕਾਰ ਨੇ ਕਿਹਾ ਆਨਲਾਈਨ ਪੋਰਟਲ ਸ਼ੁਰੂ ਕਰਨਾ। ਮੈਨੇਜਮੈਂਟ ਸੈਟ ਕਿ ਜੀ ਅਸੀਂ ਆਨਲਾਈਨ ਪੋਰਟਲ ਤੇ ਨਹੀਂ ਆਣਾ। ਕਿਉਂ ਨਹੀਂ ਆਣਾ ਵੀ ਆਨਲਾਈਨ ਪੋਰਟਲ ਤੇ? ਇਹ ਕਹਿੰਦੇ ਕਿ ਆਨਲਾਈਨ ਪੋਰਟਲ ਤੇ ਜੀ ਆਹ ਨੁਕਸਾਨ ਨੇ। ਇਹ ਹਾਈ ਕੋਰਟ ਗਏ, ਹਾਈ ਕੋਰਟ ਨੇ ਕਿਹਾ ਕੋਈ ਇਹਨਾਂ ਨੂੰ ਰਿਲੀਫ ਨਹੀਂ ਦਿੱਤਾ। ਹਾਈ ਕੋਰਟ ਨੇ ਕਿਹਾ ਸੈਕਟਰੀ ਹਾਇਰ ਐਜੂਕੇਸ਼ਨ ਨੂੰ ਵੀ ਇਹਨਾਂ ਦੇ ਨਾਲ ਇੱਕ ਮੀਟਿੰਗ ਕਰੋ ਔਰ ਸਪੀਕਿੰਗ ਆਰਡਰ ਪਾਸ ਕਰੋ। ਉਹ ਸਪੀਕਿੰਗ ਆਰਡਰ ਦੀ ਕਾਪੀ ਜਦੋਂ ਸਾਡੇ ਕੋਲ ਆਈ ਤਾਂ ਇਹਨਾਂ ਨੇ 3 4 5 6 ਇਸ਼ੂਜ਼ ਲਏ। ਕੀ ਇਸ਼ੂ ਸੀਗੇ ਕਿ ਦੇਖੋ ਜੀ ਪਿੰਡਾਂ ਦੇ ਵਿੱਚ ਇੰਟਰਨੈਟ ਨਹੀਂ ਚੱਲਦਾ। ਦ ਸੈਕੰਡ ਵਨ ਇਜ਼ ਅਸੀਂ ਐਡਮਿਸ਼ਨਸ ਸ਼ੁਰੂ ਕਰ ਚੁੱਕੇ ਹਾਂ ਤੇ ਹੁਣ ਤਾਂ ਇਹ ਹੋ ਨਹੀਂ ਸਕਦਾ। ਤੀਸਰਾ ਇਹਨਾਂ ਨੇ ਕਿਹਾ ਕਿ ਜੀ ਵੀ ਇਹ ਜਿਹੜਾ ਆਨਲਾਈਨ ਪੋਰਟਲ ਹੈਗਾ, ਠੀਕ ਹੈ ਨਾ, ਇਹਦਾ ਜਿਹੜਾ ਇੱਕ ਉਹ ਗੇਟਵੇ ਹੈਗਾ ਜਿਹਦੇ ਥਰੂ ਇਹ ਪੇਮੈਂਟ ਜਾਏਗੀ ਉਹ ਪਤਾ ਨਹੀਂ ਸਿਕਿਉਰ ਹੈ ਕਿ ਨਹੀਂ ਹੈਗਾ। ਗਵਰਨਮੈਂਟ ਨੇ ਬਕਾਇਦਾ ਜਵਾਬ ਦਿੱਤਾ। ਉਹਨੇ ਕਿਹਾ ਜੀ ਪਹਿਲੀ ਗੱਲ ਇਹ ਜਿਹੜਾ ਜਿਸ ਦੇ ਥਰੂ ਇਹ ਪੇਮੈਂਟ ਹੋਏਗੀ ਇਹ ਸਾਡਾ ਨਹੀਂ ਹੈ, ਗਵਰਨਮੈਂਟ ਆਫ ਇੰਡੀਆ ਦਾ। ਉਹਦੇ ਥਰੂ ਹੋਰ ਵੀ ਬਹੁਤ ਸਾਰੇ ਇੰਸਟੀਟਿਊਸ਼ਨਸ ਚ ਦੁਨੀਆ ਭਰ ਦੇ ਵਿੱਚ ਆਨਲਾਈਨ ਹੋ ਗਿਆ। ਨੰਬਰ 2 ਉਹਨਾਂ ਨੇ ਕਿਹਾ ਕਿ ਜਦੋਂ ਕੋਵਿਡ ਦਾ ਪੀਰੀਅਡ ਸੀਗਾ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਾਈਆਂ ਹੋਈਆਂ, ਰਿਮੋਟ ਏਰੀਆਜ਼ ਦੇ ਵਿੱਚ ਤਰਨਤਾਰਨ ਸਾਈਡ ਤੇ ਚਲੇ ਜੋ ਪੜ੍ਹਾਈਆਂ ਹੋਈਆਂ, ਇਹ ਤਾਂ ਹੁਣ ਗੱਲ ਕਹਿਣ ਵਾਲੀ ਹੈ ਨਹੀਂ। ਉਹਨਾਂ ਨੇ ਕਿਹਾ ਵੀ ਸਾਡੇ ਸੁਵਿਧਾ ਸੈਂਟਰ ਬਣਿਆ, ਜੇ ਬਹੁਤੀ ਪ੍ਰੋਬਲਮ ਹੈ ਸਟੂਡੈਂਟਸ ਉੱਥੇ ਜਾ ਕੇ ਭਰ ਸਕਦੇ ਆ। ਸੋ ਕਹਿਣ ਦਾ ਮਤਲਬ ਇਹ ਸੀਗਾ ਗਵਰਨਮੈਂਟ ਦਾ ਕਿ ਤੁਸੀਂ ਕਿਉਂ ਨਹੀਂ ਆਨਲਾਈਨ ਪੋਰਟਲ ਤੇ ਆ ਰਹੇ। ਇਸ ਕਰਕੇ ਨਹੀਂ ਆ ਰਹੇ ਕਿਉਂਕਿ ਜੋ ਕੁਝ ਵੀ ਹੈਗਾ ਉਹ ਟ੍ਰਾਂਸਪੇਰੈਂਟ ਹੋ ਜਾਣਾ ਸਾਰਾ। ਸੋ ਬੱਚੇ ਤੋਂ ਫੀਸ ਵੀ ਲੈਂਦੇ ਨੇ, ਬੱਚੇ ਤੋਂ ਫੀਸ ਵੀ ਲੈਂਦੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਹੁਣ ਕੁਝ ਕਾਲਜਸ ਨੇ ਆਨਲਾਈਨ ਪ੍ਰੋਸਪੈਕਟਸ ਬਣਾ ਲਏ, ਈ ਪ੍ਰੋਸਪੈਕਟਸ। ਅੱਗੇ ਕੀ ਹੁੰਦਾ ਸੀ, ਪ੍ਰੋਸਪੈਕਟਸ ਛਪਵਾਉਂਦੇ ਸੀ, 50-100 ਰੁਪਏ ਦੀ ਕਾਪੀ ਬਣਦੀ ਸੀ ਤੇ 250-300 ਰੁਪਏ ਪ੍ਰੋਸਪੈਕਟਸ ਦਾ ਲੈਂਦੇ ਸੀ, ਆਪਾਂ ਵੀ ਦਿੰਦੇ ਰਹੇ ਹਾਂ। ਹੁਣ ਅੱਜ ਕੱਲ ਕੀ ਹੈ, ਇੱਕ ਤਾਂ ਈ ਪ੍ਰੋਸਪੈਕਟਸ ਹੈ ਉਹਦਾ ਪੈਸਾ ਕੋਈ ਨਹੀਂ ਲੱਗਿਆ, ਫਾਰਮ 400 ਰੁਪਏ ਦਾ, 4 ਪੇਜ ਦਾ ਫਾਰਮ ਤੇ ਲੁੱਟ ਪਾਈ ਹੋਈ ਹੈ ਤੇ 400 ਰੁਪਏ ਦਾ ਫਾਰਮ ਲੈ ਲਿਆ। ਉਹ ਈ ਪ੍ਰੋਸਪੈਕਟਸ ਦੇ ਪੈਸੇ ਵੀ ਬਚ ਗਏ ਤੇ ਦੂਸਰਾ ਸਟੂਡੈਂਟ ਤੋਂ 400 ਰੁਪਈਆ ਵੀ, ਜਾਂ ਕਿਸੇ ਨੇ 500 ਲੈ ਲਿਆ, ਕਿਸੇ ਨੇ 600 ਲੈ ਲਿਆ, ਇਹ ਵੀ ਲੈਣਾ ਸ਼ੁਰੂ ਕਰ ਦਿੱਤਾ। ਸੋ ਕਹਿਣ ਦਾ ਮਤਲਬ ਹੈ ਕਿ ਮੈਨੇਜਮੈਂਟਸ ਜਿਹੜੀਆਂ ਨੇ ਉਹ ਟ੍ਰਾਂਸਪੇਰੈਂਸੀ ਤੋਂ ਡਰਦੀਆਂ ਕਿਉਂ ਨੇ। ਸੋ ਜਿਹੜੇ ਏਡਡ ਕਾਲਜ ਆ ਉਹਨੇ ਪ੍ਰੋਸਪੈਕਟਸ ਤੋਂ 400 ਰੁਪਏ ਲੈ ਲਿਆ, ਠੀਕ ਹੈ, ਫਿਰ ਬੱਚੇ ਤੋਂ ਫੀਸ ਲੈ ਲਈ ਜੀ, ਤੇ ਉਹਨੇ ਫਿਰ ਲਾਸ ਕਿੱਦਾਂ ਸ਼ੋ ਕਰਤਾ 95% ਦੀ। ਇਹੀ ਤਾਂ ਕਮਾਲ ਹੈ, ਇਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਆਡਿਟ ਹੋਵੇ। ਅਸੀਂ ਗਵਰਨਮੈਂਟ ਨੂੰ ਕੀ ਕਿਹਾ ਕਿ ਤੁਸੀਂ 8 10 15 ਕਾਲਜਸ, ਅਸੀਂ ਤਾਂ ਬਹੁਤ ਵੱਡੀ ਲਿਸਟ ਦਿੱਤੀ ਹੈ ਗਵਰਨਮੈਂਟ ਨੂੰ। ਇਹ ਜਿਹੜੀ ਏਡ ਹੈ ਇਹ ਕਿਸ ਲਈ ਯੂਜ਼ ਹੋ ਸਕਦੀ ਹੈ? ਇਹ ਏਡ ਯੂਜ਼ ਹੋਣੀ ਹੈ, ਜਿਹੜੀ ਏਡ ਹੈ ਇਹ ਇਹਨਾਂ ਨੂੰ ਮਿਲਦੀ ਹੈ ਕਾਲਜ ਟੀਚਰਸ ਦੀ ਸੈਲਰੀਜ਼ ਦੇ ਲਈ। ਠੀਕ ਹੈ, ਟੀਚਰ ਤੋਂ ਸੈਲਰੀ ਟਾਈਮ ਤੇ ਮਿਲਦੀ ਨਹੀਂ ਹੈ। ਯੈਸ, ਯੂ ਆਰ ਰਾਈਟ। ਮਤਲਬ ਮੈਂ ਹੁਣ ਬਹੁਤ ਸਾਰੇ ਵੱਡੇ ਕਾਲਜਸ ਦੀਆਂ ਗੱਲਾਂ ਕਰਾਂ ਤਾਂ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਪੇ ਸਕੇਲ ਹੈ ਉਸ ਤੋਂ ਬਾਅਦ ਉਹਨਾਂ ਦੇ ਗ੍ਰੇਡ ਪੇ ਹੁੰਦੇ ਆ, ਠੀਕ ਹੈ, ਉਸ ਤੋਂ ਬਾਅਦ ਉਹਨਾਂ ਦੀਆਂ PhD ਦੀਆਂ ਇੰਕਰੀਮੈਂਟਸ ਹੁੰਦੀਆਂ, ਉਹ ਮਿਲ ਨਹੀਂ ਰਹੀਆਂ ਫਰਮ ਦਾ ਲਾਸਟ 1 ਡੈਕੇਡ ਜੀ। 10 ਸਾਲ ਹੋ ਗਏ ਆ, ਲੋਕ ਧੱਕੇ ਖਾ ਰਹੇ ਨੇ, ਕਿੱਥੇ ਜਾਣ। ਔਰ ਸਾਡਾ ਜਿਹੜਾ ਐਜੂਕੇਸ਼ਨਲ ਟ੍ਰਿਬਿਊਨਲ ਹੈ ਕੇਸਿਸ ਨਾਲ ਭਰਿਆ ਪਿਆ। ਅੱਗੇ ਹੁੰਦਾ ਸੀ, ਇਹਦਾ ਪਰਪਸ ਕੀ ਸੀ ਐਜੂਕੇਸ਼ਨਲ ਟ੍ਰਿਬਿਊਨਲ ਦਾ, ਕਿ ਲੋਕ ਜਾਣ 5-6 ਮਹੀਨੇ 'ਚ ਫੈਸਲਾ ਹੋ ਜੇ। 3-3 ਸਾਲ ਹੋ ਗਏ ਆ, ਕੇਸ ਲਟਕੇ ਪਏ ਆ। ਔਰ ਪੰਜਾਬ ਗਵਰਨਮੈਂਟ ਦੀ ਨਾਕਾਮੀ ਇਹ ਹੈ ਕਿ ਚਾਹੇ ਉਹ ਪਿਛਲੀ ਗਵਰਨਮੈਂਟ ਸੀ ਚਾਹੇ ਹੁਣ ਵੀ ਹੈ, ਐਜੂਕੇਸ਼ਨਲ ਟ੍ਰਿਬਿਊਨਲ ਦੇ ਵਿੱਚ ਇਸ ਟਾਈਮ ਤੱਕ ਜੱਜ ਹੈ ਨਹੀਂਗਾ ਇੱਕ ਵੀ। ਲਗਭਗ 8 ਮਹੀਨੇ ਹੋ ਗਏ ਆ, ਰੁਲ ਰਹੇ ਆ ਕੇਸਿਸ, ਟੀਚਰਸ ਮਰ ਰਹੇ ਨੇ, ਲੇਕਿਨ ਐਜੂਕੇਸ਼ਨਲ ਟ੍ਰਿਬਿਊਨਲ ਦੇ ਵਿੱਚ ਜੱਜ ਹੀ ਕੋਈ ਨਹੀਂ, ਇਸ ਟਾਈਮ ਚੇਅਰਮੈਨ ਹੀ ਹੈ ਨਹੀਂਗਾ। ਬਟ ਸਭ ਤੋਂ ਵੱਡਾ ਜਿਹੜਾ ਤਰਾਸਦੀ ਜਿਹੜੇ 10 ਸਾਲਾਂ ਵਿੱਚ ਬੱਚੇ ਡਿਗਰੀਆਂ ਲੈ ਕੇ ਆਏ ਨੇ, ਉਹਨਾਂ ਨੂੰ ਇੱਕ ਤਾਂ ਐਜੂਕੇਸ਼ਨ ਕੁਆਲਿਟੀ ਘੱਟ ਮਿਲੀ ਹੈ ਜੀ, ਉਹਨਾਂ ਦੀ ਡਿਗਰੀ ਦੀ ਵੈਲਿਊ ਨਹੀਂ। ਤਦ ਅਸੀਂ ਦੇਖ ਰਹੇ ਹਾਂ ਕਿ ਅੱਜ ਸਾਡੇ ਬੱਚੇ ਘਬਰਾਏ ਹੋਏ ਨੇ। ਉਹੀ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਨੌਕਰੀਆਂ ਚੰਗੀਆਂ ਨਹੀਂ ਮਿਲਣਗੀਆਂ। ਐਗਜ਼ੈਕਟਲੀ। ਸੋ ਉਹ ਲਾਸ, ਇਹ ਸਕੈਮ ਤਾਂ ਹੋਇਆ, ਪਰ ਜਿਹੜਾ ਫਿਊਚਰ ਦਾ ਅਗਲੀ ਪੀੜ੍ਹੀ ਦਾ ਲਾਸ ਹੈ ਉਹ ਤਾਂ ਬਹੁਤ ਹੈ, ਉਹ ਤਾਂ ਪੂਰਾ ਨਹੀਂ ਹੋ ਸਕਦਾ। ਉਹਨਾਂ ਦੀ ਜ਼ਿੰਦਗੀਆਂ ਤੁਸੀਂ ਇੱਕ ਲੈਵਲ ਤੇ ਤਬਾਹੀ ਕਰਤੀਆਂ। ਇਸੇ ਕਰਕੇ ਮੈਡਮ ਪਹਿਲੀ ਗੱਲ ਤਾਂ ਇਸ ਪ੍ਰੋਫੈਸ਼ਨ 'ਚ ਤਾਂ ਹੁਣ ਕੋਈ ਆਉਣਾ ਨਹੀਂ ਚਾਹੁੰਦਾ। ਕਿਹੜੇ ਪ੍ਰੋਫੈਸ਼ਨ ਵਿੱਚ ਜਾਣਾ ਚਾਹੁੰਦਾ ਮੈਨੂੰ ਦੱਸ ਦਿਓ। ਠੀਕ ਹੈ ਤੁਹਾਡੀ ਗੱਲ, ਪਰ ਇਹਨੂੰ ਇੱਕ ਬੜਾ ਨੋਬਲ ਪ੍ਰੋਫੈਸ਼ਨ ਕਿਹਾ ਜਾਂਦਾ ਸੀ, ਨੇਸ਼ਨ ਬਿਲਡਰ ਕਹਿੰਦੇ ਆ ਅਸੀਂ, ਚਾਹੇ ਉਹ ਸਕੂਲਸ ਦੇ ਟੀਚਰਸ ਨੇ ਚਾਹੇ ਕਾਲਜਸ ਦੇ ਵਿੱਚ। ਠੀਕ ਹੈ, ਡਾਕਟਰ ਰਾਧਾ ਕ੍ਰਿਸ਼ਨਨ ਦੀ ਅਸੀਂ ਗੱਲ ਕਰਦੇ ਹਾਂ, ਹਰ ਵਾਰ ਅਸੀਂ ਟੀਚਰਸ ਡੇ ਤੇ ਉਹਨਾਂ ਦੀਆਂ ਗੱਲਾਂ ਕਰਕੇ ਖਤਮ ਕਰ ਦਿੰਦੇ ਹਾਂ। ਗਵਰਨਮੈਂਟ ਵੀ ਵੱਡੇ ਉਹ ਦੇਖਿਆ ਕਿ ਸਾਡੇ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ, ਉਹ ਆਪਣੇ ਟੀਚਰ ਨੂੰ ਮਿਲਣਗੇ। ਐਗਜ਼ੈਕਟਲੀ, ਕੇਰਲਾ ਦੇ ਵਿੱਚ ਮੈਂ ਵੀ ਦੇਖ ਰਿਹਾ ਸੀ, ਅਖਬਾਰ 'ਚ ਪੜ੍ਹ ਰਿਹਾ ਸੀਗਾ ਕਿ ਉਹ ਮਿਲਣ ਗਏ ਨੇ। ਲੇਕਿਨ ਟੀਚਰ ਦਾ ਉਹ ਰੋਲ ਹੁੰਦਾ ਸੀਗਾ ਕਿ ਮਤਲਬ ਤੁਸੀਂ ਉਹਨਾਂ ਨੂੰ ਮਿਲੋ ਤੇ ਸਤਿਕਾਰ, ਬਿਲਕੁਲ। ਔਰ ਮੈਂ ਉਹ ਟੀਚਰ ਦਾ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਵੀ ਇਹ ਜਿਹੜਾ ਇੱਕ ਸਟੂਡੈਂਟ ਨੇ
ਜੋ ਉਹ ਮਤਲਬ ਮੇਰੀ ਸਾਰੀ ਪੜ੍ਹਾਈ ਦਾ ਵਾਪਸ ਕੀਤਾ ਹੈ ਨਾ, ਗੁਰੂ ਦਕਸ਼ਨਾ ਜਿਹੜੀ ਹੈ ਉਹ ਮੇਰੀ ਉਹ ਇਹੀ ਹੈ, ਠੀਕ ਹੈ ਨਾ। ਸੋ ਤੁਹਾਡੀ ਗੱਲ ਠੀਕ ਹੈ, ਲੇਕਿਨ ਹੁਣ ਬੀਇੰਗ ਅ ਟੀਚਰ ਮੈਂ 23 ਸਾਲ ਹੋ ਗਏ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ, ਠੀਕ ਹੈ। ਤੁਸੀਂ ਲੜਦੇ ਹੋ, ਜ਼ਿਆਦਾ ਟਾਈਮ ਨਹੀਂ ਹੋ ਗਿਆ? ਹਾਂ, ਤੁਸੀਂ ਕਹਿ ਲਓ, ਇਹ ਵੀ ਕਹਿ ਸਕਦੇ ਆ। ਜਿੰਨੀ ਤੁਸੀਂ ਲੜਾਈ ਲੜੀ ਹੈ ਉਹ ਪੜ੍ਹਾਉਣ ਦਾ ਟਾਈਮ ਮਿਲਿਆ ਹੈਗਾ? ਪੜ੍ਹਾਉਣ ਦਾ ਟਾਈਮ ਮਿਲਿਆ ਮੈਡਮ। ਉਹ ਐਕਚੁਅਲੀ ਸਾਨੂੰ ਮੈਨੂੰ ਇਹ ਲੱਗਦਾ ਸੀਗਾ ਕਿ ਜਿਸ ਪ੍ਰੋਫੈਸ਼ਨ ਦੇ ਵਿੱਚ ਮੈਂ ਹੈਗਾ, ਮੈਂ ਇੱਕ ਪ੍ਰੈਕਟੀਕਲ ਐਜੂਕੇਸ਼ਨ ਸਟੂਡੈਂਟਸ ਨੂੰ ਦੇ ਪਾਵਾਂ। ਕਿ ਜਿਨ੍ਹਾਂ ਅੱਜ ਮੈਂ ਪੋਲੀਟੀਕਲ ਸਾਇੰਸ ਦਾ ਟੀਚਰ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦਾ, ਮੈਂ ਡਿਊਟੀਜ਼ ਦੀ ਗੱਲ ਕਰਦਾ, ਮੈਂ ਕਨਸਟੀਟਿਊਸ਼ਨ ਦੇ ਬਾਰੇ ਪੜ੍ਹਾਉਣਾ, ਮੈਂ ਜੁਡੀਸ਼ੀਅਲ ਐਕਟਿਵਿਜ਼ਮ ਦੀ ਗੱਲ ਕਰਦਾ, ਤਾਂ ਮੈਂ ਸਟੂਡੈਂਟਸ ਨੂੰ ਕਿੱਦਾਂ ਦੱਸਾਂ ਬਈ ਕੀ ਹੈ ਜੁਡੀਸ਼ੀਅਲ ਐਕਟਿਵਿਜ਼ਮ, ਮੈਂ ਕਿੱਦਾਂ ਦੱਸਾਂ ਵੀ ਰਾਈਟਸ ਕੀ ਨੇ, ਆਰਟੀਆਈ ਮੈਂ ਪੜ੍ਹਾਉਣਾ ਤੇ ਆਰਟੀਆਈ ਹੈ ਕੀ ਹੈ। ਸੋ ਮੈਂ ਕਈ ਵਾਰੀ ਸਟੂਡੈਂਟਸ ਨੂੰ ਕਹਿੰਦਾ ਹੁੰਦਾ ਸੀ ਵੀ ਮੈਂ ਖੁਦ ਆਰਟੀਆਈ ਪਾਈ ਹੈ ਵੀ, ਤੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਸਰ ਵੀ ਇਹ ਸਿਸਟਮ ਨਾਲ ਲੜਨਾ ਸੌਖਾ, ਤੇ ਮੈਂ ਕਿਹਾ ਬਈ ਵਾਕਈ ਔਖਾ। ਔਰ ਜਦੋਂ ਮੈਂ ਉਸ ਦੌਰ 'ਚੋਂ ਗੁਜ਼ਰਿਆ, ਜਦੋਂ ਮੈਨੂੰ 20-22 ਦਿਨ ਧਰਨੇ ਤੇ ਬਹਿਣਾ ਪਿਆ ਦਿਨ ਰਾਤ, ਐਂਡ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਕਿ ਮੇਰੇ ਸਟੂਡੈਂਟਸ ਉਸ ਧਰਨੇ ਤੇ ਮੇਰੇ ਨਾਲ ਆ ਕੇ ਬੈਠਦੇ ਸੀਗੇ ਰਾਤਾਂ ਨੂੰ। ਮਤਲਬ ਮੁੰਡੇ ਅੱਜ ਕੱਲ੍ਹ ਕਹਿੰਦੇ ਵੀ ਹੁਣ ਉਹ ਹੈ ਨਹੀਂ ਗੇ ਜੀ ਸਟੂਡੈਂਟਸ, ਮੈਂ ਇਦਾਂ ਨਹੀਂ ਮੰਨਦਾ। ਜੇ ਤੁਸੀਂ ਬੈਸਟ ਦਿੱਤਾ ਹੋਇਆ ਨਾ ਤੇ ਉਹ ਸਟੂਡੈਂਟ ਸਵੇਰ ਨੂੰ ਸਫਾਈ ਕਰਦੇ ਹੁੰਦੇ ਸੀਗੇ ਉੱਥੇ ਉਸ ਧਰਨੇ ਵਾਲੀ ਜਗ੍ਹਾ ਤੇ, ਕਿਉਂਕਿ ਧਰਨਾ ਇੱਕ ਬੜੀ ਪਵਿੱਤਰ ਜਗ੍ਹਾ। ਅਸੀਂ ਇਹ ਕਿਸਾਨਾਂ ਤੋਂ ਸਿੱਖਿਆ ਸੀਗਾ, ਸਾਡੇ ਬਾਬਿਆਂ ਤੋਂ ਸਿੱਖਿਆ, ਜਿਨ੍ਹਾਂ ਨੇ 1 ਸਾਲ ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਹਿਲਾਇਆ ਸੀਗਾ। ਸੋ ਸਾਨੂੰ ਇਹ ਲੱਗਦਾ ਸੀ ਵੀ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਵੀ ਬਾਰ-ਬਾਰ ਕੋਰਟਸ ਦੇ ਵਿੱਚ, ਕਿਉਂਕਿ ਸਾਨੂੰ ਜਿਹੜਾ ਸਿਸਟਮ ਹੈ ਨਾ ਜਿਹਨੂੰ ਮੈਂ ਲਾਲੈਸਨੈਸ ਕਹਿ ਰਿਹਾ, ਇਹ ਬਾਰ-ਬਾਰ ਧਕੇਲ ਰਿਹਾ ਸਾਨੂੰ ਵੀ ਕੋਰਟਸ ਦੇ ਵਿੱਚ ਹੀ ਜਾਓ, ਉੱਥੇ ਫਿਰ ਸਾਲਾਂ ਵਿੱਚ ਅੜ ਜਾਓ ਨਾ, ਉੱਥੇ ਜਾ ਕੇ ਅੜ ਜਾਓ। ਮਤਲਬ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਅੱਜ ਸਾਡੇ ਕੇਸਿਸ ਜਾਂਦੇ ਨੇ। ਮੈਂ ਇੱਕ ਐਗਜ਼ਾਮਪਲ ਦੇਣਾ ਜੀ। ਇੱਕ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇੱਕ ਏਰੀਆ ਪੈਂਦਾ ਸਿੱਧਵਾਂ, ਉੱਥੇ ਇੱਕ ਕਾਲਜ ਹੈ। ਉਸ ਕਾਲਜ ਦੇ ਵਿੱਚ 10-11 ਟੀਚਰਸ ਨੇ, ਜ਼ਿਆਦਾ ਨੇ ਲੇਕਿਨ 10-11 ਉਹਨਾਂ ਟੀਚਰਸ ਦੀ ਮੈਂ ਗੱਲ ਕਰ ਰਿਹਾ ਜਿਹੜੇ ਕਿ ਏਡਡ ਪੋਸਟ ਤੇ ਨੇ। ਸਰਕਾਰ ਨੇ 75% ਤਨਖਾਹ ਉਹਨਾਂ ਨੂੰ ਦੇਣੀ ਹੈ, 25% ਸਿਰਫ ਮੈਨੇਜਮੈਂਟ ਨੇ ਕੋਲੋਂ ਦੇਣੀ ਹੈ। ਵੈਲ ਕੁਆਲੀਫਾਈਡ ਟੀਚਰਸ ਹੈ, ਤੁਸੀਂ ਉਹਨਾਂ ਨੂੰ ਅਪਾਇੰਟ ਕਰ ਲਿਆ। 6-6 ਸਾਲ 7-7 ਸਾਲ ਹੋ ਗਏ ਮੈਡਮ, ਉਹਨਾਂ ਨੂੰ ਰੈਗੂਲਰਾਈਜ਼ ਨਹੀਂ ਕੀਤਾ ਜਾ ਰਿਹਾ, ਕਿਉਂਕਿ ਕਾਲਜ ਉਹਨਾਂ ਦੇ ਕੇਸ ਬਣਾ ਕੇ ਡੀਪੀਆਈ ਨੂੰ ਭੇਜੇਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਏਗਾ। ਮੈਨੂੰ ਤਾਂ ਸਮਝ ਇਹ ਨਹੀਂ ਆਉਂਦੀ ਕਿ 75% ਸਰਕਾਰ ਨੇ ਦੇਣਾ 100 ਚੋਂ 25% ਸਿਰਫ ਤੁਸੀਂ ਕੋਲੋਂ ਦੇਣਾ, ਤੁਸੀਂ ਉਹ ਵੀ ਦੇ ਕੇ ਰਾਜੀ ਨਹੀਂ। ਇਹਦਾ ਮਤਲਬ ਹੈ ਕਿ ਮੈਨੇਜਮੈਂਟਾਂ ਕੋਲ ਪੈਸੇ ਦੀ ਕਮੀ ਨਹੀਂ, ਉਹਨਾਂ ਦੀਆਂ ਨੀਤਾਂ ਮਾੜੀਆਂ ਨੇ। ਜੇ ਉਹ ਇਹ ਪੈਸਾ ਰੋਕਣਗੇ ਉਹਨਾਂ ਨੂੰ ਫਾਇਦਾ ਕੀ ਹੋਏਗਾ? ਕਿਹਨਾਂ ਨੂੰ ਜੀ? ਮੈਨੇਜਮੈਂਟ ਨੂੰ। ਉਹਨਾਂ ਨੂੰ ਇਹ ਹੈ, ਉਹ ਜੋ ਇਹ ਕਹਿੰਦੇ ਨੇ ਕਿ ਅਸੀਂ 25% ਦੇਣਾ ਪੈਣਾ, ਅਸੀਂ ਉਹ 25 ਵੀ ਨਹੀਂ ਦੇਣਾ। ਉਹ ਇਹ ਕਹਿ ਰਹੇ ਨੇ ਕਿ ਅਸੀਂ 25% ਵੀ ਨਹੀਂ ਦੇਣਾ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅੱਗੇ ਸਕੇਲ ਰਿਵਾਈਜ਼ ਹੋਣੇ ਆ, ਤੇ ਜਦੋਂ ਸਕੇਲ ਰਿਵਾਈਜ਼ ਹੋਣਗੇ ਤਾਂ 25% ਸਾਡਾ 25% ਜ਼ਿਆਦਾ ਪੈ ਜਾਏਗਾ। 25% ਜ਼ਿਆਦਾ ਪੈ ਜਾਏਗਾ। ਤੇ ਹੁਣ ਉਹਨਾਂ ਨੂੰ ਉਸ 25% ਤੋਂ ਵੀ ਘੱਟ ਮਿਲਦਾ ਹੈਗਾ। ਕਿਹਨਾਂ ਨੂੰ? ਹੁਣ ਤਾਂ ਟੀਚਰਸ ਨੂੰ 20,000 ਰੁਪਏ ਸੈਲਰੀ, 21,600 ਜੋ ਸੈਲਰੀ ਬੇਸਿਕ ਪੇ ਹੈ ਉਹ ਦਿੱਤੀ ਜਾ ਰਹੀ ਹੈ, ਕਿਉਂਕਿ ਨੈਚੁਰਲੀ ਉਹ ਰੈਗੂਲਰਾਈਜ਼ ਹੋਣਗੇ, ਕੇਸਿਸ ਜਾਣਗੇ ਤਾਂ ਉਹਨਾਂ ਦੀ 60-70,000 ਰੁਪਏ ਉਹ 25% ਹੀ 25,000 ਹੋ ਜਾਏਗਾ। ਐਗਜ਼ੈਕਟਲੀ। ਮੈਂ ਕਹਿੰਦਾ ਜੇ 25,000 ਦੇ ਵਿੱਚ ਵੀ ਮੈਨੇਜਮੈਂਟ ਨੂੰ ਇੱਕ ਵੈਲ ਕੁਆਲੀਫਾਈਡ PhD ਹੋਲਡਰ ਬੰਦੇ ਮਿਲ ਰਹੇ ਨੇ ਤੁਹਾਨੂੰ, ਲੇਕਿਨ ਤੁਸੀਂ ਐਜੂਕੇਸ਼ਨ ਦਾ ਆਹ ਹਾਲ ਕਰ ਦਿੱਤਾ। ਸੋ ਇਹਦਾ ਹੱਲ ਤੇ ਨਿਕਲਦਾ ਹੈ ਕਿ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਵੀ ਸੈਨੇਟ ਵੱਲੋਂ ਕੋਈ ਮੀਟਿੰਗਸ ਨਹੀਂ ਹੋਈ, ਕੋਈ ਜਾਂਚ ਨਹੀਂ ਹੋਈ, ਇਹਨਾਂ ਦੇ ਰੈਗੂਲਰ ਚੈੱਕਸ ਨਹੀਂ ਹੋਏ। ਜਦ ਉਹ ਚੈੱਕਸ ਹੋਣਗੇ ਤਾਂ ਕੁਆਲਿਟੀ ਆਫ ਐਜੂਕੇਸ਼ਨ ਤਾਂ ਹੀ ਕੰਮ ਹੋਏਗਾ ਨਾ। ਮੈਡਮ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਉਹਦੇ ਵਿੱਚ ਕੈਗ ਨੇ ਗੱਲ ਕਹਿ ਦਿੱਤੀ ਹੈ ਕਿ ਕਾਲਜਸ ਨੂੰ ਜਦੋਂ ਐਫੀਲੀਏਸ਼ਨ ਦਿੱਤੀ ਜਾਂਦੀ ਹੈ, ਉਹ ਕਹਿੰਦਾ ਕਿ ਟੈਂਪਰੇਰੀ ਐਫੀਲੀਏਸ਼ਨਸ ਹੁੰਦੀਆਂ, ਤਾਂ ਹੁੰਦਾ ਕੀ ਹੈ ਕਿ ਜਿਹੜੀ ਪੁਰਾਣੀ ਟੀਮ ਗਈ ਸੀਗੀ ਉਹਨੇ ਜੋ ਵੀ ਡੈਫੀਸ਼ੀਐਂਸੀਜ਼ ਦੇਖੀਆਂ ਉਹਦੀ ਕੰਪਲਾਇੰਸ ਕਿੰਨੀ ਹੋਈ ਹੈ। ਤਾਂ ਕੈਗ ਦੀ ਰਿਪੋਰਟ ਕਹਿ ਰਹੀ ਹੈ ਕਿ about observed in respect of 11 randomly test checked colleges out of 42 colleges of PU Patiala during 2015 to 20 that the university had granted temporary affiliation in spite of persistent deficiencies like conditional affiliation granted without ensuring compliance of recommendations of previous inspection committees। ਤਾਂ ਕੀ ਸੀਗੀਆਂ ਡੈਫੀਸ਼ੀਐਂਸੀਜ਼? ਕਿ ਤੁਸੀਂ ਰੈਗੂਲਰ ਪ੍ਰਿੰਸੀਪਲ ਨਹੀਂ ਰੱਖਿਆ ਹੋਇਆ। ਕੀ ਸੀਗੀਆਂ? ਕਿ ਤੁਸੀਂ ਰਿਸਰਚ ਫੈਸਿਲਿਟੀਜ਼ ਕਿੰਨੀਆਂ ਟੀਚਰਸ ਨੂੰ ਦਿੱਤੀਆਂ ਹੋਈਆਂ। ਕੀ ਸੀਗੀਆਂ? ਕਿ ਤੁਸੀਂ ਕੋਈ ਲਾਇਬ੍ਰੇਰੀ ਕਲਚਰ ਕਾਲਜ ਪੈਦਾ ਕੀਤਾ, ਬੁੱਕਸ ਦਾ ਸਟਾਕ ਕਿੰਨਾ ਤੁਹਾਡੇ ਕੋਲ ਹੈਗਾ। ਫਿਰ ਉਹ ਕਾਲਜ ਕਾਹਦੇ ਰਹੇ ਜੇ ਚੀਜ਼ਾਂ ਨਹੀਂ ਹੈ। ਇਹ ਯੈਸ, ਇਹੀ ਤਾਂ ਕਹਿ ਰਹੇ ਕਾਲਜ ਹੀ ਨਹੀਂ ਹੋਇਆ। ਤੇ ਫਿਰ ਰੈਗੂਲੇਟਰੀ ਬਾਡੀਜ਼ ਕਰਦੀਆਂ ਕੀ ਰਹੀਆਂ? ਔਰ ਕੈਗ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਟੋਟਲ ਜਿਹੜੀਆਂ ਨੇ ਇਨ PU ਪਟਿਆਲਾ 264 ਕਾਲਜਸ ਵਰ ਐਫੀਲੀਏਟਡ ਫॉर ਵਿਚ 440 ਇਨਸਪੈਕਸ਼ਨਸ ਵਰ ਰਿਕੁਆਇਰਡ। 440 ਇਨਸਪੈਕਸ਼ਨਸ ਹੋਣੀਆਂ ਸੀਗੀਆਂ 5 ਸਾਲਾਂ ਦੇ ਵਿੱਚ। ਹੋਈਆਂ ਕਿੰਨੀਆਂ ਨੇ? Again, it only 62 inspections of 36 colleges were conducted, which resulted in shortfall of 378 inspections। 378 ਇੰਸਪੈਕਸ਼ਨਾਂ ਜਦੋਂ ਕੀਤੀਆਂ ਹੀ ਨਹੀਂ ਗਈਆਂ ਤਾਂ ਕੀ ਤੁਸੀਂ ਰੈਗੂਲੇਟ ਕਰੋਗੇ? ਕਿਹੜੀਆਂ ਰੈਗੂਲੇਟਰੀ ਬਾਡੀਜ਼ ਨੇ? ਤੁਸੀਂ ਆਰਾਮਗੇ ਪੰਜਾਬ ਯੂਨੀਵਰਸਿਟੀ 15 ਸਾਲ ਹੋ ਗਏ ਮੈਡਮ ਪੀਰੀਓਡਿਕ ਇਨਸਪੈਕਸ਼ਨਸ ਨਹੀਂ ਹੋਈਆਂ, ਜਦ ਕਿ ਪੰਜਾਬ ਯੂਨੀਵਰਸਿਟੀ ਦਾ ਕਨਸਟੀਟਿਊਸ਼ਨ ਕਹਿੰਦਾ ਕਿ ਆਫਟਰ ਐਵਰੀ 4 years you will have to conduct periodic inspections in the colleges।
ਇਹਨੂੰ ਜੇ ਅਸੀਂ, ਮੈਂ ਤਾਂ ਫਰਾਡੂਲੈਂਟ ਪ੍ਰੈਕਟਿਸਿਸ ਹੀ ਕਹਿੰਦਾ। ਮੈਂ ਜਿਹੜੀਆਂ ਲੈਟਰਸ ਵੀ ਲਿਖੀਆਂ ਨੇ, ਚਾਹੇ ਉਹ ਵਾਈਸ ਚਾਂਸਲਰ ਨੂੰ, ਚਾਹੇ ਚਾਂਸਲਰ ਸਾਹਿਬ ਨੂੰ, ਮੈਂ ਕਿਹਾ ਜੀ ਦੇਰ ਆਰ ਫਰਾਡੂਲੈਂਟ ਪ੍ਰੈਕਟਿਸਿਸ ਇਨ ਦਾ ਕਾਲਜਸ। ਇਹਦਾ ਹੱਲ ਮੁਮਕਿਨ ਵੀ ਹੈ? ਇਹਦੇ 'ਚ ਇਹੀ ਹੈ ਜੀ, ਹੁਣ ਜਾਂ ਤਾਂ ਇਹਨਾਂ ਵੱਲ ਦੇਖ ਰਹੇ ਹਾਂ ਜਾਂ ਅਸੀਂ ਫਿਰ ਹੁਣ ਕੋਰਟ ਮੂਵ ਕਰਾਂਗੇ। ਸਾਡੀ ਇੱਕ ਜਥੇਬੰਦੀ ਹੈ, ਅਸੀਂ ਜਥੇਬੰਦਕ ਤੌਰ ਤੇ ਹੁਣ ਫੀਲ ਕਰ ਰਹੇ ਹਾਂ ਕਿ ਹੁਣ ਇਸ ਤੋਂ ਵੱਧ ਕੀ ਕਰੀਏ। ਤਿੰਨੋਂ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ ਨੂੰ ਮਿਲ ਲਿਆ, ਉਹਨਾਂ ਦੇ ਜਿਹੜੇ ਡੀਨ ਕਾਲਜ ਡਿਵੈਲਪਮੈਂਟ ਦੇ ਉਹਨਾਂ ਨੂੰ ਮਿਲ ਲਿਆ, ਔਰ ਕੈਗ ਨੇ ਇੱਕ ਬੜੀ ਕਮਾਲ ਦੀ ਆਬਜ਼ਰਵੇਸ਼ਨ ਦਿੱਤੀ ਹੈ ਜੀ। ਉਹਨੇ ਕਿਹਾ ਵੀ ਜਿਹੜੇ CDC ਨੇ, ਕਿਉਂਕਿ CDC ਜਿਹੜਾ ਹੈ ਉਹ ਸਾਰੇ ਐਫੀਲੀਏਟਡ ਕਾਲਜਸ ਨਾਲ ਜੁੜਿਆ ਹੁੰਦਾ, ਹਾਂਜੀ, ਕਹਿੰਦਾ ਇਟ ਇਜ਼ ਦਾ ਟੋਟਲ ਫੇਲਿਅਰ ਆਫ CDC ਆਫ ਥੀਸ ਯੂਨੀਵਰਸਿਟੀਜ਼। ਮਤਲਬ ਤੁਸੀਂ ਕਾਲਜ ਡਿਵੈਲਪਮੈਂਟ ਕਾਉਂਸਲ ਬਣਾ ਲਈ, ਲੇਕਿਨ ਕਹਿੰਦਾ ਉਹਨਾਂ ਦਾ ਟੋਟਲ ਫੇਲਿਅਰ ਹੈ। ਟੋਟਲ ਫੇਲਿਅਰ ਤਾਂ ਹੋਣਾ ਹੀ ਹੈ। ਮੈਂ 2 ਕਾਲਜਸ ਦੀ ਗੱਲ ਕਰਦਾ, ਜਿਹੜੇ ਸੈਨੇਟ ਡਿਵੈਲਪਮੈਂਟ ਕਾਉਂਸਲ ਸਭ ਬੇਸਿਕਲੀ ਆਪਣੀ ਤਨਖਾਹਾਂ ਲੈ ਕੇ ਦੇ ਡੋਨਟ ਵਰਕ, ਕੰਮ ਨਹੀਂ ਕਰਦੇ, ਕੰਮ ਨਹੀਂ ਕਰ ਰਹੇ ਜੀ। ਇਸ ਲਈ ਨਹੀਂ ਕਰ ਰਹੇ, ਮੈਂ ਹੁਣੇ ਦੱਸ ਦਿੰਦਾ। ਪੰਜਾਬ ਦੇ 2 ਵੱਡੇ ਕਾਲਜਸ ਨੇ, ਗੁਰੂਸਰ ਸੁਧਾਰ ਖਾਲਸਾ ਕਾਲਜ ਤੇ ਇੱਕ ਦੁਰਾਹੇ 'ਚ ਗੁਰੂ ਨਾਨਕ ਨੈਸ਼ਨਲ ਕਾਲਜ। ਔਨ ਰਿਕਾਰਡ ਹੈ, ਅਖਬਾਰਾਂ ਦੀਆਂ ਖਬਰਾਂ ਨੇ, 15 ਮਹੀਨੇ ਹੋ ਗਏ ਸੁਧਾਰ ਦੇ ਵਿੱਚ ਤਨਖਾਹ ਨਹੀਂ ਮਿਲੀ ਬਹੁਤ ਸਾਰੇ ਟੀਚਰਸ। ਦੁਰਾਹੇ ਦੇ ਵਿੱਚ 23 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਟੀਚਰਸ ਨੂੰ। ਇਹ ਏਡਡ ਨੇ ਕਿ ਇਹ ਸੈਲਫ ਫਾਈਨਾਂਸ ਨੇ? ਕਾਲਜ ਏਡਡ ਹੈ, ਉਹਨਾਂ ਵਿੱਚ ਅਨਏਡਡ ਪੋਸਟ ਤੇ ਟੀਚਰਸ ਕੰਮ ਕਰ ਰਹੇ ਆ। ਅਸੀਂ ਵਾਈਸ ਚਾਂਸਲਰ ਮੈਡਮ ਨੂੰ ਚਿੱਠੀ ਪਾਈ, DC ਨੂੰ ਚਿੱਠੀ ਪਾਈ ਕਿ ਜੀ ਕੁਝ ਕਰੋ। ਤੁਸੀਂ ਹੈਰਾਨ ਹੋਵੋਗੇ, 1 ਮਹੀਨੇ ਤੋਂ ਉੱਪਰ ਹੋ ਗਿਆ, 15 ਮਹੀਨੇ ਸੈਲਰੀਜ਼ ਨਹੀਂ ਮਿਲੀਆਂ, 1 ਮਹੀਨੇ ਤੋਂ ਉੱਪਰ ਹੋ ਗਿਆ। ਟੀਚਰਸ ਚਿੱਠੀਆਂ ਪਾ ਰਹੇ, ਅਸੀਂ ਜਥੇਬੰਦਕ ਤੌਰ ਤੇ ਚਿੱਠੀਆਂ ਪਾ ਰਹੇ ਹਾਂ, ਹਜੇ ਤੱਕ ਵੀ ਕੋਈ ਕਮੇਟੀ ਨਹੀਂ ਭੇਜੀ ਗਈ। ਜੇ ਕਮੇਟੀ ਬਣਦੀ ਹੈ ਤਾਂ ਜਦੋਂ ਮੌਕੇ ਤੇ ਜਾਣਾ ਹੁੰਦਾ ਤੇ ਕਮੇਟੀ ਕੈਂਸਲ ਹੋ ਜਾਂਦੀ ਹੈ। ਸੋ ਜੇ ਇਸ ਤਰ੍ਹਾਂ ਚੱਲੇਗਾ ਕੰਮ ਤਾਂ ਹੁਣ ਟੀਚਰਸ ਕਿੱਥੇ ਜਾਣ? ਇਸੇ ਕਰਕੇ ਮੈਂ ਕਹਿ ਰਿਹਾ ਜਿਹੜੀ ਫਿਊਚਰ ਜਨਰੇਸ਼ਨ ਹੈ, ਘੱਟੋ ਘੱਟ ਉਹ ਤਾਂ ਨਹੀਂ ਇਸ ਪ੍ਰੋਫੈਸ਼ਨ 'ਚ ਆਏਗੀ। ਔਰ ਗਵਰਨਮੈਂਟਸ ਵੀ ਸ਼ਾਇਦ ਇਹੀ ਚਾਹੁੰਦੀਆਂ ਨੇ ਕਿ ਠੀਕ ਹੈ ਜੀ ਹਾਇਰ ਐਜੂਕੇਸ਼ਨ 'ਚ ਨਾ ਲੋਕ ਆਉਣ। ਨਾ ਵੀ ਆਏ ਪ੍ਰੋਫੈਸਰ ਸਾਹਿਬ, ਮੇਨ ਪ੍ਰੋਬਲਮ ਹੈ ਕਿ ਜਿਹੜੇ ਬੱਚੇ ਇੱਥੇ ਆਪਣੇ ਕਰੀਅਰ ਲਈ ਜਾਂਦੇ ਆ, ਆਪਣਾ ਭਵਿੱਖ ਸੁਧਾਰਨ ਲਈ, ਉਹ ਤਾਂ ਬਿਲਕੁਲ ਖੋਖਲੇ ਹੱਥਾਂ ਨਾਲ ਵਾਪਸ ਆਉਂਦੇ। ਬਿਲਕੁਲ ਖੋਖਲੇ। ਇਸੇ ਕਰਕੇ ਜੇ ਮੈਂ ਕਹਿ ਰਿਹਾ ਜੀ ਕਿ ਆਸਟ੍ਰੇਲੀਆ ਜਾ ਰਹੇ ਨੇ, ਕੈਨੇਡਾ ਜਾ ਰਹੇ ਨੇ, ਅਮਰੀਕਾ ਜਾ ਰਹੇ ਨੇ, ਤੁਸੀਂ ਇੱਥੇ ਦੇਖ ਹੀ ਰਹੇ ਹੋ। ਪਹਿਲੀ ਗੱਲ ਤਾਂ ਤੁਸੀਂ ਪੋਸਟ ਨਹੀਂ ਐਡਵਰਟਾਈਜ਼ ਕਰਦੇ, ਜੇ ਕਰਦੇ ਹੋ ਤਾਂ ਤੁਸੀਂ ਆਮ ਮਾਹੌਲ ਦੇ ਰਹੇ ਹੋ, ਠੀਕ ਹੈ। ਐਡਹੌਕਿਜ਼ਮ, ਫਿਰ ਉਹ ਨਿਰਾਸ਼ਾ। ਜੇ ਅਸੀਂ ਨਸ਼ਿਆਂ ਤੇ ਕੰਮ ਕਰਨਾ, ਇਹਨਾਂ ਚੀਜ਼ਾਂ ਤੇ ਵੀ ਕੰਮ ਕਰਨਾ, ਇਹ ਟੀਚਰ ਤਾਂ ਬਹੁਤ ਬੱਚੇ ਨੂੰ ਕਿੱਥੋਂ ਵੀ ਕੱਢ ਸਕਦਾ ਹੈ। ਬਿਲਕੁਲ ਤੁਸੀਂ ਠੀਕ ਕਿਹਾ। ਇਹ ਪੁਲਿਸ ਨਾਲੋਂ ਜ਼ਿਆਦਾ ਮੈਂ ਕਹਿੰਦਾ ਜਿਹੜੀ ਟੀਚਰ ਦੀ ਡਿਊਟੀ ਹੈ ਨਾ, ਜਦੋਂ ਉਹਨੇ ਕਲਾਸ ਦੇ ਵਿੱਚ 45 ਮਿੰਟ ਦਾ ਲੈਕਚਰ ਦੇਣਾ, ਤਾਂ ਉਹ ਤੁਹਾਡੀ ਗੱਲ ਠੀਕ ਹੈ ਕਿ ਉਹਨੇ ਨਸ਼ਿਆਂ ਚੋਂ ਵੀ ਕੱਢ ਦੇਣਾ, ਉਹਨੇ ਜਿਹੜੇ ਹੋਰ ਇਸ਼ੂਜ਼ ਨੇ ਉਹਨਾਂ ਦੇ ਵਿੱਚੋਂ ਵੀ ਸਟੂਡੈਂਟ ਨੂੰ ਬਾਹਰ ਕੱਢਣਾ, ਕਿਉਂਕਿ ਉਹਨੇ ਉਹਨੂੰ ਮੋਟੀਵੇਟ ਕਰਨਾ। ਔਰ ਜਦੋਂ ਇੱਕ ਸਟੂਡੈਂਟ ਇਹ ਦੇਖ ਰਿਹਾ ਕਿ ਵੀ ਮੇਰਾ ਟੀਚਰ ਤਾਂ ਸਾਰਾ ਦਿਨ ਇਸੇ ਲਈ ਮਰ ਰਿਹਾ, ਉਹ ਤਾਂ ਧਰਨਿਆਂ ਤੇ ਬੈਠਾ ਹੋਇਆ, ਉਹ ਤਾਂ ਡਿਮਾਂਡਸ ਹੀ ਲੈ ਕੇ ਜਾ ਰਿਹਾ, ਠੀਕ ਹੈ ਨਾ, ਚਾਹੇ ਕਦੀ ਗਵਰਨਮੈਂਟ ਦੇ ਅੱਗੇ ਤੇ ਕਦੀ ਕਿਸੇ ਦੇ ਅੱਗੇ RTI ਹੀ ਪਾ ਰਿਹਾ। ਸਿੰਪਲ ਜੀ ਗੱਲ ਹੈ, ਜਿਹੜਾ ਬੰਦਾ ਹਮੇਸ਼ਾ ਆਪਣੇ ਮਤਲਬ ਖਾਣੇ ਲਈ, ਟੀਚਰ ਵੀ ਦੇ ਫੈਮਿਲੀ ਹੁੰਦੀ ਹੈ, ਉਹਨਾਂ ਤੇ ਸਿਰ ਤੇ ਛੱਤ ਰੱਖਣ ਲਈ, ਉਹਦੇ ਲਈ ਜਦੋਂ ਜਹਿਦ ਕਰ ਰਿਹਾ ਤੇ ਫਿਰ ਉਹ ਪੜ੍ਹਾਈ ਵਿੱਚ ਉਹਨਾਂ ਨਹੀਂ ਪਾ ਪਾਏਗਾ। ਯੂ ਹੈਵ ਟੂ ਗਿਵ, ਜੇ ਕਿਸੇ ਨੇ ਪੜ੍ਹਨਾ ਹੈ, ਕਿਸੇ ਨੇ ਉਹੋ ਜਿਹਾ ਕੰਮ ਕਰਨਾ, ਤੇ ਇੱਕ ਐਟਮੋਸਫੇਅਰ ਦੇਣਾ ਪੈਂਦਾ ਹੈਗਾ ਕਿ ਵੀ ਤੁਸੀਂ ਉਹਦੇ ਵਿੱਚ ਕੰਮ ਕਰ ਲਓ। ਜੇ ਸਾਰਾ ਟਾਈਮ ਉਹ ਇਹ ਨਾ, ਆਈ ਥਿੰਕ ਪੁਰਾਣੀਆਂ ਚੀਜ਼ਾਂ ਕਹਿੰਦੇ ਨੇ ਵੀ ਟੀਚਰ ਨੋਬਲ ਪ੍ਰੋਫੈਸ਼ਨ ਹੈ, ਪੱਤਰਕਾਰੀ ਸੋਸ਼ਲ ਵਰਕ ਹੈਗਾ, ਹਰ ਚੀਜ਼ ਹੈਗੀ, ਉਹ ਭੁੱਲ ਜਾਂਦੇ ਕਿ ਪੇਟ ਤਾਂ ਸਭ ਦਾ ਹੀ ਹੈਗਾ। ਐਗਜ਼ੈਕਟਲੀ ਯੂ ਆਰ ਰਾਈਟ। ਸੋ ਉਹਦੇ ਬਿਨਾ ਅਸੀਂ ਟੀਚਰ ਤੋਂ ਐਕਸਪੈਕਟ ਕਰਦੇ ਹਾਂ ਕਿ ਸਾਡੇ ਬੱਚਿਆਂ ਦੀ ਬੁਨਿਆਦ ਤੁਸੀਂ ਬਣਾ ਦਿਓ, ਤੁਸੀਂ ਉਹਨਾਂ ਨੂੰ ਇੰਨਾ, ਉਹ ਇਟਸ ਵੈਰੀ ਸੈਡ ਕਿ ਵੀ ਅਸੀਂ ਇੱਕ ਪਾਸੇ ਜਿਹੜੇ ਬਾਕੀ ਮਾਫੀਆ ਤੇ ਸੀਗੇ ਹੀ ਸੀਗੇ, ਪਰ ਜਿਹੜਾ ਆਪਣਾ ਭਵਿੱਖ ਨੂੰ ਅਸੀਂ ਆਪ ਖੁਰੇਦ ਰਹੇ ਹਾਂ, ਇਹੋ ਜਿਹਾ ਮਾਫੀਆ ਵੀ ਬਣਾ ਦਿੱਤਾ ਹੈਗਾ। ਬਿਲਕੁਲ। ਔਰ ਸਰਕਾਰਾਂ ਨੂੰ ਜਿਹੜਾ ਹੈ ਨਾ ਜੀ, ਬਹੁਤ ਇਹਦੇ ਤੇ ਕੰਮ ਕਰਨ ਦੀ ਲੋੜ ਹੈ। ਔਰ ਇਸ ਸਰਕਾਰ ਤੋਂ ਮੈਂ ਬਾਰ-ਬਾਰ ਕਹਿ ਰਿਹਾ, ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਨੇ ਕਿ ਇਹ ਐਜੂਕੇਸ਼ਨ ਨੂੰ ਲੈ ਕੇ ਮੂਹਰੇ ਆਈ ਸੀਗੀ, ਤੇ ਇਹ ਕੈਗ ਦੀ ਰਿਪੋਰਟ ਆਉਣ ਤੋਂ ਬਾਅਦ ਅਸੀਂ ਕੀ ਕਹਿ ਰਹੇ ਹਾਂ, ਉਹ ਅਸੀਂ ਤਾਂ ਰਿਕਾਰਡ ਆਲਰੇਡੀ ਸਰਕਾਰ ਨੂੰ ਦਿੱਤਾ, ਬਟ ਹੁਣ ਇਸ ਤੋਂ ਵੱਡਾ ਤਾਂ ਰਿਕਾਰਡ ਮੇਰੇ ਹਿਸਾਬ ਨਾਲ ਹੈ ਨਹੀਂ, ਬਿਲਕੁਲ ਨਹੀਂ। ਕੈਗ ਤੋਂ ਵੱਡਾ, ਠੀਕ ਹੈ ਨਾ, ਗਵਰਨਮੈਂਟ ਆਫ ਇੰਡੀਆ ਦਾ ਕਨਸਟੀਟਿਊਸ਼ਨਲ ਬਾਡੀ। ਬਟ ਉਹ ਨਾ ਭੁੱਖ ਨਾਲ ਸ਼ਰਮ ਵੀ ਨਹੀਂ ਆ ਰਹੀ ਹੋਣੀ, ਨਹੀਂ ਆ ਰਹੀ ਜੀ, ਨਹੀਂ ਆ ਰਹੀ। ਹੁਣ ਕੀ ਕਰੀਏ? ਤੁਸੀਂ ਲਾਲਚ ਤੇ ਇੰਨੇ ਮੁਰੀਦ ਹੋ ਗਏ ਹੋ ਕਿ ਤੁਹਾਨੂੰ ਆਪਣਾ ਕੰਮ ਦਾ ਰਿਹਾ ਹੀ ਨਹੀਂ ਪੈਸ਼ਨ। ਐਗਜ਼ੈਕਟਲੀ। ਮਤਲਬ ਯੂਨੀਵਰਸਿਟੀਜ਼ ਇਹ ਕਹਿ ਕੇ ਕਿੱਦਾਂ ਬਚ ਸਕਦੀਆਂ ਨੇ? ਕੀ ਜਵਾਬ ਦੇਣਗੀਆਂ ਇਹਦਾ? ਹਰ ਗੱਲ ਦੇ ਵਿੱਚ ਤੁਸੀਂ ਐਡਮਿਟ ਕਰ ਰਹੇ ਹੋ ਕਿ ਸਾਡੇ ਕੋਲੋਂ ਗਲਤੀਆਂ ਹੋ ਰਹੀਆਂ ਨੇ, ਔਰ ਉਸ ਤੋਂ ਬਾਅਦ ਫਿਰ ਗਲਤੀ ਤੇ ਗਲਤੀ ਕਰੀ ਜਾ ਰਹੇ ਹੋ। ਮਤਲਬ ਹਜੇ 2020 ਤੱਕ ਦੀ ਮੈਂ ਗੱਲ ਕਰ ਰਿਹਾ, ਔਰ ਮੈਂ ਤੁਹਾਨੂੰ ਹੁਣ ਲੇਟੈਸਟ ਪੰਜਾਬ ਯੂਨੀਵਰਸਿਟੀ ਦੀਆਂ GNDU ਦੀਆਂ ਗੱਲਾਂ ਸੁਣਾ ਰਿਹਾ। ਲਾਲਪੁਰ ਖਾਲਸਾ ਕਾਲਜ ਜਲੰਧਰ, ਮੈਡਮ ਲੇਡੀ ਲੈਕਚਰਰਸ 95,000 ਰੁਪਈਆ ਤਨਖਾਹ ਲੈਂਦੀਆਂ। ਇੱਕ ਦਿਨ ਮੈਨੇਜਮੈਂਟ ਜਾਂ ਪ੍ਰਿੰਸੀਪਲ ਆਰਡਰ ਕਰਦਾ ਕਿ ਇਹਨਾਂ ਦੀ ਤਨਖਾਹ 50% ਘੱਟ ਕਰ ਦਿੱਤੀ ਜਾਂਦੀ। ਕਿਉਂ ਕਰ ਦਿੱਤੀ? ਕਿਉਂਕਿ ਡਿਕਟੇਟੋਰੀਅਲ ਰੂਲ ਹੈ, ਜਦੋਂ ਮਰਜ਼ੀ ਕਰ ਦਈਏ, ਤਾਨਾਸ਼ਾਹੀ ਹੈ ਮੈਨੇਜਮੈਂਟਾਂ ਦੀ।
ਔਰ ਅਸੀਂ ਡਾਕਟਰ ਜਸਪਾਲ ਸਿੰਘ ਨੂੰ ਮਿਲੇ, ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ। ਅਸੀਂ ਕਿਹਾ ਸਰ ਇਹ ਕੀ ਹੋ ਰਿਹਾ, ਇਹ ਤਮਾਸ਼ਾ ਬਣਿਆ ਹੋਇਆ। 95,000 ਤਨਖਾਹ ਲੈ ਰਿਹਾ ਟੀਚਰ, ਤੁਸੀਂ ਚੱਕ ਕੇ ਉਹਦੀ 50,000 ਰੁਪਈਆ ਤਨਖਾਹ ਕਰ ਦਿੱਤੀ ਹੈ। ਅਸੀਂ ਤਨਖਾਹ ਵੱਧਦੀ ਤਾਂ ਦੇਖੀ ਹੈ, ਇਨਕਰੀਮੈਂਟਸ ਮਿਲਦੀਆਂ ਨੇ, ਐਨੂਅਲ ਇਨਕਰੀਮੈਂਟਸ ਮਿਲਦੀਆਂ ਨੇ। ਉਹਨਾਂ ਨੂੰ ਘਾਟਾ ਪੈ ਰਿਹਾ ਸੀ ਲਾਇਕ? ਕੋਈ ਘਾਟਾ ਨਹੀਂ ਜੀ। ਜੇ ਘਾਟਾ ਪੈ ਰਿਹਾ ਸੀ, ਮੈਂ ਉਸੇ ਲਾਲਪੁਰ ਕਾਲਜ ਦੀ ਸਾਹਮਣੇ ਗੱਲ ਕੀਤੀ ਹੈ, ਉਹਨਾਂ ਦਾ ਸਾਹਮਣੇ ਵੀ ਕਾਲਜ ਹੈਗਾ, ਉਹ ਤਾਂ 5 ਕਾਲਜ ਖੋਲੇ ਹੋਏ ਨੇ ਉਸ ਮੈਨੇਜਮੈਂਟ ਨੇ। ਔਰ ਏਡਡ ਨੇ, ਉਹ ਏਡਡ ਵੀ ਨੇ, ਅਨਏਡਡ ਵੀ ਨੇ। ਜਿਹੜਾ ਮੇਨ ਕਾਲਜ ਹੈ ਏਡਡ ਹੈ ਤੇ ਬਾਕੀ ਕਾਲਜਸ ਜਿਹੜੇ ਨੇ ਅਨਏਡਡ ਨੇ। ਨਹੀਂ, ਮੇਨ ਕਾਲਜ ਏਡ ਕਿੱਦਾਂ ਲੈ ਸਕਦਾ ਜੇ ਉਹ ਐਕਸਪੈਂਸ਼ਨ ਕਰ ਸਕਦਾ ਹੈਗਾ? ਯੈਸ, ਜਿਹੜੀ ਹੁਣ ਤੁਸੀਂ ਗੱਲ ਕਹੀ ਹੈ ਕਿ ਉਹ ਕਿਸ ਤਰ੍ਹਾਂ, ਇਹੀ ਤਾਂ ਅਸੀਂ ਗਵਰਨਮੈਂਟ ਨੂੰ ਕਹਿ ਰਹੇ ਹਾਂ ਕਿ ਕਾਈਂਡਲੀ ਇਹਨਾਂ ਦੀ ਆਡਿਟ ਕਰਵਾਓ, ਇਹਨਾਂ ਕਾਲਜਸ ਦੀ, ਕਿ ਇਹ ਦੱਸਣ ਕਿ ਜਿਹੜੇ 5 ਕਾਲਜਸ ਖੋਲੇ ਨੇ ਉਹ ਪੈਸਾ ਕਿੱਥੋਂ ਆਇਆ, ਕੀ ਮੈਨੇਜਮੈਂਟਸ ਨੇ ਕੋਲੋਂ ਦਿੱਤਾ, ਉਹ ਪੈਸਾ ਦਿਖਾਣ ਕਿੱਥੋਂ ਆਇਆ। ਇਹ ਜਿਹੜਾ ਸਰਕਾਰ ਏਡ ਦਿੱਤੀ ਹੈ ਐਕਸਪੈਂਸ਼ਨ ਲਈ ਵੀ ਦਿੰਦੀ ਹੈ? ਨਹੀਂ, ਐਕਸਪੈਂਸ਼ਨ ਲਈ ਕੋਈ ਨਹੀਂ ਜੀ ਹੈ। So ਉਹ ਇਹਨਾਂ ਨੂੰ ਗ੍ਰਾਂਟਸ ਆਉਂਦੀਆਂ ਨੇ ਯੂਜੀਸੀ ਤੋਂ, ਹਾਂ, ਡਿਫਰੈਂਟ ਏਜੰਸੀਜ਼ ਤੋਂ ਆਉਂਦੀਆਂ ਨੇ। ਸੋ ਜਿਹੜਾ ਪੰਜਾਬ ਸਰਕਾਰ ਤੁਸੀਂ ਕਹਿ ਰਹੇ ਦਿੰਦੀ ਹੈ ਪੈਸਾ, ਇਹ ਐਕਸਪੈਂਸ਼ਨ ਲਈ ਸੈਲਰੀਜ਼ ਦੀ ਹੈ ਜੀ। ਔਰ ਸੈਲਰੀਜ਼ ਘਟਾਤੀ ਇਹਨਾਂ ਨੇ, ਸਟਾਫ ਦੀਆਂ ਸੈਲਰੀਜ਼ ਦੇ ਰਹੇ ਨੇ। ਲੇਕਿਨ ਇਹਦੇ ਇਸ ਤੋਂ ਇਲਾਵਾ ਇਹਨਾਂ ਕੋਲ ਫੀ ਵੀ ਆਉਂਦੀ ਹੈ, ਫੀਸਾਂ ਵੀ ਤਾਂ ਆਉਂਦੀਆਂ ਨੇ ਸਟੂਡੈਂਟਸ ਦੀਆਂ, ਉਹਦੇ ਚੋਂ ਤਾਂ ਸਾਰਾ ਦਾ ਸਾਰਾ ਸ਼ੇਅਰ ਇਹਨਾਂ ਦਾ ਹੀ ਹੈ। ਕੁਝ ਸ਼ੇਅਰ ਜਿਹੜਾ ਹੈਗਾ ਯੂਨੀਵਰਸਿਟੀਜ਼ ਨੂੰ ਜਾਂਦਾ, ਕੁਝ ਸ਼ੇਅਰ ਜਿਹੜਾ ਹੈਗਾ ਉਹ ਗਵਰਨਮੈਂਟ ਨੂੰ ਜਾਂਦਾ, ਲੇਕਿਨ ਮੇਜਰ ਸ਼ੇਅਰ ਜਿਹੜਾ ਹੈ ਉਹ ਮੈਨੇਜਮੈਂਟਸ ਦੇ ਕੋਲ ਰਹਿੰਦਾ। ਮੈਂ ਕੈਗ ਦੀ ਰਿਪੋਰਟ 'ਚ ਇਹ ਵੀ ਪੜ੍ਹ ਰਹੀ ਸੀ ਕਿ ਵੀ ਇਹਨਾਂ ਨੇ ਹੌਸਟਲ ਬੜੇ ਵੱਡੇ, ਉਹਦੇ ਵਿੱਚ ਕਪੈਸਿਟੀ ਨਹੀਂ ਹੈ ਜਿਹੜਾ, ਤਾਂ ਕਿ ਫਿਰ ਦੈਟਸ ਵਾਈ ਕੁੜੀਆਂ ਦਾ ਬੜਾ ਔਖਾ ਹੈਗਾ ਹੌਸਟਲਾਂ ਵਿੱਚ ਰਹਿਣਾ। ਜੀ ਜੀ। ਸੋ ਬਹੁਤ ਚੀਜ਼ਾਂ ਤੇ ਕੰਮ ਕਰਨ ਵਾਲੀ ਲੋੜ ਹੈ। ਐਗਜ਼ੈਕਟਲੀ ਮੈਮ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਜੇ ਮੈਂ ਸਟੂਡੈਂਟਸ ਦੇ ਪੱਖ ਤੋਂ ਕਹਾਂ ਤਾਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਉਹਨੇ ਗੱਲ ਕੀਤੀ, IQAC। ਹੈਰਾਨ ਹੋਣਗੇ, ਕੈਗ ਕਹਿੰਦਾ ਕਿ ਅਸੀਂ ਇੰਨੇ ਕਾਲਜਸ ਨੂੰ ਆਬਜ਼ਰਵ ਕੀਤਾ, ਠੀਕ ਹੈ, 50-60 ਕਾਲਜਸ ਦਾ ਦੇਖਿਆ, ਉਹਦੇ ਵਿੱਚੋਂ ਮਤਲਬ ਹਾਰਡਲੀ 50% ਕਾਲਜਸ ਨੇ ਜਿੱਥੇ ਕਿ IQAC ਹੈ, ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਹੀ ਨਹੀਂ ਬਣਾਏ ਹੋਏ ਆ। ਪ੍ਰੋਫੈਸਰ ਗਾਇਬ, ਤੁਸੀਂ ਇਹ ਕਿਸੇ ਹੋਰ ਸਟੇਟ ਦੀ ਵੀ ਰਿਪੋਰਟ ਆਈ ਹੈ ਕਿ ਸਾਡਾ ਹੀ ਹਾਲ ਮਾੜਾ ਕਿ ਬਾਕੀਆਂ ਦੀ ਵੀ ਆਈ ਹੈ ਜੀ? ਅਸੀਂ ਹਜੇ ਉਹਦੀ ਕੰਪੈਰੀਟਿਵ ਸਟੱਡੀ ਕਰਾਂਗੇ। ਮੈਂ ਇੱਕ ਰਿਪੋਰਟ ਅਸੀਂ ਬਾਕੀਆਂ ਨਾਲੋਂ ਬਹੁਤ ਮਾੜੇ ਆ ਕਿ ਬਾਕੀ ਸਾਡੇ ਨਾਲੋਂ? ਦੇਖੋ, ਹਜੇ ਤਾਂ ਅਸੀਂ ਬਹੁਤ ਮਾੜੇ ਆ ਜੀ, ਹਜੇ ਤਾਂ ਅਸੀਂ ਬਹੁਤ ਮਾੜੇ ਆ। ਲੇਕਿਨ ਜਦੋਂ ਅਸੀਂ ਕੰਪੈਰੀਟਿਵ ਸਟੱਡੀ ਵੈਸੇ ਦੇਖਦੇ ਆ, ਹਰਿਆਣੇ ਦੇ ਵਿੱਚ ਸਾਡੀ ਨਾਲ ਦਾ ਸਟੇਟ ਹੈ, ਉਹ ਬਹੁਤ ਅੱਗੇ ਹੈ ਸਾਡੇ ਨਾਲੋਂ ਹਾਇਰ ਐਜੂਕੇਸ਼ਨ ਦੀ ਫੀਲਡ ਦੇ ਵਿੱਚ। ਯੈਸ, ਕਿਉਂਕਿ ਉੱਥੇ ਜਿਹੜਾ 10 ਸਾਲ ਦਾ ਇਹਨਾਂ ਨੇ ਬੈਨ ਲਗਾ ਕੇ ਰੱਖਿਆ ਸੀ ਨਾ 2005 ਤੋਂ ਲੈ ਕੇ 15 ਤੱਕ, ਉਹ 10 ਸਾਲਾਂ ਦੇ ਵਿੱਚ ਇੱਕ ਵੱਡਾ ਜਿਹੜਾ ਇਹਨਾਂ ਨੇ ਘਾਣ ਕਰ ਦਿੱਤਾ ਹਾਇਰ ਐਜੂਕੇਸ਼ਨ ਦਾ 10 ਸਾਲਾਂ ਦੇ ਵਿੱਚ। ਔਰ ਉਸ ਤੋਂ ਬਾਅਦ ਵੀ ਜਿਹੜੀਆਂ ਪੋਸਟ ਕੱਢੀਆਂ 2015 ਚ ਕੋਰਟ ਦੀਆਂ ਡਾਇਰੈਕਸ਼ਨਸ ਤੋਂ ਬਾਅਦ, ਉੱਦਾਂ ਨਹੀਂ ਕੱਢੀਆਂ, ਉਹਦੇ ਵਿੱਚ ਵੀ ਜਿਹੜੀ ਪਹਿਲਾਂ ਗ੍ਰਾਂਟ 95% ਦਿੰਦੇ ਸੀਗੇ, ਹੁਣ ਉਹ 95 ਤੋਂ ਘਟਾ ਕੇ ਸਰਕਾਰ ਨੇ 75 ਕਰ ਦਿੱਤੀ। ਉਹਦਾ ਕੋਈ ਕਾਰਨ ਨਹੀਂ ਹੈ। ਕਿਉਂ ਕੀਤੀ ਹੈ 75? ਸਰਕਾਰਾਂ ਨੇ ਪੈਸਾ ਦੇਣਾ ਹੈ ਹਾਇਰ ਐਜੂਕੇਸ਼ਨ ਦੇ ਲਈ ਜਾਂ ਪ੍ਰਾਇਮਰੀ ਐਜੂਕੇਸ਼ਨ ਦੇ ਲਈ, ਸਰਕਾਰਾਂ ਪੈਸਾ ਘੱਟ ਕਰਨ, ਇਹ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ। ਬੜਾ ਕੁਝ ਅੱਜ ਉਹ ਜਿਵੇਂ ਅਸੀਂ ਦੇਖਦੇ ਹਾਂ ਹਾਲਾਤ, ਨਿਰਾਸ਼ਾ ਵੱਧਦੀ ਜਾਂਦੀ ਹੈ। ਆਈ ਥਿੰਕ ਅੱਜ ਮੇਰਾ ਤੁਹਾਡੀ ਗੱਲਾਂ ਸੁਣ ਕੇ ਮੈਨੂੰ ਵੀ ਥੋੜੀ ਨਿਰਾਸ਼ਾ ਵੱਧ ਰਹੀ ਹੈਗੀ ਹੈ ਕਿ ਵੀ, ਕਿਉਂਕਿ ਠੀਕ ਹੈ ਸਰਕਾਰਾਂ ਅਦਾਲਤਾਂ ਵਿੱਚ ਜਾਓਗੇ, ਬਟ ਜੋ ਇੱਕ ਜ਼ਮੀਰ ਦੀ ਗੱਲ ਹੈ ਉਹ ਤਾਂ ਜ਼ਮੀਰ ਤੇ ਰਹਿ ਹੀ ਨਹੀਂ ਗਿਆ, ਉਹ ਤਾਂ ਲਾਲਚ ਤੇ ਅੰਦਰ ਕੁਚਲਾ ਗਿਆ। ਮੈਂ ਬਿਲਕੁਲ ਤੁਹਾਡੇ ਚੈਨਲ ਦੇ ਥਰੂ ਮੈਂ ਮੈਨੇਜਮੈਂਟਸ ਨੂੰ ਵੀ ਇੱਕ ਰਿਕੁਐਸਟ ਕਰੂੰਗਾ ਕਿ ਇਹਨਾਂ ਮੈਨੇਜਮੈਂਟਸ ਨੇ ਜਦੋਂ ਇਹਨਾਂ ਦੇ ਪੁਰਾਣੇ ਜਦੋਂ ਪੂਰਵਜ ਜਿਹੜੇ ਸੀਗੇ ਹੈ ਨਾ, ਅੱਜ ਤੋਂ 40 50 60 70 ਸਾਲ ਪਹਿਲਾਂ, ਤੇ ਉਹਨਾਂ ਨੇ ਕਾਲਜਸ ਖੋਲ੍ਹੇ ਸੀਗੇ, ਤਾਂ ਉਹ ਕਿਸ ਲਈ ਖੋਲ੍ਹੇ ਸੀਗੇ? ਉਹ ਪੈਸਾ ਕਮਾਉਣ ਦੀਆਂ ਇੰਡਸਟਰੀਜ਼ ਨਹੀਂ ਸੀ ਉਹਨਾਂ ਨੇ ਲਾਈਆਂ, ਉਹਨਾਂ ਨੇ ਇਸ ਲਈ ਖੋਲ੍ਹੇ ਸੀਗੇ ਕਿ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ। ਅਸੀਂ ਦੂਰ ਦਰਾਜ ਦੇ ਇਲਾਕਿਆਂ 'ਚ ਵੀ ਕਾਲਜਸ ਖੋਲ੍ਹੇ ਗਏ, ਚਾਹੇ ਉਹ DAV ਹੈ, ਚਾਹੇ ਉਹ SGPC ਹੈ, ਚਾਹੇ ਉਹ ਸਨਾਤਨ ਧਰਮ ਹੈ, ਕੋਈ ਵੀ ਕਾਲਜਸ, ਇਹਨਾਂ ਨੇ ਇਹ ਪਰਪਸ ਉਹ ਸੀ ਉਹਨਾਂ ਦਾ। ਲੇਕਿਨ ਉਹ ਇੱਕ ਵਾਰੀ ਸੋਚ ਕੇ ਦੇਖਣ ਕਿ ਕੀ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕਾਲਜਸ ਖੋਲ੍ਹੇ ਸੀਗੇ, ਕਿੰਨਾ ਨਾਮ ਸੀਗਾ, ਤੇ ਲੋਕ ਉਹਨਾਂ ਇੰਸਟੀਟਿਊਸ਼ਨਸ 'ਚੋਂ ਪੜ੍ਹ ਕੇ ਅੱਜ ਤੱਕ ਉਹਨਾਂ ਨੂੰ ਯਾਦ ਕਰਦੇ ਆ। ਤੇ ਪਿਛਲੇ 25-30 ਸਾਲਾਂ ਤੋਂ ਤੁਸੀਂ ਕੀ ਬਣਾ ਦਿੱਤਾ? ਇੰਡਸਟਰੀ ਬਣਾ ਦਿੱਤੀ ਹੈ ਤੁਸੀਂ। ਬਟ ਜਿਹੜੇ ਲੋਕਾਂ ਨੇ ਇਹ ਸਭ ਕੀਤਾ, ਉਹਨਾਂ ਨੇ ਦੇਖਿਆ, ਉਹਨਾਂ ਸਾਹਮਣੇ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਜਿਸ ਡਿਗਰੀ ਨਾਲ ਭੇਜਿਆ, ਉਹਨਾਂ ਦਾ ਹਾਲ ਕੀ ਹੈਗਾ, ਟੀਚਰਾਂ ਦਾ ਕੀ ਹਾਲ, ਉਹਨਾਂ ਨੂੰ ਤਾਂ ਲੱਗਦਾ ਕਿ ਅਲਫਾਜ਼ਾਂ ਨਾਲ ਉਹਨਾਂ ਦਾ ਜ਼ਮੀਰ ਜਾਗੇਗਾ, ਜਿਹੜਾ ਹੁਣ ਤੱਕ ਨਹੀਂ ਜਾਗੇ, ਜਿਹੜਾ ਕਰੋੜਾਂ ਦੇ ਰੁਪਏ ਦੇ ਪੈਸੇ ਥੱਲੇ ਦਬ ਗਿਆ ਹੈ ਜੀ, ਉਹ ਸਾਡੇ ਅਲਫਾਜ਼ਾਂ ਨਾਲ ਤਾਂ ਨਹੀਂ ਜਾਗਣ ਵਾਲਾ। ਦੇਖੋ ਮੈਡਮ, ਮੈਨੂੰ ਇਹ ਲੱਗਦਾ ਕਿ ਮੈਂ ਰੋਜ਼ਾਨਾ ਸਪੋਕਸਮੈਨ ਤੇ ਨਾ ਬੜੇ ਸਾਰੇ ਪ੍ਰੋਗਰਾਮਸ ਦੇਖਦਾ, ਹਾਂਜੀ, ਤੇ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮੈਨੂੰ ਲੱਗਦਾ ਵੀ ਅਸਰ ਤਾਂ ਜ਼ਰੂਰ ਹੋਏਗਾ। ਮੈਂ ਅਸਰ ਜ਼ਰੂਰ, ਜਦ ਤੁਹਾਡੇ ਵਰਗੇ ਐਕਟਿਵਿਸਟ ਲੜਦੇ ਪਏ ਨੇ, ਅਸਰ ਹੋਏਗਾ। ਬਟ ਮੈਂ ਜਿਹੜਾ ਅਸਰ ਮੈਂ ਮੈਨੇਜਮੈਂਟ ਨੂੰ ਮੈਂ ਕਈ ਵਾਰੀ ਅਪੀਲ ਕਰ ਦਿੰਦੀ ਹਾਂ, ਬਟ ਮੈਨੂੰ ਲੱਗਦਾ ਇੱਥੇ ਅਪੀਲ ਕਰਨ ਦਾ ਫਾਇਦਾ ਹੀ ਨਹੀਂ ਹੈ, ਬਿਕੋਜ਼ ਆਈ ਥਿੰਕ ਜੋ ਲਾਲਚ, ਜੋ ਪੋਲੀਟੀਕਲ ਸਾਇੰਸ ਤੁਸੀਂ ਦੇਖ ਰਹੇ ਹੋ, ਜੋ ਹਾਲਾਤ ਹੈ ਹੁਣ, ਫਾਈਟਿੰਗ ਸਪਿਰਿਟ ਕਿਹਦੇ ਵਿੱਚ ਰਹਿ ਗਈ ਹੈ? ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ।
ਫਾਈਟਿੰਗ ਸਪਿਰਿਟ ਹੈ ਨਹੀਂਗੀ। ਐਸ ਸਮਾਜ ਸਾਡੇ ਵਿੱਚ ਕੁਝ ਮਰਦਾ ਜਾ ਰਿਹਾ ਹੈਗਾ। ਅਸੀਂ ਆਪਣੇ ਆਪ ਨੂੰ ਮਤਲਬ ਹਰ ਚੀਜ਼ ਤੋਂ ਸੋਚ ਰਹੇ ਹਾਂ ਕਿ ਵੀ ਕੋਈ ਫਾਇਦਾ ਨਹੀਂ ਲੜਨ ਦਾ। ਜਿਹੜੀ ਤੁਸੀਂ ਗੱਲ ਕਹੀ ਨਾ, ਆਪਾਂ ਅਕਸਰ ਕਹਿੰਦੇ ਆ ਲਫ਼ਜ਼ਾਂ 'ਚ ਬੜੀ ਜਾਨ ਹੁੰਦੀ ਹੈ, ਤਾਂ ਮੈਂ ਰਿਕੁਐਸਟ ਇਸ ਕਰਕੇ ਕੀਤੀ ਹੈ ਕਿ ਠੀਕ ਹੈ ਬਾਕੀ ਤਾਂ ਅਸੀਂ ਗਵਰਨਮੈਂਟ ਤੱਕ ਜਾ ਰਹੇ ਹਾਂ, ਅਸੀਂ ਜੁਡੀਸ਼ਰੀ ਦਾ ਵੀ ਸਹਾਰਾ ਲਵਾਂਗੇ, ਲੇਕਿਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਨੇਜਮੈਂਟਸ ਨੂੰ ਕਿਤੇ ਜ਼ਮੀਰ ਉਹ ਸੁੱਤੀ ਪਈ ਹੈ। ਜ਼ਮੀਰ ਤਾਂ ਮੈਨੂੰ ਪਤਾ ਹੈ ਕਿਉਂਕਿ ਉਹ ਜਦੋਂ ਤੜਾ ਤੜ ਪੈਸਾ ਆ ਰਿਹਾ ਤਾਂ ਉਹਦੇ ਸਾਹਮਣੇ ਉਹ ਜ਼ਮੀਰ ਨਹੀਂ ਜਾਗਦੀ ਪਈ, ਪਰ ਸ਼ਾਇਦ ਇਹ ਅੱਜ ਦਾ ਪ੍ਰੋਗਰਾਮ ਦੇਖ ਕੇ ਉਹਨਾਂ ਮੈਨੇਜਮੈਂਟਾਂ ਦੀ ਜ਼ਮੀਰ ਜਾਗੇ ਕਿ ਜਿਹੜੀਆਂ ਉਹ 70 ਲੱਖ ਦੀਆਂ ਗੱਡੀਆਂ 'ਚ ਘੁੰਮਦੇ ਨੇ, 20 ਲੱਖ ਦੀਆਂ ਗੱਡੀਆਂ 'ਚ ਘੁੰਮਦੇ ਨੇ, ਸ਼ਾਇਦ ਉਹ ਦੇਖ ਲੈਣ ਕਿ ਇਹ ਜਿਹੜੇ ਟੀਚਰਸ ਨੇ, ਇਹ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਤੁਸੀਂ ਲੁੱਟ ਰਹੇ ਹੋ, ਯੂਨੀਵਰਸਿਟੀ ਨੇ ਫੀਸਾਂ ਕੁਝ ਤੈਅ ਕੀਤੀਆਂ ਹੋਈਆਂ, ਤੁਸੀਂ ਕੁਝ ਲਈ ਜਾਂਦੇ ਪਏ ਹੋ। ਇਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਇਸ ਲਈ ਨਹੀਂ ਸੀ ਖੁੱਲੇ। ਇਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ ਪਰਪਸ ਕੁਝ ਹੋਰ ਸੀਗਾ, ਜਿਹੜਾ ਅੱਜ ਕੁਝ ਹੋਰ ਬਣਾ ਦਿੱਤਾ ਗਿਆ। ਮੈਂ ਇਹਨਾਂ ਹੀ ਅਲਫਾਜ਼ਾਂ ਤੇ ਬੰਦ ਕਰਾਂਗੀ ਬਿਕੋਜ਼ ਆਈ ਥਿੰਕ ਤੁਹਾਡੇ ਵਿੱਚ ਜ਼ਿਆਦਾ ਉਮੀਦ ਹੈ ਮੇਰੇ ਨਾਲੋਂ, ਸੋ ਆਈ ਲੈਟ ਦੈਟ ਬੀ ਦ ਐਂਡ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਅਸੀਂ ਜੋ ਤੁਸੀਂ ਜਿਸ ਆਸ ਨਾਲ ਸਾਡੇ ਕੋਲ ਆਏ ਸੀਗੇ ਅਸੀਂ ਉਹ ਪੂਰੀ ਕਰ ਸਕੀ ਤੇ ਅੱਗੇ ਜਿੰਨਾ ਸਮਰਥਨ ਦੇ ਸਕਾਂਗੇ ਜ਼ਰੂਰ ਦੇਵਾਂਗੇ। ਬਾਕੀ ਲੈਟਸ ਸੀ। ਥੈਂਕ ਯੂ ਵੈਰੀ ਮਚ ਜੀ। ਔਰ ਮੈਨੂੰ ਅੱਛਾ ਇਹ ਲੱਗਿਆ ਕਿ ਬਹੁਤ ਘੱਟ ਚੈਨਲਸ ਨੇ ਜਿਹੜੇ ਕਿ ਹਾਇਰ ਐਜੂਕੇਸ਼ਨ ਜਾਂ ਹੈਲਥ ਦੇ ਇਸ਼ੂਜ਼ ਤੇ ਡਿਸਕਸ਼ਨਸ ਰੱਖਦੇ ਨੇ। ਤੁਸੀਂ ਇਹ ਰੱਖੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਪੋਲੀਟੀਕਲ ਇਸ਼ੂਜ਼ ਤੇ ਉਹਨਾਂ ਤੇ ਚਰਚਾਵਾਂ ਰਹਿੰਦੀਆਂ ਨੇ, ਹੋਣੀਆਂ ਵੀ ਚਾਹੀਦੀਆਂ, ਬਟ ਇਹ ਇੱਕ ਜ਼ਰੂਰੀ ਆਸਪੈਕਟ ਹੈਗਾ ਜਿਹਦੇ ਤੇ ਮੈਨੂੰ ਲੱਗਦਾ ਹੈ ਕਿ ਚਰਚਾਵਾਂ ਜੇ ਤੁਹਾਡੇ ਵਰਗੇ ਚੈਨਲਸ ਕਰਦੇ ਰਹਿਣਗੇ ਤਾਂ ਉਹ ਸਮਾਜ ਨੂੰ ਬਹੁਤ ਅੱਗੇ ਲੈ ਕੇ ਜਾਣਗੇ।